ਪ੍ਰੀਤ ਸਿੰਘ ਆਵਾਜ਼ ਆ ਰਹੀ ਹੈ ਜੀ। ਹਾਂਜੀ ਠੀਕ ਹੈ, ਕਰਦੇ ਰਹੋ ਸਾਰਿਆਂ ਨੂੰ ਹੈ ਨਾ, ਜਿਹਨੂੰ ਅਨਮਿਊਟ ਕਰਨਾ ਹੈਗਾ। ਠੀਕ ਹੈ, ਰਾਈਟ ਟਾਈਮ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕੀਤੇ ਜਾ ਰਹੇ ਅੱਜ ਦੇ ਵਿਸ਼ੇਸ਼ ਵੈਬੀਨਾਰ ਦੇ ਵਿੱਚ ਪੰਜਾਬ ਦਿਵਸ ਤੇ ਹਾਜ਼ਰੀਨ, ਸਮੂਹ ਮੈਂਬਰਾਂ ਨੂੰ, ਸਮੂਹ ਪੰਥਦਰਦੀਆਂ ਨੂੰ, ਸਮੂਹ ਵਲੰਟੀਅਰਸ ਵੀਰਾਂ ਭੈਣਾਂ ਨੂੰ ਜੀਓ ਆਇਆਂ, ਨਿੱਘਾ ਸਵਾਗਤ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ, ਜਦੋਂ ਤੋਂ ਕਰੀਬ ਲਾਕਡਾਊਨ ਲੱਗਿਆ ਹੈ, ਉਦੋਂ ਤੋਂ ਵਰਚੁਅਲ ਮੀਟਿੰਗਾਂ ਰਾਹੀਂ, ਵੈਬੀਨਾਰਜ਼ ਰਾਹੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕਰਕੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਵੱਖ-ਵੱਖ ਵਿਸ਼ਿਆਂ ਤੇ ਮਾਹਰਾਂ ਨੂੰ ਬੁਲਾ ਕੇ ਉਹਨਾਂ ਦੀ ਰਾਏ ਲਈ ਜਾਂਦੀ ਆ। ਸੋ ਉਸੇ ਲੜੀ ਤਹਿਤ ਅੱਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿਹੜੇ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਪਾਰਲੀਮੈਂਟ ਤੇ ਸਤਿਕਾਰਯੋਗ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਸਰਦਾਰ ਤਲੋਚਨ ਸਿੰਘ ਜੀ ਸਾਡੇ ਵਿੱਚ ਪਹੁੰਚ ਰਹੇ ਨੇ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿਹੜੇ ਵਿੱਚ ਪਹੁੰਚਣ ਤੇ ਨਿੱਘਾ ਸਵਾਗਤ, ਜੀ ਆਇਆਂ ਕਰਦੇ ਹਾਂ। ਅੱਜ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਪੰਜਾਬੀ ਸੂਬਾ ਦਿਵਸ ਹੈ। 1966 ਦੇ ਵਿੱਚ ਅੱਜ ਦੇ ਦਿਨ ਜਿਹੜਾ ਪੰਜਾਬੀ ਸੂਬਾ ਅੱਜ ਅਸੀਂ ਦੇਖਦੇ ਹਾਂ, ਉਹ ਅੱਜ ਦੇ ਦਿਨ ਹੋਂਦ ਵਿੱਚ ਆਇਆ। ਪੰਜਾਬੀ ਬੋਲਦੇ ਇਲਾਕਿਆਂ ਨੂੰ ਲੈ ਕਰਕੇ ਇਹ ਸੂਬਾ ਜਿਹੜਾ ਹੋਂਦ ਵਿੱਚ ਆਇਆ। ਕੀ ਚਾਲਾਂ ਸਨ, ਕਿਵੇਂ ਬਣਿਆ, ਕਿਵੇਂ ਪੰਜਾਬੀ ਸੂਬਾ ਬਣਿਆ, ਕਿਵੇਂ ਉਸ ਵੇਲੇ ਕੁਝ ਇਲਾਕੇ ਜਿਹੜੇ ਬਾਹਰ ਕੱਢੇ ਗਏ, ਉਹ ਕਿਉਂ ਕੱਢੇ ਗਏ, ਕੀ ਗੱਲਾਂ ਬਾਤਾਂ ਹੋਈਆਂ, ਇਹਦੇ ਵਿੱਚ ਸਾਰੀ ਜਿਹੜੀ ਜਾਣਕਾਰੀ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਦਾ ਮੁੱਖ ਵਕਤਾ ਜੋ ਸਾਡੇ ਵੀਰ ਸਰਦਾਰ ਤਲੋਚਨ ਸਿੰਘ ਜੀ ਉਹ ਦੱਸਣਗੇ। ਕਿਉਂਕਿ ਮੇਰੀ ਅੱਜ ਹੀ ਸਤਿਕਾਰਯੋਗ ਚੇਅਰਮੈਨ ਸਰਦਾਰ ਜਤਿੰਦਰਪਾਲ ਸਿੰਘ ਜੀ ਹੋਰਾਂ ਨਾਲ ਗੱਲ ਹੋ ਰਹੀ ਸੀ। ਉਹ ਦੱਸਦੇ ਸੀ ਕਿ ਇਸ ਪੰਜਾਬੀ ਸੂਬੇ ਦੇ ਜਿਹੜੇ ਮੋਰਚੇ ਲੱਗੇ, ਉਹਨਾਂ ਦੌਰਾਨ ਉਹਨਾਂ ਦੇ ਪਿਤਾ ਜੀ ਵੀ ਜੇਲ੍ਹਾਂ ਦੇ ਵਿੱਚ ਰਹੇ। ਮਾਸਟਰ ਤਾਰਾ ਸਿੰਘ ਹੋਣਾ ਦੇ ਨਾਲ, ਸੰਤ ਫਤਿਹ ਸਿੰਘ ਹੋਣਾ ਦੇ ਨਾਲ, ਹੋਰ ਜਿਹੜੇ ਉਸ ਵੇਲੇ ਦੇ ਵੱਡੇ ਆਜ਼ਾਦੀ ਘੁਲਾਟੀਏ ਸੀਗੇ, ਉਹਨਾਂ ਦੇ ਨਾਲ ਸਰਦਾਰ ਜਤਿੰਦਰਪਾਲ ਸਿੰਘ ਹੁਣੀ ਜੋ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੇਅਰਮੈਨ ਨੇ, ਫਾਊਂਡਰ ਮੈਂਬਰ ਵੀ ਨੇ, ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਨੇ ਬਹੁਤ ਹੀ ਵੱਡਾ ਯੋਗਦਾਨ ਇਸ ਪੰਜਾਬੀ ਸੂਬਾ ਜੋ ਮੋਰਚਾ ਲੱਗਿਆ ਉਹਦੇ ਵਿੱਚ ਪਾਇਆ। ਸੋ ਅੱਜ ਦੀ ਜਿਹੜੇ ਵੈਬੀਨਾਰ ਉਹ ਆਰੰਭ ਕਰਨ ਵਾਸਤੇ ਆਓ ਮੂਲ ਮੰਤਰ ਤੇ ਗੁਰਮੰਤਰ ਨਾਲ ਜੁੜੀਏ। ਉਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਸਾਡੇ ਪੰਜਾਬ ਸਟੇਟ ਦੇ ਪ੍ਰਧਾਨ ਸਰਦਾਰ ਪ੍ਰੋਫੈਸਰ ਮਨਿੰਦਰ ਸਿੰਘ ਹੁਣਾਂ ਨੂੰ ਕਿ ਉਹ ਮਾਈਕ ਤੇ ਆ ਜਾਣ ਤੇ ਆਓ ਮੂਲ ਮੰਤਰ ਤੇ ਗੁਰਮੰਤਰ ਨਾਲ ਜੁੜੀਏ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ, ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਅੱਜ ਦਾ ਇਹ ਵੈਬੀਨਾਰ ਕਰਨ ਦਾ ਮਾਣ ਤੇ ਸੁਭਾਗ ਬਖਸ਼ਿਆ। ਸੋ ਮੈਂ ਬੇਨਤੀ ਕਰਾਂਗਾ ਆਰੰਭਕ ਸ਼ਬਦ ਤੇ ਅੱਜ ਦੇ ਇਸ ਵੈਬੀਨਾਰ ਦੇ ਮਨੋਰਥ ਬਾਰੇ ਦੱਸਣ ਵਾਸਤੇ ਸਾਡੇ ਪੰਜਾਬ ਸਟੇਟ ਦੇ ਜੋ ਪ੍ਰਧਾਨ ਜੀ ਨੇ ਸਰਦਾਰ ਪ੍ਰੋਫੈਸਰ ਮਨਿੰਦਰ ਸਿੰਘ ਜੀ, ਉਹਨਾਂ ਨੂੰ ਕਿ ਉਹ ਮਾਈਕ ਤੇ ਆ ਜਾਣ ਕਿਰਪਾ ਕਰਕੇ, ਜੋ 1-2 ਮਿੰਟ ਦੇ ਵਿੱਚ ਅੱਜ ਦੇ ਇਸ ਵੈਬੀਨਾਰ ਦਾ ਮਨੋਰਥ ਤੇ ਆਰੰਭਕ ਸ਼ਬਦ ਜਿਹੜੇ ਉਹ ਕਹਿਣਗੇ ਪ੍ਰੋਫੈਸਰ ਮਨਿੰਦਰ ਸਿੰਘ ਜੀ, ਪ੍ਰਧਾਨ ਪੰਜਾਬ ਸੂਬਾ ਕਾਰਜਕਾਰਨੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਆਵਾਜ਼ ਆ ਰਹੀ ਹੈ? ਥੋੜਾ ਉੱਚੀ ਬੋਲੋ ਜੀ, ਆਵਾਜ਼ ਘੱਟ ਆ ਰਹੀ ਹੈ ਵੀਰ ਜੀ, ਮਾਈਕ ਨੇੜੇ ਕਰ ਲਓ ਥੋੜਾ। ਹਾਂਜੀ, ਇੱਕ ਵਾਰੀ ਫਿਰ ਸਮੂਹ ਇਸ ਵੈਬੀਨਾਰ, ਇਸ ਗੱਲਬਾਤ ਲੜੀ ਦੇ ਵਿੱਚ, 3 ਦਿਨਾਂ ਲੜੀ ਦੇ ਵਿੱਚ ਅੱਜ ਪਹਿਲੇ ਦਿਨ ਹਾਜ਼ਰ ਹੋਏ ਸਮੂਹ ਵੀਰਾਂ ਭੈਣਾਂ ਨੂੰ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਆਵਾਜ਼ ਠੀਕ ਆ ਰਹੀ ਹੈ? ਆ ਰਹੀ ਹੈ ਵੀਰ ਜੀ, ਆ ਰਹੀ ਹੈ ਜੀ, ਆ ਰਹੀ ਹੈ, ਠੀਕ ਹੈ। ਸੋ ਜੋ ਜ਼ਿੰਮੇਵਾਰੀ ਲੱਗੀ ਹੈ ਕਿ ਇਸ ਦੇ ਪਿੱਛੇ ਜੋ ਇਹ 3 ਦਿਨਾਂ ਲੜੀ ਲਿਖੀ ਗਈ ਹੈ, ਔਰ ਇਹ ਜਿਹੜਾ ਪੰਜਾਬੀ ਸੂਬੇ ਦਾ ਇੱਕ ਦਿਹਾੜਾ ਜਿਹੜਾ 1 ਨਵੰਬਰ ਦਾ ਮਿਥਿਆ ਗਿਆ ਹੈ, ਜਿਸ ਦਿਨ ਇਹ ਜੋ ਅਜੋਕਾ ਪੰਜਾਬੀ ਸੂਬਾ ਹੋਣ ਚ ਆਇਆ ਹੈ, ਤਾਂ ਇਸ ਦਿਹਾੜੇ ਨੂੰ ਸੰਬੰਧਿਤ ਕਰਕੇ 3 ਮਾਹਰਾਂ ਦੀ ਗੱਲਬਾਤ ਸੁਣਨ ਲਈ ਅਸੀਂ 3 ਰੋਜ਼ਾ ਗੱਲਬਾਤ ਦੀ ਇੱਕ ਲੜੀ ਜੋ ਬੇਨਤੀ ਹੈ ਪੰਜਾਬ ਰਾਜ ਪਰਿਸ਼ਦ ਦੇ ਵੀਰਾਂ ਨੇ ਸਾਡੇ ਮੁੱਖ ਦਫ਼ਤਰ ਜਿਹੜਾ ਹੈ ਹੈਡ ਆਫਿਸ ਦੇ ਸਮੂਹ ਸੀਨੀਅਰ ਵੀਰਾਂ ਦੀ ਉਹਨਾਂ ਦੇ ਸਹਿਯੋਗ ਨਾਲ ਔਰ ਉਹਨਾਂ ਦੀ ਸਹਿਮਤੀ ਦੇ ਨਾਲ, ਤਾਂ ਇਹਦੇ ਵਿੱਚ ਆਰੰਭਕ ਤੌਰ ਤੇ ਮੈਂ ਜੋ ਇਸ ਦੇ ਪਿੱਛੇ ਜੋ ਅਸਲੀ ਮਨੋਰਥ ਹੈ ਤੇ ਉਹਦੇ ਬਾਰੇ ਜੋ ਮੈਂ ਇਹੀ ਕਹਿਣਾ ਚਾਹੂੰਗਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੂਲ ਤੌਰ ਤੇ, ਜਾਂ ਕਹਿ ਲਈਏ ਕਿ ਮੂਲ ਮਨੋਰਥ ਹੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ, ਜਿਵੇਂ ਕਹਿੰਦੇ ਹੁੰਦੇ ਆ ਕਿ ਇਹ ਪੜ੍ਹਾਉਣਾ ਨਹੀਂ ਸਿਰਫ ਚਿਣਗ ਲਾਉਣਾ ਹੈ। ਸੋ ਮੂਲ ਮਨੋਰਥ ਸਮਾਜ ਦੇ ਵਿੱਚ ਇੱਕ ਤਰ੍ਹਾਂ ਨਾਲ ਜਾਗੋ ਕੱਢਣ ਦਾ ਹੀ ਹੈ। ਉਹ ਜਾਗੋ ਜਿਹੜੀ ਹੈ, ਉਹ ਜਾਗਰੂਕਤਾ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਅਨੁਸਾਰ ਕੇਵਲ ਸੱਚ ਦੇ ਚਾਨਣ ਚ ਉਹ ਜਾਗਰੂਕਤਾ ਦੀ ਚਿਣਗ ਲਾਉਣੀ ਜਿਹੜਾ ਸਾਡਾ ਮਕਸਦ ਹੈ। ਤੇ ਇਹ ਜਾਗੋ ਧਾਰਮਿਕ, ਸਮਾਜਿਕ, ਸਿਧਾਂਤਕ, ਆਰਥਿਕ, ਸੰਵਿਧਾਨਕ, ਅਕਾਦਮਿਕ, ਆਤਮਿਕ, ਸਰਵਪੱਖੀ ਇੱਕ ਮਨੁੱਖ ਦੇ ਮਤਲਬ ਹਰ ਪੱਖ ਤੋਂ ਉਹਨੂੰ ਜਾਗਰੂਕ ਕਰਨ ਲਈ ਯਤਨਸ਼ੀਲ ਹੈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ। ਔਰ ਇਹਦੇ ਲਈ ਇੱਕ ਸਹੂਲਤ ਬਣਾਉਣੀ, ਇੱਕ ਉਹ ਮਾਹੌਲ ਬਣਾਉਣਾ ਮੁੱਖ ਕਾਰਜ ਹੈ। ਤਾਂ ਉਸੇ ਲੜੀ ਦੇ ਵਿੱਚ ਜਾਗਰੂਕਤਾ ਨੂੰ ਫੈਲਾਉਣ ਦੇ ਲਈ ਇਹ ਜਿਹੜੀ ਵਿਚਾਰ ਲੜੀ ਆਰੰਭ ਕੀਤੀ ਗਈ ਹੈ, ਔਰ ਅੱਜ ਪਹਿਲਾ ਦਿਨ ਹੈ ਇਸ ਦਾ। ਇਹਦੇ ਨਾਲ ਜੋ ਮਕਸਦ ਹੈ, ਜੋ ਅਸੀਂ ਇਸ ਦੇ ਪਿੱਛੇ ਸੋਚ ਹੈ ਕਿ ਨੌਜਵਾਨਾਂ ਦੇ ਵਿੱਚ ਇੱਕ ਬੌਧਿਕ ਪੱਧਰ ਤੇ ਕਿਸੇ ਵੀ ਅਤੀਤ ਦੇ ਹਾਲ ਨੂੰ ਆਪਣੇ ਨਜ਼ਰੀਏ ਤੋਂ ਪਰਖਣ ਦਾ, ਉਸ ਬਾਰੇ ਠੋਸ ਰਾਏ ਕਾਇਮ ਕਰਨ ਦੀ ਸਮਰੱਥਾ ਨੂੰ, ਉਹਨੂੰ ਪ੍ਰਫੁੱਲਤ ਕਰਨਾ, ਵਰਤ ਰਹੇ ਵਰਤਾਰਿਆਂ ਨੂੰ ਅਤੀਤ ਅਤੇ ਭਵਿੱਖ ਦੇ ਪ੍ਰਪੇਖ ਚ ਉਹਨਾਂ ਨੂੰ ਵਾਚਣਾ ਆ ਜੇ, ਉਹ ਜਾਂਚ ਆ ਜੇ ਨੌਜਵਾਨ ਨੂੰ, ਅਤੇ ਭਵਿੱਖ ਦੇ ਵਿੱਚ ਲੁਕੇ ਹੋਏ ਖਤਰਿਆਂ ਜਾਂ ਮੌਕਿਆਂ ਦੀ ਸਹੀ ਅਤੇ ਸਮੇਂ ਸਿਰ ਪਛਾਣ ਹੋ ਜੇ ਤੇ ਉਹਦੇ ਹੱਲ ਲਈ ਲੋੜੀਂਦੀ ਦੂਰ ਦ੍ਰਿਸ਼ਟੀ ਅਤੇ ਸੋਝੀ ਉਹਨਾਂ 'ਚ ਪ੍ਰਫੁੱਲਤ ਹੋ ਜੇ। ਸੋ ਇਹ ਇੱਕ ਤੇ ਕੇਵਲ ਇੱਕੋ ਹੀ ਇਹ ਮਕਸਦ ਹੈ ਕਿ ਸੱਚ ਦੇ ਚਾਨਣ ਦੇ ਵਿੱਚ ਨੌਜਵਾਨ ਜਾਗਰੂਕ ਹੋ ਕੇ ਆਪਦਾ ਜਿਹੜਾ ਭਵਿੱਖ ਸਵਾਰ ਸਕਣ। ਉਹ ਸੱਚ ਜਿਹੜਾ ਹੈ ਉਹ ਕੋਈ ਵੀ ਇੰਡੋਕਟ੍ਰੀਨੇਸ਼ਨ ਨਹੀਂ, ਟੋਟਲ ਟਰੁੱਥ ਜਿਹਨੂੰ ਆਪਾਂ ਇਲਾਹੀ ਸੱਚ ਕਹਿੰਦੇ ਆ, ਉਹਦੇ ਚਾਨਣ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਦੇ ਵਿੱਚ ਇਹ ਆਵੇ। ਔਰ ਜਿਹੜੇ ਇਸ ਲੜੀ ਦੇ ਵਿੱਚ ਜੋ ਵਿਸ਼ੇ ਦੇ ਇਸੇ ਮਨੋਰਥ ਦੀ ਪੂਰਤੀ ਨੂੰ
ਤਾਂ ਉਹਦੇ 'ਚ ਅਨੁਭਵੀ ਸ਼ਖਸੀਅਤਾਂ ਜਿਹੜੀਆਂ ਸਾਡੇ ਕੋਲੇ 3 ਦਿਨ ਆਉਣਗੀਆਂ, ਉਹ ਆਪਦੇ ਵਿਚਾਰ ਰੱਖਣਗੀਆਂ, ਉਹਨਾਂ ਦੇ ਆਪਦੇ ਅਨੁਭਵ ਹੈ, ਉਹਨਾਂ ਦੇ ਆਪਦੇ ਨਜ਼ਰੀਏ ਹੈ, ਔਰ ਉਹ ਨਜ਼ਰੀਏ ਅਸੀਂ ਸੁਣਨੇ ਹੈ। ਔਰ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਸਾਰੇ ਖਾਸ ਕਰ ਨੌਜਵਾਨ, ਅਸੀਂ ਉਹਨਾਂ ਦੀਆਂ ਵਿਚਾਰਾਂ ਨੂੰ ਸੁਣ ਕੇ ਆਪਣਾ ਇੱਕ ਨਜ਼ਰੀਆ ਡਿਵੈਲਪ ਕਰਾਂਗੇ। ਯਾਨੀ ਇਸ ਤਰ੍ਹਾਂ ਦੇ ਵਿਚਾਰ ਸੁਣਨ ਦੀ ਆਦਤ ਵੀ ਪਾਵਾਂਗੇ, ਔਰ ਇਹਨਾਂ ਵਿਚਾਰਾਂ ਨੂੰ ਸੁਣ ਕੇ ਔਰ ਇਸ ਤਰ੍ਹਾਂ ਦੇ ਹੋਰ ਵਿਚਾਰਾਂ ਨੂੰ ਸੁਣਨ ਦਾ ਸੁਭਾਅ ਪਾਵਾਂਗੇ, ਔਰ ਇਸ ਤਰ੍ਹਾਂ ਵਿਚਾਰ ਸੁਣ ਕੇ ਅਸੀਂ ਇੱਕ ਆਪਦਾ ਨਜ਼ਰੀਆ ਕਾਇਮ ਕਰਨ ਦੇ ਜੋਗੇ ਹੋ ਜਾਵਾਂਗੇ, ਔਰ ਨਾਲ ਹੀ ਅਸੀਂ ਆਤਮ ਚੀਨਾਂਗੇ। ਗੁਰਬਾਣੀ ਦਾ ਫਰਮਾਨ ਹੈ ਜੀ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਉਹ ਜੋ ਸਾਡੇ ਇਤਿਹਾਸ 'ਚ ਹੋਇਆ, ਉਹ ਜੋ ਸਾਡੇ ਅਤੀਤ 'ਚ ਹੋਇਆ, ਜਿਹਦੇ ਕਰਕੇ ਅਸੀਂ ਵਰਤਮਾਨ 'ਚ ਪਹੁੰਚੇ, ਔਰ ਜੋ ਸਾਡੇ ਵਰਤਮਾਨ 'ਚ ਹੋ ਰਿਹਾ ਹੈ, ਜਿਹਨੇ ਸਾਨੂੰ ਅਗਾਂਹ ਭਵਿੱਖ ਦੇਣਾ ਹੈ, ਉਸ ਨੂੰ, ਉਹਨਾਂ ਬਾਬਾਣੀਆਂ ਕਹਾਣੀਆਂ ਨੂੰ ਜੇ ਅਸੀਂ ਸੁਣਾਂਗੇ, ਉਹਨਾਂ ਵੱਡਿਆਂ ਦੀਆਂ ਕਹਾਣੀਆਂ ਨੂੰ ਸੁਣਾਂਗੇ, ਤਾਂ ਅਸੀਂ ਅਗਾਂਹ ਵਰਤਮਾਨ ਨੂੰ ਵੀ ਠੀਕ ਕਰ ਸਕਾਂਗੇ, ਔਰ ਜਿਹੜਾ ਸਾਡਾ ਭਵਿੱਖ ਆ ਉਹਨੂੰ ਵੀ ਉਜਲ ਕਰ ਸਕਾਂਗੇ। ਲੇਕਿਨ ਇਹ ਸਾਰਾ ਕੁਝ ਸੁਣਨ ਤੋਂ ਬਾਅਦ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ, ਕਹਿੰਦੇ ਜਨ ਨਾਨਕ, ਗੁਰੂ ਸਾਹਿਬ ਦਾ ਫਰਮਾਨ ਹੈ, ਜਨ ਨਾਨਕ ਬਿਨ ਆਪਾ ਚੀਨੈ, ਮਿਟੇ ਨਾ ਭਰਮ ਕੀ ਕਾਈ। ਸੋ ਗੱਲਾਂ ਸਿਰਫ ਸੁਣ ਕੇ ਤੇ ਉਹਨਾਂ ਦਾ ਨਤੀਜਾ ਜਾਂ ਜਜਮੈਂਟਲ ਹੋਣ ਦੀ ਗੱਲ ਨਹੀਂ ਹੁੰਦੀ। ਅਸੀਂ ਆਪਾ ਚੀਨਣਾ ਹੈ ਕਿ ਹੁਣ ਇਹ ਜ਼ਿੰਦਗੀ ਜਿਵੇਂ ਇੱਕ ਰਿਲੇ ਰੇਸ ਹੈ, ਪਿੱਛੋਂ ਇੱਕ ਬੈਟਨ ਆਇਆ ਇਤਿਹਾਸ ਚੋਂ, ਔਰ ਅੱਜ ਦੇ ਨੌਜਵਾਨ ਦੇ ਹੱਥ ਬਜ਼ੁਰਗਾਂ ਨੇ ਉਹ ਬੈਟਨ ਦਿੱਤਾ। ਹੁਣ ਨੌਜਵਾਨ ਨੇ ਉਸ ਬੈਟਨ ਨੂੰ, ਉਸ ਆਪਦੇ ਇਤਿਹਾਸਕ ਖਜ਼ਾਨੇ ਨੂੰ, ਉਸ ਪਿਓ ਦਾਦੇ ਦੇ ਖਜ਼ਾਨੇ ਨੂੰ ਕਿਵੇਂ ਪਹਿਲਾਂ ਤਾਂ ਜ਼ਿੰਮੇਵਾਰੀ ਨਾਲੋਂ ਲੈਣਾ ਹੈ, ਤੇ ਫਿਰ ਉਹਨੂੰ ਸਾਂਭ ਕੇ ਉਹਨੂੰ ਹੋਰ ਅਗਾਂਹ ਵਧਾਉਣਾ। ਤਾਂ ਇਹ ਇੱਕ ਆਪਾ ਚੀਨੇ ਬਿਨਾਂ ਇਹ ਗੱਲ ਸੰਭਵ ਨਹੀਂ ਹੋਣੀ। ਜਿਹੜੀ ਇਹ 3 ਦਿਨਾਂ ਗੋਸ਼ਟੀ ਹੈਗੀ ਹੈ, ਇਹਦੇ 'ਚ ਮੁੱਖ ਤੌਰ ਤੇ ਮਾਂ ਬੋਲੀ ਇੱਕ ਸੈਂਟਰਲ ਆਈਡੀਆ ਇਹਦਾ ਜਿਹੜਾ ਧੁਰਾ ਹੈ। ਹੁਣ ਮਾਂ ਬੋਲੀ, ਟਾਲਸਟਾਏ ਕਹਿੰਦਾ ਹੈ ਕਿ ਬੱਚਾ ਜਿਹੜਾ ਹੈ ਨਾ, ਉਹ 5 ਸਾਲ ਤੱਕ ਉਹਦਾ ਨਿਰਣਾ ਹੋ ਜਾਂਦਾ ਕਿ ਉਹਨੇ ਅਗਾਂਹ ਕਿੰਨੀ ਕਡਾਣ ਭਰਨੀ, ਕਿਉਂਕਿ 5 ਸਾਲ ਤੱਕ ਉਹਦਾ ਨਜ਼ਰੀਆ ਬਿਲਡ ਹੋ ਜਾਂਦਾ, ਉਹਦਾ ਜਿਹੜਾ ਆਲਾ ਦੁਆਲਾ ਤੇ ਉਹਦਾ ਜਿਹੜਾ ਵੇਖਣ ਦਾ, ਉਹਦਾ ਐਟੀਟਿਊਡ ਜਿਹੜਾ ਉਹ ਲਗਭਗ ਸ਼ੇਪ ਹੋ ਜਾਂਦਾ। ਹੁਣ ਜੇ ਸੋਚਿਆ ਜਾਵੇ ਤਾਂ 5 ਸਾਲ ਤੱਕ ਤਾਂ ਉਹ ਮਾਂ ਬੋਲੀ ਤੇ ਮਾਂ ਦੇ ਕੰਟੈਕਟ 'ਚ ਹੀ ਹੁੰਦਾ, ਰਾਦਰ 5 ਸਾਲ ਤੋਂ ਪਹਿਲਾਂ ਹੀ ਕੰਟੈਕਟ ਆ ਜਾਂਦਾ ਮਾਂ ਬੋਲੀ ਦੇ। ਮਾਂ ਦੇ ਨਾਲ ਹੀ ਉਹਨੂੰ ਮਾਂ ਬੋਲੀ ਵੀ ਮਿਲ ਜਾਂਦੀ ਹੈ ਜਦੋਂ ਤੋਂ ਕੰਸੈਪਸ਼ਨ ਹੁੰਦੀ ਹੈ। ਤਾਂ ਇਹ ਜਿਹੜੀ ਮਾਂ ਬੋਲੀ ਹੈ, ਇਹ ਕਿੰਨੀ ਅਹਿਮ ਹੈ ਮਨੁੱਖ ਦੇ ਲਈ, ਰੱਬ ਦੀ ਦਾਤ ਹੀ ਹੈ। ਜਿਵੇਂ ਮਾਂ ਹੈ, ਉਵੇਂ ਮਾਂ ਬੋਲੀ ਵੀ ਰੱਬ ਦੀ ਦਾਤ ਹੈ। ਸੋ ਇਸ ਦੇ ਵਿੱਚ ਹੀ ਉਹਦੀ ਜਿਹੜੀ ਅਗਾਂਹ ਪ੍ਰਫੁੱਲਤ, ਮਤਲਬ ਉਹਦਾ ਜਿਹੜਾ ਗਿਆਨ ਤੇ ਉਹਦਾ ਜਿਹੜਾ ਤਜਰਬਾ ਵਧੇ। ਤਾਂ ਇਹ ਮਾਂ ਬੋਲੀ ਦੀ ਅਹਿਮੀਅਤ ਨੂੰ ਸਮਝਦਿਆਂ ਹੋਇਆਂ ਮਾਂ ਬੋਲੀ ਦੇ ਆਧਾਰ ਤੇ ਜਿਹੜੇ ਸੂਬੇ ਬਣਨੇ ਸ਼ੁਰੂ ਹੋ ਗਏ, ਤਾਂ ਕਿ ਮਾਂ ਬੋਲੀ ਦੀ ਪ੍ਰਫੁੱਲਤਾ ਹੋ ਸਕੇ। ਜਿਹੜਾ ਵੀ ਇਹ ਸਮਾਜਿਕ ਇਕਾਈ ਹੈ, ਉਹ ਆਪਦੀ ਮਾਂ ਬੋਲੀ ਦੇ ਵਿੱਚ ਹੀ ਵੱਧ ਫੁੱਲ ਸਕੇ ਤੇ ਆਪਦੇ ਸੱਭਿਆਚਾਰ ਨੂੰ, ਆਪਦੇ ਕਲਚਰ ਨੂੰ, ਉਹ ਆਪਦੀ ਪਛਾਣ ਨੂੰ ਬਰਕਰਾਰ ਰੱਖ ਸਕੇ, ਔਰ ਅਗਾਂਹ ਵੀ ਪ੍ਰਫੁੱਲਤ ਕਰ ਸਕੇ। ਇਹੀ ਇੱਕ ਕੁਦਰਤੀ ਤਰੀਕਾ ਵੀ ਹੈ ਮਨੁੱਖਤਾ ਦਾ, ਆਪਦੀ ਸਸਟੇਨੈਂਸ ਦਾ, ਆਪਦੇ ਅਗਾਂਹ ਵਧਣ ਦਾ। ਹੁਣ ਇਸ ਤਰ੍ਹਾਂ ਦਾ ਜਦੋਂ ਸੂਬਾ ਬਣਿਆ, ਤਾਂ ਹੁਣ ਉਸ ਤੇ ਵੀ ਗੱਲ ਹੋਣੀ ਹੈ ਕਿ ਇਹ ਜਦੋਂ ਪੰਜਾਬੀ ਦੇ ਨਾਂ ਤੇ ਸੂਬਾ ਬਣਿਆ ਤਾਂ ਉਹ ਕਿਵੇਂ ਬਣਿਆ, ਉਸ ਨੂੰ ਬਣਾਉਣ ਤੋਂ ਪਹਿਲਾਂ ਕੀ ਸੀ, ਉਸ ਨੂੰ ਬਣਾਉਣ ਦੇ ਪਿੱਛੇ ਮਕਸਦ ਕੀ ਸੀ, ਔਰ ਉਸ ਨੂੰ ਬਣਾਉਣ ਤੋਂ ਬਾਅਦ ਸਾਡੀਆਂ ਕੀ ਪ੍ਰਾਪਤੀਆਂ ਰਹੀਆਂ ਤੇ ਕੀ ਸਾਡੀਆਂ ਜਿਹੜੀਆਂ ਵਿੱਚੋਂ ਖਾਮੀਆਂ ਵੀ ਰਹੀਆਂ ਜਾਂ ਸਾਡੀਆਂ ਘਾਟਾਂ ਰਹੀਆਂ, ਔਰ ਭਵਿੱਖ ਦੇ ਵਿੱਚ ਸਾਡੇ ਲਈ ਕੀ ਸੰਭਾਵਨਾ ਹੈ ਤੇ ਕੀ ਖਤਰੇ ਹੈ। ਸੋ ਇਹ ਸਾਰੀਆਂ ਚੀਜ਼ਾਂ ਸਾਡੇ ਜਿਹੜੇ ਵਿਦਵਾਨ ਆ ਉਹ ਵਿਚਾਰਨਗੇ। ਔਰ ਤੀਜੀ ਗੱਲ ਜਿਹੜੀ ਸੀਗੀ ਕਿ ਇਹ ਜਿਹੜੀ ਪੰਜਾਬੀ ਬੋਲੀ ਹੈ, ਮਾਂ ਬੋਲੀ ਆਪਦੀ ਥਾਂ, ਲੇਕਿਨ ਪੰਜਾਬੀ ਸਾਡੀ ਮਾਂ ਬੋਲੀ ਹੈ। ਹੁਣ ਇਹਦੀ ਖਾਸੀਅਤ ਕੀ ਹੈ ਕਿ ਇਹ ਪੰਜਾਬੀ ਬੋਲੀ ਤੇ ਇਹਦੀ ਲਿਪੀ, ਇੱਕ ਵਿਦਵਾਨ ਇੱਕ ਥਾਂ ਕਹਿੰਦੇ ਬਾਗਾਂ ਨੂੰ ਸਾਂਭ ਸੰਭਾਲ ਤੇ ਰਾਖੀ ਦੀ ਲੋੜ ਹੁੰਦੀ ਹੈ, ਜੰਗਲ ਤਾਂ ਕੁਦਰਤੀ ਹੁੰਦੇ ਹੈ, ਤੇ ਇਹ ਬੋਲੀ ਕੁਦਰਤੀ ਹੈ, ਇਹਨੂੰ ਸੰਭਾਲਦੀ ਨਹੀਂ। ਹਾਂ, ਬਾਹਰਲੇ ਖਤਰਿਆਂ ਤੋਂ ਤਾਂ ਬਚਾਉਣ ਦੀ ਲੋੜ ਹੈ, ਬਟ ਉਚੇਚੀ ਸੰਭਾਲ ਦੀ ਲੋੜ ਨਹੀਂ, ਕਿਉਂਕਿ ਇਹਨੇ ਆਪਣੇ ਆਪ ਹੋਈ ਹੈ, ਕੁਦਰਤੀ ਹੈ ਤੇ ਕੁਦਰਤੀ ਹੀ ਇਹ ਚੱਲਣੀ ਹੈ। ਪਰ ਫਿਰ ਵੀ ਬਾਹਰੀ ਖਤਰਿਆਂ ਤੋਂ ਬਚਾਉਣ ਲਈ ਇਹਨੂੰ ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ। ਔਰ ਪ੍ਰੋਫੈਸਰ ਪੂਰਨ ਸਿੰਘ ਇੱਕ ਥਾਂ ਕਹਿੰਦੇ ਆ ਕਿ ਇਹ ਜਿਹੜੀ ਪੰਜਾਬੀ ਬੋਲੀ ਤੇ ਇਹ ਲਿਪੀ ਜਿਹੜੀ ਖਾਸ ਕਰ, ਇਹ ਤਾਂ ਕੰਪਲੀਟ ਲਿਪੀ ਹੈ, ਇੱਕ ਸੰਪੂਰਨ ਭਾਸ਼ਾ ਹੈ ਤੇ ਸੰਪੂਰਨ ਬੋਲੀ ਹੈ ਤੇ ਸੰਪੂਰਨ ਹੀ ਇਹਦੀ ਲਿਪੀ ਹੈ, ਕੋਈ ਘਾਟ ਨਹੀਂ, ਕਿਉਂਕਿ ਇਹ ਲਿਪੀ ਦੇ ਪਿੱਛੇ ਜਿਨ੍ਹਾਂ ਦਾ ਹੱਥ ਹੈ ਉਹਨਾਂ 'ਚ ਵੀ ਕੋਈ ਘਾਟ ਨਹੀਂ ਸੀ। ਤੇ
ਇਸ ਬੋਲੀ ਤੇ ਇਸ ਲਿਪੀ ਨਾਲੋਂ ਜਾਂ ਕੋਈ ਵੀ ਬੋਲੀ ਜਿਹੜੀ ਹੈ ਉਹ ਆਪਦੇ ਬੋਲਣ ਵਾਲਿਆਂ ਤੇ ਇੱਕ ਪ੍ਰਭਾਵ ਛੱਡਦੀ ਹੈ ਤੇ ਕੁਝ ਹੈ ਇਸ ਬੋਲੀ 'ਚ, ਕੁਝ ਹੈ ਕਿ ਉਹ ਇੱਕ ਅਜੀਬ ਜੀ ਇਸ 'ਚ ਇੱਕ ਆਜ਼ਾਦੀ ਦੀ ਰੌਣਕ ਜਾਂ ਇਸ ਦੇ ਵਿੱਚ ਦਿੱਤੇ ਗਏ ਸੁਨੇਹਿਆਂ ਕਰਕੇ ਹੈ, ਜਾਂ ਇਸ ਬੋਲੀ ਦੀ ਆਪਦੀ ਹੀ ਇੱਕ ਉਹ ਮਿਠਾਸ ਹੈ, ਜਾਂ ਸ਼ਾਇਦ ਸਾਨੂੰ ਲੱਗਦੀ ਹੈ ਪੰਜਾਬੀ ਹੋਣ ਤੇ, ਪਰ ਕੁਛ ਨਾ ਕੁਛ ਹੈ ਇਸ 'ਚ ਜਿਹੜਾ ਸਾਨੂੰ ਮਹਿਸੂਸ ਵੀ ਹੁੰਦਾ। ਔਰ ਜਿਵੇਂ ਕਹਿੰਦੇ ਨਾ ਕਿ ਬੰਦੇ ਨੂੰ ਪੰਜਾਬ 'ਚੋਂ ਕੱਢ ਦਿਓ, ਪਰ ਪੰਜਾਬ ਨੂੰ ਬੰਦੇ 'ਚੋਂ ਕੱਢਣਾ ਬਹੁਤ ਔਖਾ ਹੈ। ਤਾਂ ਉਹ ਕਿਤੇ ਨਾ ਕਿਤੇ ਘਰ ਕਰ ਜਾਂਦੀ ਆ। ਪ੍ਰੋਫੈਸਰ ਪੂਰਨ ਸਿੰਘ ਇੱਕ ਤਾਂ ਕਹਿੰਦੇ ਇਹ ਜਿਹੜਾ ਸੱਭਿਆਚਾਰ ਹੈ, ਇਹ ਜਿਹੜੀ ਗੁਰਮੁਖੀ ਦੇ ਵਿੱਚ ਗੁਰਮਤ ਦੀ ਜਿਹੜੀ ਗੁੜਤੀ ਹੈ, ਇਹ ਇੱਕ ਪੀੜ੍ਹੀ ਬਾਅਦ ਤਾਂ ਹੱਡਾਂ 'ਚ ਰਚ ਜਾਂਦੀ ਹੈ। ਸੋ ਇਹ ਜਿਹੜੀ ਗੁਰਮਤ ਦੀ ਵਿੱਚ ਨਾਲ ਆ ਜਾਂਦੀ ਹੈ, ਤਾਂ ਇਹ ਜਿਹੜਾ ਸਭੇ ਸਾਂਝੀ ਵਾਲਸਦਾ ਹੈ, ਸਭ ਨੂੰ ਐਕਸੈਪਟ ਕਰਨਾ, ਸਭ ਨਾਲ ਅਡੈਪਟੇਬਲ ਹੋ ਜਾਣਾ, ਔਰ ਸਭ ਦਾ ਫਿਕਰ ਕਰਨਾ, ਸਾਰੇ ਮਤਲਬ ਸਭੇ ਸਾਂਝੀ ਵਾਲਸਦਾ ਹੈ, ਕੋਈ ਨਾ ਦਿਸੇ ਬਾਹਰ ਆ ਜੀਓ। ਤੇ ਇਹ ਜਿਹੜਾ ਕਲਚਰ ਸਾਡਾ, ਇਹ ਸਾਡੀ ਪੰਜਾਬੀ ਬੋਲੀ ਤੇ ਪੰਜਾਬੀ ਹੋਂਦ ਨਾਲ, ਸਾਡੇ ਸੱਭਿਆਚਾਰ ਨਾਲ ਜੁੜਿਆ ਹੋਇਆ। ਇਹ ਸਾਰੀਆਂ ਗੱਲਾਂ ਨਾ ਇੱਕ ਬੜਾ ਹੀ ਕੰਪਲੀਟ ਇੱਕ ਮਤਲਬ ਜਿਹੜਾ ਸਾਡੀ ਹੋਂਦ ਦਾ ਇੱਕ ਡੈਫੀਨੇਸ਼ਨ ਕਹਿ ਸਕਦੇ ਹਾਂ ਇਹਨੂੰ ਅਸੀਂ, ਇਹ ਉਹਦੀ ਪਰਿਭਾਸ਼ਾ ਹੈ। ਤੇ ਇਹਨੂੰ ਅਸੀਂ ਵੱਖ-ਵੱਖ ਮਾਹਰਾਂ ਦੀ ਰਾਏ ਦੇ, ਉਹਨਾਂ ਦੇ ਵਿਚਾਰਾਂ ਦੇ ਰਾਹੀਂ ਇਹਨੂੰ ਅਸੀਂ ਘੋਖਣ ਦੀ, ਇਹਨੂੰ ਅਸੀਂ ਇੱਕ ਡਿਫਾਈਨ ਕਰਨ ਦੀ, ਇਹਨੂੰ ਅਸੀਂ ਇੱਕ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕਰਾਂਗੇ, ਔਰ ਆਪ ਸਾਰੇ ਆਪਦੇ ਨੋਟਸ ਵੀ ਬਣਾਈਏ। ਜਦੋਂ ਬੁਲਾਰੇ ਬੋਲਣਗੇ, ਅਸੀਂ ਆਪਦੇ ਵਰਨੀਆਂ ਜੋ ਸਵਾਲ ਉਤਪੰਨ ਹੁੰਦੇ ਆ ਉਹ ਵੀ ਪੁੱਛੀਏ। ਤੇ ਸਾਡਾ ਇਹਦੇ ਪਿੱਛੇ ਮਨੋਰਥ ਇਹੀ ਹੈ ਕਿ ਇਸ 3 ਦਿਨਾਂ ਦੀ ਗੱਲਬਾਤ ਦੀ ਲੜੀ ਦੇ ਵਿੱਚੋਂ ਨੌਜਵਾਨ ਜਿਹੜਾ ਹੈ ਉਹ ਅੱਗੇ ਵਾਸਤੇ ਹੋਰ ਵਧੇਰੇ ਮਤਲਬ ਦੂਰਦ੍ਰਿਸ਼ਟ, ਹੋਰ ਵਧੇਰੇ ਸਮਰੱਥ, ਹੋਰ ਵਧੇਰੇ ਜਾਗਰੂਕ ਹੋ ਕੇ ਨਿਕਲੇ। ਵਾਹਿਗੁਰੂ ਮਿਹਰ ਕਰੇ, ਬੁਲਾਰਿਆਂ ਨੂੰ ਵੀ ਸਮਰਥ ਬਖਸ਼ੇ, ਉਹਨਾਂ ਨੂੰ ਤਾਕਤ ਬਖਸ਼ੇ ਕਿ ਉਹ ਨੌਜਵਾਨ ਦੇ ਈਡੀਅਮ ਦੇ ਵਿੱਚ ਗੱਲ ਕਰਕੇ ਆਪਦੀ ਗੱਲ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸਾਰਿਆਂ ਤੱਕ ਪਹੁੰਚਾ ਸਕਣ, ਔਰ ਸਾਰਿਆਂ ਨੂੰ ਸਾਨੂੰ ਇਕਾਗਰਤਾ ਬਖਸ਼ੇ ਪ੍ਰਮਾਤਮਾ ਕਿ ਅਸੀਂ ਇਹਨਾਂ ਗੱਲਾਂ ਨੂੰ ਧਿਆਨ ਨਾਲ ਗੌਰ ਨਾਲ ਸੁਣ ਕੇ ਲਾਹਾ ਲੈ ਸਕੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ। ਆਪ ਜੀ ਨੇ 3 ਦਿਨਾਂ ਦੇ 3 ਰੋਜ਼ਾ ਇਸ ਵੈਬੀਨਾਰ ਬਾਰੇ, ਜੋ ਵੈਬੀਨਾਰ ਦੀ ਲੜੀ ਕੀਤੀ ਜਾ ਰਹੀ ਹੈ, ਵਿਚਾਰ ਚਰਚਾ ਦੀ ਲੜੀ 3 ਦਿਨਾਂ ਲੜੀ ਹੈ, ਉਹਦੇ ਬਾਰੇ ਆਪ ਜੀ ਨੇ ਜਾਣਕਾਰੀ ਦਿੱਤੀ। ਸੋ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਨਿਰਦੇਸ਼ਕ ਵਿਦੇਸ਼ੀ ਤਾਲਮੇਲ ਸਰਦਾਰ ਇੰਦਰਪਾਲ ਸਿੰਘ ਜੀ ਨੂੰ ਕਿ ਉਹ ਸਾਡੇ ਸਤਿਕਾਰਯੋਗ ਅੱਜ ਦੇ ਮੁੱਖ ਵਕਤਾ, ਮੁੱਖ ਬੁਲਾਰੇ ਸਰਦਾਰ ਤਲੋਚਨ ਸਿੰਘ ਹੁਣਾਂ ਨੂੰ ਜੀ ਆਇਆਂ ਕਹਿਣ। ਬਹੁਤ ਥੋੜੇ ਸ਼ਬਦਾਂ ਦੇ ਵਿੱਚ ਵੀਰ ਜੀ ਨੂੰ ਮਹਾਰਤ ਹੈ ਕਿ ਉਹ ਆਪਣੀ ਗੱਲ ਜਿਹੜੀ ਉਹ ਬਹੁਤ ਘੱਟ ਸ਼ਬਦਾਂ ਦੇ ਵਿੱਚ ਰੱਖਦੇ ਨੇ। ਸੋ ਮੈਂ ਬੇਨਤੀ ਕਰਾਂਗਾ ਵੀਰ ਜੀ ਨੂੰ ਭਈ ਥੋੜੇ ਸ਼ਬਦਾਂ ਦੇ ਵਿੱਚ ਸਰਦਾਰ ਤਲੋਚਨ ਸਿੰਘ ਜੀ ਹੁਣਾਂ ਨੂੰ ਜੀ ਆਇਆਂ ਕਹਿਣ, ਤੇ ਮੁੱਖ ਵਕਤਾ ਸਾਡੇ ਸਤਿਕਾਰਯੋਗ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਤਲੋਚਨ ਸਿੰਘ ਜੀ ਹੋਰਾਂ ਨੂੰ ਮਾਈਕ ਤੇ ਲੈ ਕੇ ਆਉਣ, ਤਾਂ ਕਿ ਅੱਜ ਦੇ ਜੋ ਵਿਚਾਰ ਆਪਾਂ ਉਹਨਾਂ ਕੋਲੋਂ ਅੱਜ ਦੇ ਵਿਸ਼ੇ ਬਾਬਤ ਉਹਨਾਂ ਤੋਂ ਵਿਚਾਰ ਸਰਵਣ ਕਰ ਸਕੀਏ। ਸੋ ਸਰਦਾਰ ਇੰਦਰਪਾਲ ਸਿੰਘ ਜੀ ਹੋਰੀ, ਬੇਨਤੀ ਕਰਾਂਗਾ ਮੈਂ ਸਾਡੇ ਸਤਿਕਾਰਯੋਗ ਸਰਦਾਰ ਤਲੋਚਨ ਸਿੰਘ ਜੀ ਹੁਣਾਂ ਨੂੰ ਕਿ ਆਪਣਾ ਵੀਡੀਓ ਕਿਰਪਾ ਕਰਕੇ ਔਨ ਕਰ ਲੈਣ, ਕਿਉਂਕਿ ਸਕਰੀਨ ਤੇ ਉਹਨਾਂ ਦਾ ਨਾਂ ਜਿਹੜਾ ਉਹ ਹਾਲੇ ਸ਼ੋ ਨਹੀਂ ਹੋ ਰਿਹਾ, ਤਾਂ ਕਿ ਅਸੀਂ ਉਹਨਾਂ ਨੂੰ ਜਲਦੀ ਜਿਹੜਾ ਅਨਮਿਊਟ ਕਰ ਦਿੱਤਾ ਜਾਊਗਾ। ਬਹੁਤ ਬਹੁਤ ਧੰਨਵਾਦ ਜੀ। ਸਰਦਾਰ ਇੰਦਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਪਾਂ ਇੱਕ ਬੜੇ ਗੰਭੀਰ ਵਿਸ਼ਾ ਅੱਜ ਅਸੀਂ ਉਹਨੂੰ ਲੈ ਕੇ ਬੈਠੇ ਹਾਂ। 52 ਸਾਲ ਪਹਿਲਾਂ ਅੱਜ ਦੇ ਦਿਨ 1966 ਦੇ ਵਿੱਚ ਜਿਹੜਾ 54 ਸਾਲ ਹੋ ਗਏ ਆ ਸਾਨੂੰ ਪੰਜਾਬੀ ਸੂਬਾ ਬਣਾਏ ਨੂੰ। ਇਹ ਪੰਜਾਬੀ ਸੂਬਾ ਦੀ ਲੋੜ ਕਿਉਂ ਪਈ, ਕਿੱਥੋਂ ਪਈ, ਇਹ ਸਾਰਾ ਜਿਹੜਾ ਇੱਕ ਬੜਾ ਲੰਬਾ ਇਤਿਹਾਸ ਹੈ। ਕਿ ਅਸੀਂ ਜੋ ਦੋਨੋਂ ਟਾਈਮ ਅਸੀਂ ਅਰਦਾਸ ਕਰਦੇ ਹਾਂ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਉਹਦੇ ਨਾਲ ਹੀ ਅਸੀਂ ਮੰਗਦੇ ਹਾਂ ਵਿਸਾਹ ਦਾਨ, ਭਰੋਸਾ ਦਾਨ। ਪਿਛਲੇ ਜਿਹੜਾ ਅੰਦੋਲਨ ਚੱਲਿਆ ਉਸ ਤੋਂ ਬਾਅਦ ਅਸੀਂ ਆਪਣੀ ਹੋਣੀ ਹਿੰਦੁਸਤਾਨ ਨਾਲ ਜੋੜੀ, ਉਦੋਂ ਤੋਂ ਲੈ ਕੇ ਜੋ ਇਹ ਵਿਸਾਖਾਤ ਸਾਡੇ ਨਾਲ ਹੁੰਦਾ ਰਿਹਾ, ਕਿਸ ਤਰੀਕੇ ਦੇ ਨਾਲ ਲੰਬੀ ਦਾਸਤਾਨ ਹੈ। ਕਿਵੇਂ 1953 ਚ ਭਾਸ਼ਾਈ ਕਮਿਸ਼ਨ ਬਣਿਆ ਕਿ ਸਾਰੇ ਸੂਬੇ ਜਿਹੜੇ ਨਵੇਂ ਬਣਨਗੇ ਉਹਨਾਂ ਦੀ ਰੀਆਰਗੇਨਾਈਜੇਸ਼ਨ ਭਾਸ਼ਾ ਦੇ ਆਧਾਰ ਤੇ ਹੋਏਗੀ, ਤੇ ਪੰਜਾਬ ਨੂੰ ਵਿੱਚੋਂ ਛੱਡਿਆ ਗਿਆ।
ਪੰਜਾਬੀ ਸੂਬੇ ਦਾ ਮੋਰਚਾ ਲੱਗਿਆ, ਬੜੀ ਲੰਬੀਆਂ ਕੁਰਬਾਨੀਆਂ ਹੋਈਆਂ, 60-70 ਹਜ਼ਾਰ ਦੇ ਕਰੀਬ ਗ੍ਰਿਫਤਾਰੀਆਂ ਹੋਈਆਂ। ਦੇਸ਼ ਦੇ ਉਹ ਲੀਡਰ ਜਿਹੜੇ ਲੀਡਰਾਂ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਵੱਡਾ ਯੋਗਦਾਨ ਪਾਇਆ। ਸਭ ਤੋਂ ਪਹਿਲੀ ਵਾਰੀ ਆਜ਼ਾਦ ਹਿੰਦੁਸਤਾਨ ਦੇ ਵਿੱਚ ਜੇ ਕੋਈ ਪੋਲੀਟੀਕਲ ਪ੍ਰਿਜ਼ਨਰ ਬਣਿਆ, ਕਿਸੇ ਨੂੰ ਪੋਲੀਟੀਕਲ ਅਰੈਸਟ ਕੀਤਾ, ਤੇ ਉਹ ਮਾਸਟਰ ਤਾਰਾ ਸਿੰਘ ਜੋ ਸਿੱਖਾਂ ਦਾ ਵਾਦ ਲੀਡਰ ਸੀ ਉਹ ਬਣੇ, ਜਿਨ੍ਹਾਂ ਨੂੰ ਨਰੇਲਾ ਸਟੇਸ਼ਨ ਤੇ ਰੋਕ ਕੇ ਗੱਡੀ ਅਰੈਸਟ ਕੀਤਾ ਗਿਆ। ਲੰਬੀ ਦਾਸਤਾਨ ਹੈ। ਜੇ ਅਸੀਂ ਪੰਜਾਬੀ ਸੂਬੇ ਮੋਰਚੇ ਦੀ ਗੱਲ ਕਰੀਏ ਤਾਂ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਅਤੇ ਪਹਿਲਾ ਸ਼ਹੀਦ ਬੱਚਾ ਇੰਦਰਜੀਤ ਸਿੰਘ ਸੀਗਾ, ਜਿਹਨੂੰ ਇਸ ਕਰਕੇ ਗੋਲੀ ਮਾਰ ਦਿੱਤੀ ਗਈ ਇੰਸਪੈਕਟਰ ਵੱਲੋਂ ਕਿ ਉਹ ਵਾਰ-ਵਾਰ ਉਹ ਪੰਜਾਬੀ ਸੂਬਾ ਜਿੰਦਾਬਾਦ ਦਾ ਨਾਅਰਾ ਲਾ ਰਿਹਾ ਸੀ ਤੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਤੇ ਪਾਬੰਦੀ ਸੀ। ਇਹ ਸਾਰੀ ਦਾਸਤਾਨ ਜਿਹੜੀ ਹੈ ਉਹ ਇੱਕ ਬਹੁਤ ਕਿਸ ਤਰੀਕੇ ਨਾਲ ਇਹ ਪੰਜਾਬੀ ਸੂਬੇ ਦੀ ਮੰਗ ਉੱਠੀ, ਮੰਗ ਪੂਰੀ ਨਹੀਂ ਹੋਈ, ਤੇ ਕਿਸ ਤਰੀਕੇ ਨਾਲ ਉਹ ਸੱਚਰ ਫਾਰਮੂਲਾ, ਜਿਹਨੂੰ ਅਸੀਂ ਰੀਜਨਲ ਫਾਰਮੂਲਾ ਵੀ ਕਹਿੰਦੇ ਆ, ਹਿੰਦੀ ਰੀਜਨ ਤੇ ਪੰਜਾਬੀ ਰੀਜਨ ਦੇ, ਕਿਉਂਕਿ ਭੀਮ ਸੈਨ ਸੱਚਰ ਉਸ ਵਕਤ ਮੁੱਖ ਮੰਤਰੀ ਸੀ, ਉਹਨਾਂ ਨੇ ਬਣਾਇਆ। ਉਹ ਰੀਜਨਲ ਫਾਰਮੂਲੇ ਤੋਂ ਬਾਅਦ ਜੋ ਨਹੀਂ ਸੰਤੁਸ਼ਟੀ ਹੋਈ ਸਿੱਖ ਕੌਮ ਦੀ, ਤੇ ਫਿਰ ਉਹ ਕਿਸ ਤਰੀਕੇ ਨਾਲ ਅੰਦੋਲਨ ਚੱਲਿਆ, ਕਿਵੇਂ 1955 ਦੇ ਵਿੱਚ ਦਰਬਾਰ ਸਾਹਿਬ 'ਚ ਪੁਲਿਸ ਗਈ, ਉਹ ਸਾਰੀ ਇੱਕ ਲੰਬੀ ਜਿਹੜੀ ਦਾਸਤਾਨ ਹੈ, ਜਿਹਦੇ ਬਾਅਦ 1966 ਤੱਕ ਦੀ, 47 ਤੋਂ ਲੈ ਕੇ 66 ਤੱਕ ਦੀ, ਸਰ ਤਰਲੋਚਨ ਸਿੰਘ ਜੀ ਜੋ ਸਾਡੇ ਅੱਜ ਸਾਡੀ ਬੇਨਤੀ ਮੰਨ ਕੇ ਸਾਡੇ ਵਿੱਚ ਆਏ ਨੇ ਵਿਚਾਰ ਵਟਾਂਦਰਾ ਕਰਨ, ਇਹਨਾਂ ਸਾਰੀਆਂ ਘਟਨਾਵਾਂ ਦੇ ਉਹ ਸੂਤਰਧਾਰ ਵੀ ਹਨ ਤੇ ਜਸ਼ਨਦੀਦ ਗਵਾਹ ਵੀ ਹਨ। ਇਹਨਾਂ ਦੇ ਸਾਹਮਣੇ ਹੋਈਆਂ, ਕਿਉਂਕਿ ਸਾਡੇ ਪਿਤਾ ਜੀ ਤੇ ਮਾਤਾ ਜੀ ਦੋਨੋਂ ਵੀ ਇਹਨਾਂ ਅੰਦੋਲਨ ਵਿੱਚ ਸ਼ਾਮਲ ਹੁੰਦੇ ਰਹੇ। ਸਤਲੋਚਨ ਸਿੰਘ ਉਹਨਾਂ ਨੂੰ ਵੀ ਇਹ ਸਾਰੀਆਂ ਗੱਲਾਂ ਦਾ ਪਤਾ ਹੈ ਕਿ ਕਿਵੇਂ ਕਿੱਥੇ ਕਿਵੇਂ ਕੀ ਘਟਨਾਵਾਂ ਵਾਪਰੀਆਂ, ਕਿਵੇਂ ਕਿੱਥੇ ਸਿੱਖਾਂ ਨੇ ਕਿਵੇਂ ਕੁਰਬਾਨੀਆਂ ਕੀਤੀਆਂ, ਕਿੱਥੇ ਤੇ ਕਿਵੇਂ ਹਿੰਦੁਸਤਾਨ ਦੀ ਸਰਕਾਰ ਵੱਲੋਂ ਤੇ ਲੀਡਰਸ਼ਿਪ ਵੱਲੋਂ ਜੋ ਧੋਖਾ ਵਾਰ-ਵਾਰ ਕੀਤਾ ਗਿਆ, ਉਹ ਸਾਰੀਆਂ ਜਿਹੜੀਆਂ ਦਾਸਤਾਨ ਹੈ ਉਹ ਜਿਹੜੀ ਉਹਦੇ ਸਾਥ ਸਿੰਘ ਜੀ ਇਤਿਹਾਸ ਹੈ। ਇਹ ਮੈਂਬਰ ਪਾਰਲੀਮੈਂਟ ਵੀ ਰਹੇ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ, ਬੜੇ ਵੱਡੀਆਂ ਪ੍ਰਾਪਤੀਆਂ, ਬੜੇ ਵੱਡੇ ਹਾਸਲ ਹੈ ਇਸ ਦੇ ਦੌਰਾਨ, ਜਿਨ੍ਹਾਂ ਨੇ ਇਹਨਾਂ ਦੀਆਂ ਸਪੀਚਾਂ ਪਾਰਲੀਮੈਂਟ ਦੇ ਵਿੱਚ ਸੁਣੀਆਂ ਤੇ ਅੱਜ ਉਹ ਸਾਰੀਆਂ YouTube ਤੇ ਪਈਆਂ, ਤੇ ਸੁਣ ਕੇ ਜਿਸ ਬੇਬਾਕੀ ਨਾਲ ਇਹਨਾਂ ਨੇ ਉਸ ਸਿੱਖ ਕੌਮ ਦਾ ਕੇਸ ਵਾਰ-ਵਾਰ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ, ਉਹ ਆਪਣੇ ਆਪ 'ਚ ਇੱਕ ਇਤਿਹਾਸ ਹੈ। ਬਹੁਤ ਇਹਨਾਂ ਦਾ ਤਜਰਬਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਵੱਡੇ ਲੀਡਰਾਂ ਦੇ ਨਾਲ ਰਹਿਣ ਦਾ, ਸਾਹਿਬ ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਗਿਆਨੀ ਜੈਲ ਸਿੰਘ, ਹੋਰ ਸਾਰੇ ਵੱਡੇ ਲੀਡਰ ਜਿੰਨੇ ਵੀ ਸੀ, ਮੌਜੂਦਾ ਲੀਡਰਸ਼ਿਪ 'ਚ ਅਟਲ ਬਿਹਾਰੀ ਵਾਜਪਾਈ ਜਾਂ ਮੌਜੂਦਾ ਪ੍ਰਧਾਨ ਮੰਤਰੀ ਵੀ, ਜਾਂ ਪਹਿਲੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਸੀ, ਰਾਜੀਵ ਗਾਂਧੀ ਵੀ ਸੀ, ਹਰ ਇੱਕ ਦੇ ਮਤਲਬ ਇਹ ਉਹਨਾਂ ਘਟਨਾਵਾਂ ਦੇ ਰੂਬਰੂ ਹੋ ਕੇ ਚੱਲਦੇ ਰਹੇ। ਅੱਜ ਉਹ ਸਾਡੇ ਵਿੱਚ ਆਏ ਆ, ਅਸੀਂ ਉਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਆ, ਤੇ ਬੇਨਤੀ ਵੀ ਕਰਾਂਗੇ ਕਿ ਆਪਣਾ ਜਿਹੜੀ ਇਹ ਸਾਰੀ ਜਿਹੜੀ ਦਾਸਤਾਨ ਹੈ, ਕਿਉਂਕਿ ਅਸੀਂ ਇਹ ਸਿਰਫ ਮੈਂ ਕੁਝ ਪੱਖ ਛੋਹੇ ਆ, ਵਿਸਥਾਰ ਦੇ ਵਿੱਚ ਤੁਸੀਂ ਅੱਜ ਦੇ ਜਿਹੜੇ ਸਾਰੇ ਸਾਡੇ ਸਰੋਤੇ ਵਿਦਵਾਨ ਤੇ ਜਿਹੜੇ ਮੈਂ ਕਹਾਂ ਅਕੈਡਮਿਸ਼ੀਅਨ ਜਿਹੜੇ ਜੁੜੇ ਆ, ਜਿਹੜੇ ਪੰਜਾਬੀ ਮਾਂ ਬੋਲੀ ਦੇ ਕਦਰਦਾਨ ਹੈ ਤੇ ਜਿਹੜੇ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਹੈ, ਉਹਨਾਂ ਸਾਰਿਆਂ ਦੇ ਰੂਬਰੂ ਹੋ ਕੇ ਜੋ ਅੱਜ ਦਾ ਇਹ ਵਿਸ਼ਾ ਹੈ, ਉਹਨੂੰ ਇਹ ਸਾਰੇ ਇਤਿਹਾਸ ਨੂੰ, ਜੋ ਪੰਜਾਬੀ ਸੂਬੇ ਦਾ ਪਿਛੋਕੜ, ਵਰਤਮਾਨ, ਭਵਿੱਖ ਤੇ ਪ੍ਰਾਪਤੀਆਂ, ਇਹ ਜੋ ਵਿਸ਼ਾ ਇਹਦੇ ਤੇ ਆਪਣੇ ਵਿਚਾਰ ਰੱਖਣਗੇ। ਇੱਕ ਵਾਰੀ ਫੇਰ ਮੈਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸਮੁੱਚੀ ਸੁਪਰੀਮ ਕੌਂਸਲ ਵੱਲੋਂ ਸਤਲੋਚਨ ਸਿੰਘ ਜੀ ਦਾ ਇੱਥੇ ਆਉਣ ਤੇ ਜੀ ਆਇਆਂ ਕਹਿਣਾ, ਸਵਾਗਤ ਕਰਦਾ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਉਹਨਾਂ ਦੇ ਤਜਰਬਿਆਂ ਤੋਂ, ਉਹਨਾਂ ਦੀ ਜਿਹੜੀ ਬੇਬਾਕੀ ਤੋਂ, ਉਹਨਾਂ ਦਾ ਜਿਹੜਾ ਗੱਲ ਕਰਨ ਦਾ ਢੰਗ ਹੈ, ਉਹ ਤੁਸੀਂ ਉਹਦਾ ਆਨੰਦ ਮਾਣੋਗੇ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਸਰਦਾਰ ਇੰਦਰਪਾਲ ਸਿੰਘ ਜੀ ਹੋਰਾਂ ਦਾ, ਬਹੁਤ ਹੀ ਥੋੜੇ ਸਮੇਂ ਦੇ ਵਿੱਚ ਬੜੀ ਕੁਝ ਭਰਪੂਰ ਜਾਣਕਾਰੀ ਦਿੱਤੀ। ਸੋ ਮੈਂ ਬੇਨਤੀ ਕਰਾਂਗਾ ਸਾਡੇ ਅੱਜ ਦੇ ਮੁੱਖ ਵਕਤਾ, ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਤਰਲੋਚਨ ਸਿੰਘ ਜੀ ਹੋਰਾਂ ਨੂੰ ਕਿ ਉਹ ਕਿਰਪਾ ਕਰਕੇ ਮਾਈਕ ਤੇ ਆਉਣ ਤੇ 30 ਮਿੰਟ ਵਾਸਤੇ ਜਿਹੜੇ ਉਹ ਆਪਣੇ ਨਿੱਜੀ ਤਜਰਬੇ ਜਿਹੜੇ ਉਹ ਪੰਜਾਬੀ ਸੂਬੇ ਬਾਰੇ, ਪੰਜਾਬੀ ਮਾਂ ਬੋਲੀ ਬਾਰੇ ਉਹ ਸਾਂਝੇ ਕਰਨ। ਸਰਦਾਰ ਤਰਲੋਚਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਆਵਾਜ਼ ਮੇਰੀ? ਹਾਂ, ਹਾਂਜੀ ਠੀਕ ਹੈ ਜੀ। ਬੜੀ ਮੈਨੂੰ ਇਸ ਗੱਲ ਦੀ ਹਮੇਸ਼ਾ ਖੁਸ਼ੀ ਰਹਿੰਦੀ ਹੈ ਕਿ ਲੁਧਿਆਣੇ ਸਥਾਪਿਤ ਇਹ ਗੁਰੂ ਗੋਬਿੰਦ ਸਿੰਘ ਜੀ ਸਟੱਡੀ ਸਰਕਲ ਬੜੇ ਚਿਰ ਤੋਂ
ਇੱਕ ਸਹੀ ਰੂਪ ਜਿਸ ਦੀ ਲੋੜ ਸੀ ਉਸ ਨੂੰ ਇਹ ਪੂਰਾ ਕਰ ਰਿਹਾ। ਮੈਨੂੰ ਵੀ ਬੜੀ ਵਾਰ ਜਾਣ ਦਾ ਮੌਕਾ ਮਿਲਿਆ, ਪਰ ਮੈਂ ਲਗਾਤਾਰ ਤੁਹਾਡੀ ਕੀਤੀ ਕਾਰਵਾਈਆਂ, ਤੁਹਾਡਾ ਲਿਟਰੇਚਰ, ਤੁਹਾਡੇ ਸੈਮੀਨਾਰ, ਤੁਹਾਡੇ ਹੋਰ ਪ੍ਰੋਗਰਾਮਾਂ ਨੂੰ ਜਿਹੜੀਆਂ ਵੇਖਦਾ ਰਿਹਾ ਤੇ ਮੈਂ ਇਸ ਤੋਂ ਬੜਾ ਪ੍ਰਭਾਵਿਤ ਹਾਂ। ਔਰ ਐਟਲੀਸਟ ਮੈਂ ਇਹ ਸਮਝਦਾ ਕਿ ਐਕੈਡੈਮਿਕ ਵਰਲਡ ਵਿੱਚ ਤੁਸੀਂ ਪੂਰੀ ਤਰ੍ਹਾਂ ਹਿੱਸਾ ਲੈ ਰਹੇ ਹੋ ਔਰ ਤੁਹਾਨੂੰ ਬਹੁਤ ਵੱਡੀ ਇਸ ਗੱਲ ਦੀ ਪ੍ਰਾਪਤੀ ਹੈ ਕਿ ਤੁਸੀਂ ਇੰਟਰਨੈਸ਼ਨਲ ਲੈਵਲ UN ਤੱਕ ਤੁਹਾਡੀ ਪਹੁੰਚ ਰਹੀ ਔਰ ਤੁਸੀਂ ਹਰ ਇੱਕ ਡਿਸਕਸ਼ਨ ਪੂਰੀਆਂ ਕਰਕੇ ਕੌਮ ਨੂੰ ਚੰਗਾ ਪ੍ਰੋਗਰਾਮ ਤੇ ਚੰਗਾ ਐਨਾਲਿਸਿਸ ਕਰਨ 'ਚ ਲੱਗੇ ਰਹੇ। ਵਾਹਿਗੁਰੂ ਤੁਹਾਡੀ ਇਹ ਸੇਵਾ ਕਬੂਲ ਕਰੇ ਤੇ ਇਸ ਤੋਂ ਵੱਧ ਸੇਵਾ ਕਰਨ ਦਾ ਤੁਹਾਨੂੰ ਮੌਕਾ ਦੇਵੇ। ਜਿੰਨੇ ਵੀ ਤੁਸੀਂ ਪਿਛਲੇ 100 ਚਾਹੇ ਹੁਣ ਹੋ, ਸਾਰੇ ਹੀ ਤੁਸੀਂ ਕਮਿਟਡ ਸਿੱਖ ਹੋ। ਮੈਂ ਇਸ ਗੱਲ ਦਾ ਬੜਾ ਹਾਂ ਕਿ ਜਿਹੜੇ ਨਾਲੇਜੇਬਲ ਸਿੱਖ ਹੁੰਦੇ ਨੇ ਉਹ ਕਮਿਟਡ ਘੱਟ ਹੁੰਦੇ ਨੇ, ਕਈ ਕਮਿਟਡ ਹੁੰਦੇ ਨੇ ਨਾਲੇਜ ਨਹੀਂ ਹੁੰਦਾ। ਤੁਸੀਂ ਦੋਨੋਂ ਗੱਲਾਂ 'ਚ ਪੂਰੇ ਹੋ ਔਰ ਗੁਰੂ ਨੇ ਤੁਹਾਨੂੰ ਬਖਸ਼ਿਸ਼ ਦਿੱਤੀ ਹੈ ਕਿ ਜਿੰਨੇ ਤੁਹਾਡੇ ਲੀਡਰ ਹਨ ਸਾਰੇ ਅੱਛੇ ਪੜ੍ਹੇ ਲਿਖੇ ਪ੍ਰੋਫੈਸ਼ਨਲ, ਆਪਣੇ ਆਪ ਸੈਲਫ ਸਫੀਸ਼ੀਐਂਟ, ਤੇ ਉਹ ਸਾਰੇ ਸੇਵਾ ਕਰ ਰਹੇ ਹੋ। ਸੋ ਅੱਜ ਦਾ ਵਿਸ਼ਾ ਜਦੋਂ ਮੈਨੂੰ ਇੰਦਰਪਾਲ ਨੇ ਮੈਨੂੰ ਕਿਹਾ, ਮੈਂ ਤਾਂ ਪਹਿਲਾਂ ਇਹ ਕਿਹਾ ਕਿ ਦੇਖੋ ਹੁਣ ਆਲਮੋਸਟ 66 ਨਵੰਬਰ ਦਾ ਬਣਿਆ ਇਹ ਨਵੀਂ ਸਟੇਟ ਤੇ ਅੱਜ 2020 ਖਤਮ ਹੋਣ ਵੱਲ ਜਾ ਰਹੀ ਹੈ। ਸੋ ਇਹ ਇੰਨਾ ਵੱਡਾ ਪੀਰੀਅਡ ਲੰਘ ਗਿਆ, ਸਮਝੋ ਇੱਕ ਜਨਰੇਸ਼ਨ, ਕਿਉਂਕਿ ਪੰਜਾਬ ਸਰਕਾਰ ਦੀ ਸਰਵਿਸ 58 ਈਅਰ ਦੀ ਹੁੰਦੀ ਹੈ ਤੇ ਇੱਕ ਜਨਰੇਸ਼ਨ ਲੰਘ ਗਈ ਤੇ ਇਹ ਅਸੀਂ ਅੱਜ ਫਿਰ ਡਿਸਕਸ ਕਰ ਰਹੇ ਹਾਂ। ਪਰ ਇਹ ਏਡਾ ਵੱਡਾ ਸਾਡਾ ਇੱਕ ਹਿਸਟੋਰੀਕਲ ਰਿਕਾਰਡ ਹੈ ਕਿ ਸਾਡੀ ਕਮਿਊਨਿਟੀ ਨੇ, ਦੇਖੋ ਇਹ ਲੜਾਈ ਤੇ ਸੀ ਪੰਜਾਬ ਦੀ ਰੀਆਰਗਨਾਈਜੇਸ਼ਨ ਦੀ, ਜਿਹੜੀ ਕਿ ਵੈਲਿਡ ਸੀ ਕਿਉਂਕਿ ਸਾਰਾ ਇੰਡੀਆ ਇਹੋ ਜਿਹੀ ਮੰਗ ਰੱਖਦਾ ਸੀ। ਬਿਫੋਰ ਪਾਰਟੀਸ਼ਨ ਕਾਂਗਰਸ ਦੇ ਜਿਹੜੀਆਂ ਕਮਿਟਮੈਂਟ ਸਨ ਉਹਨਾਂ ਵਿੱਚ ਇਹ ਬੜੀ ਵੱਡੀ ਕਮਿਟਮੈਂਟ ਸੀ ਕਿ ਅਸੀਂ ਇੰਡੀਆ ਨੂੰ ਲੈਂਗੁਏਜ ਦੇ ਆਧਾਰ ਤੇ ਰੀਆਰਗਨਾਈਜ਼ ਕਰਾਂਗੇ। ਸੋ ਨੈਚੁਰਲ ਸੀ ਕਿ ਪੰਜਾਬ ਦੇ ਲੋਕਾਂ ਦੀ ਵੀ ਇਹ ਮੰਗ ਉਸ ਤਰ੍ਹਾਂ ਹੋਵੇ, ਪਰ ਬੜੀ ਅਨਫੋਰਚੂਨੇਟ ਸਿਚੁਏਸ਼ਨ ਇਹ ਰਹੀ ਕਿ ਇਹ ਇੱਕ ਸਮੂਹਕ ਮੰਗ ਹੁੰਦੇ ਹੁੰਦੀ ਇੱਕ ਕਮਿਊਨਲ ਮੰਗ ਬਣ ਗਈ। ਇਹ ਹੋ ਗਿਆ ਕਿ ਸਿੱਖਾਂ ਦੀ ਮੰਗ ਹੈ। ਸੋ ਇਹ ਤਾਂ ਇੱਕ ਬੜਾ ਵੱਡਾ ਪਹਿਲੂ ਹੈ ਕਿ ਇਹ ਇੰਡੀਆ 'ਚ ਸਾਰਾ ਇੰਡੀਆ ਰੀਆਰਗਨਾਈਜ਼ ਹੋਇਆ, ਪਰ ਕਿਧਰੇ ਇਹ ਕਮਿਊਨਲ ਗੱਲ ਨਹੀਂ ਬਣੀ। ਹਰ ਜਗ੍ਹਾ ਇਹ, ਚਾਹੇ ਮਹਾਰਾਸ਼ਟਰ ਗੁਜਰਾਤ ਵੱਖਰੇ ਹੋਏ, ਚਾਹੇ ਆਂਧਰਾ, ਦੇਖੋ ਹੁਣ ਆ ਕੇ ਫਿਰ ਆਂਧਰਾ ਤੇਲੰਗਾਨਾ ਦੋ ਹੋ ਗਏ, ਤੇਲੰਗਾਨਾ ਦੀ ਮੰਗ ਉੱਠੀ, ਪਰ ਉਹ ਕਦੇ ਕਮਿਊਨਲ ਨਹੀਂ ਹੋਈ। ਦੇ ਹੈਵ ਬੀਨ ਟੋਟਲ ਡਿਮਾਂਡ ਆਫ ਦਾ ਪੀਪਲ ਆਫ ਸਟੇਟ ਇਰਰਿਸਪੈਕਟਿਵ ਆਫ ਦੇਅਰ ਰਿਲੀਜਨ। ਪਰ ਸਾਡੀ ਇਹ ਬਦਕਿਸਮਤੀ ਕਿ ਪੰਜਾਬ ਦੀ ਇੱਕ ਸਾਡੇ ਬਰਾਬਰ ਦੀ ਕੌਮ, ਚਾਹੇ ਗਿਣਤੀ 'ਚ ਘੱਟ ਹੈ ਜਾਂ ਉਸ ਵਕਤ ਉਹਦੀ ਮੈਜੋਰਟੀ ਸੀ ਜਦੋਂ ਡਿਮਾਂਡ ਬਣੀ, ਉਹ ਇਹਦੇ ਉਲਟ ਹੋਈ। ਔਰ ਇਹ ਉਲਟ ਵੀ ਨਹੀਂ ਹੋਈ, ਉਹਨਾਂ ਨੇ ਆਪਣਾ ਵੀ ਇੱਕ ਮੁਹਿੰਮ ਚਲਾਤੀ ਮਹਾਂ ਪੰਜਾਬ, ਔਰ ਇੱਥੋਂ ਤੱਕ ਕਿ ਸਾਡੇ ਪੈਰਲਲ ਉਹਨਾਂ ਨੇ ਵੀ ਭੁੱਖ ਹੜਤਾਲਾਂ ਕੀਤੀਆਂ, ਉਹਨਾਂ ਨੇ ਵੀ ਡਿਮਾਂਸਟ੍ਰੇਸ਼ਨ ਕੀਤੇ। ਪਬਲਿਸਿਟੀ ਉਹਨਾਂ ਦੀ ਜ਼ਿਆਦਾ ਸੀ ਸਾਡੇ ਨਾਲੋਂ, ਐਂਡ ਦੇ ਵਰ ਏਬਲ ਟੂ ਐਟ ਲੌਂਗ ਟਾਈਮ ਇਸ ਗੱਲ ਨੂੰ ਰੋਕਣ 'ਚ ਕਾਮਯਾਬ ਹੋਏ ਕਿ ਸਾਡੀ ਡਿਮਾਂਡ ਨਾ ਮੰਨੀ ਜਾਏ। ਇਹਦੇ ਕਈ ਰੀਜ਼ਨ ਹਨ, ਕਿਉਂਕਿ ਸਾਡੀ ਇੱਕ, ਮਾਫ ਕਰਿਓ ਤੁਸੀਂ ਤੇ ਕਿਉਂਕਿ ਇਸ ਗੱਲ ਨੂੰ ਸਮਝਦੇ ਹੋ ਕਿ ਜਿਹੜੀ ਸਾਡੀ ਅਪਰੋਚ ਰਹੀ ਹੁਣ ਤੱਕ, ਉਹ ਡਿਮਾਂਸਟ੍ਰੇਸ਼ਨ ਵੀ ਕਰਦੇ, ਅਸੀਂ ਜੇਲ੍ਹਾਂ ਜਾਣ 'ਚ ਸਭ ਤੋਂ ਅੱਗੇ ਹਾਂ ਔਰ ਮੈਕਸੀਮਮ ਲੋਕ ਜੇਲ੍ਹ ਭਿਜਵਾਉਂਦੇ ਵੀ ਹਾਂ, ਕੁਰਬਾਨੀਆਂ ਵੀ ਸਾਡੀ ਜ਼ਿਆਦਾ ਹੈ। ਹੁਣ ਦੇਖੋ ਅੱਜ ਮੂਵਮੈਂਟ ਚੱਲ ਰਹੀ ਹੈ ਕਿੱਡੀ ਵੱਡੀ ਹੈ, ਅੱਜ ਤਾਂ ਸਾਰਾ ਪੰਜਾਬ ਹੀ ਇਕੱਠਾ ਹੈ, ਹਰ ਪਾਸੇ ਸਾਡੀ ਯੂਨਿਟੀ ਹੈ। ਪਰ ਸਾਡਾ ਇੱਕ ਫੇਲਿਅਰ ਰਿਹਾ, ਉਹ ਹੈ ਮੀਡੀਆ ਅਪਰੋਚ। ਦੁਨੀਆ ਭਰ ਵਿੱਚ ਮੀਡੀਆ ਪਬਲਿਕ ਓਪੀਨੀਅਨ ਬਣਾਉਂਦਾ ਹੈ, ਔਰ ਤਾਂ ਕਿ ਜਿਹੜੇ ਪੰਜਾਬ ਤੋਂ ਬਾਹਰ ਲੋਕ ਹਨ ਉਹਨਾਂ ਦਾ ਇੱਕ ਵਿਊ ਪੁਆਇੰਟ ਸਾਡੇ ਬਾਰੇ ਬਣੇ। ਤੇ ਸਾਡੀ ਹਰ ਵਕਤ ਹਰ ਲੜਾਈ ਮੀਡੀਆ ਅਪਰੋਚ ਬੜੀ ਪੂਅਰ ਰਹੀ, ਜਿਹਦਾ ਕਿ ਸਾਨੂੰ ਡਿਸਐਡਵਾਂਟੇਜ ਇਹ ਮਿਲਿਆ ਕਿ ਆਮ ਲੋਕਾਂ 'ਚ ਅਸੀਂ ਆਪਣਾ ਵਿਊ ਪੁਆਇੰਟ ਐਕਸਪ੍ਰੈਸ ਨਹੀਂ ਕਰ ਪਾਏ। ਸੋ ਇਹ ਇੱਕ ਸਾਡਾ ਪੰਜਾਬੀ ਸੂਬਾ 'ਚ ਵੀ ਇਹ ਗੱਲ ਰਹੀ, ਕਿਉਂਕਿ ਇੰਨੀ ਲੰਬੀ ਮੂਵਮੈਂਟ ਹੈ। ਹਿੰਦੁਸਤਾਨ ਦੀਆਂ ਜਿੰਨੀਆਂ ਹੋਰ ਸਟੇਟਸ ਦੀਆਂ ਮੂਵਮੈਂਟ ਹਨ ਉਸ 'ਚੋਂ ਸਭ ਤੋਂ ਲੰਬੀ ਮੂਵਮੈਂਟ ਸਾਡੀ ਹੈ। ਇਹ ਕਿਵੇਂ ਆਰੰਭ ਹੋਈ? 1947 ਵਿੱਚ ਦੇਸ਼ ਆਜ਼ਾਦ ਹੋ ਗਿਆ,
पार्टीशन ऑफ पंजाब होगी, पार्टीशन ऑफ बंगाल होगी, बाकी कंट्री एज इट इज आ गया। सो पहले कुछ साल सरकार जिहड़ी आई ਉਹਨੂੰ ਇਹ ਲੱਗੇ ਕਿ ਜਿਹੜੀਆਂ ਸਟੇਟ ਸਨ ਉਹ ਇਨ ਵੇ ਇੰਡੀਪੈਂਡੈਂਟ ਸਨ ਸਾਰੀਆਂ। ਪਹਿਲਾਂ ਸਾਰੀਆਂ ਸਟੇਟਾਂ ਨੂੰ ਕਿਵੇਂ ਇਕੱਠਾ ਕੀਤਾ ਜਾਏ, ਦੈਟ ਵਾਜ਼ ਅ ਵੈਰੀ ਬਿਗ ਇਸ਼ੂ ਜਿਹਨੂੰ ਸਰਦਾਰ ਪਟੇਲ ਨੇ ਹੈਂਡਲ ਕੀਤਾ। ਦੇਖੋ ਸਾਡੇ ਵੀ ਪੰਜਾਬ ਵਿੱਚ ਕਿੰਨੀਆਂ ਸਟੇਟਾਂ, ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਮਲੇਰਕੋਟਲਾ, ਨਾਲਾਗੜ੍ਹ, ਕਪੂਰਥਲਾ, ਇਹ ਸਟੇਟਾਂ ਸਨ। ਨੈਚੁਰਲੀ ਇਹ ਸਟੇਟਾਂ ਇਕੱਠੀਆਂ ਕਰਨ ਨੂੰ ਵੀ 1 ਸਾਲ ਲੱਗ ਗਿਆ, ਕਿਉਂਕਿ ਪਹਿਲਾਂ ਸਟੇਟਾਂ ਦੇ ਜਿਹੜੇ ਰਾਜੇ ਮਹਾਰਾਜੇ ਉਹਨਾਂ ਨੂੰ ਐਗਰੀ ਕਰਾਉਣਾ, ਐਗਰੀ ਕਰਾ ਕੇ ਉਹਨਾਂ ਦਾ ਇੱਕ ਯੂਨਿਟੀ ਕ੍ਰੀਏਟ ਕਰਨਾ। ਜਿਵੇਂ ਰਾਜਸਥਾਨ ਬੜੀਆਂ ਸਟੇਟਾਂ, ਇਹ ਦੇਖੋ ਸਾਰਾ ਰਾਜਸਥਾਨ ਸਾਰੇ ਸਟੇਟਾਂ ਸਨ, ਇਹ ਕਿਵੇਂ ਇਕੱਠੀਆਂ ਹੋਈਆਂ, ਕਿੱਡੀ ਕਿੱਡੀਆਂ ਵੱਡੀਆਂ, ਕਿਆ ਜੈਪੁਰ, ਉਦੈਪੁਰ, ਜੋਧਪੁਰ, ਇਹ ਸਾਰੇ ਇੰਡੀਆ ਦੀਆਂ ਟਾਪ ਸਟੇਟਾਂ। ਇਹਨਾਂ ਨੂੰ ਇਕੱਠਾ ਕਰਨਾ, ਇਹਦੇ ਨਾਲ ਨਿੱਕੀ ਨਿੱਕੀਆਂ ਬੇਅੰਤ ਰਾਜਸਥਾਨ ਬਣਿਆ, ਇੱਦਾਂ ਮੱਧ ਪ੍ਰਦੇਸ਼, ਮੱਧ ਭਾਰਤ ਬਣਿਆ, ਕਿੰਨੀਆਂ ਸਟੇਟਾਂ, ਇੰਦੌਰ ਦੀ, ਇਹ ਸਿੰਧੀਆ, ਭੋਪਾਲ, ਇਹ ਸਾਰੀਆਂ ਇਕੱਠੀਆਂ ਹੋਈਆਂ। ਸੋ ਬਹੁਤ ਵੱਡਾ ਭਾਰਤ ਸਰਕਾਰ ਨੇ ਕੰਮ ਕੀਤਾ ਸਟੇਟਾਂ ਦੀ ਕਰਕੇ, ਇਹਨਾਂ ਦੀਆਂ ਵੱਖਰੀਆਂ ਸਟੇਟਾਂ ਬਣਾਤੀਆਂ। ਸਾਡੀ ਬਣਾਤੀ ਪੈਪਸੂ, ਪੰਜਾਬ ਔਰ ਪੈਪਸੂ 2 ਬਣ ਗਈਆਂ। ਸੋ ਇਹ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਜਦੋਂ ਗੌਰਮੈਂਟ ਆਫ ਇੰਡੀਆ ਨੇ ਸਟੇਟ ਰਜਿਸਟ੍ਰੇਸ਼ਨ ਕੁਛ ਨਾ ਕੀਤੀ, ਤਾਂ ਆਂਧਰਾ ਦਾ ਇੱਕ ਲੀਡਰ ਸੀ ਜਿਹਦੀ ਕਿ ਬੜੀ ਪਾਪੂਲੈਰਿਟੀ ਸੀ, ਉਹ ਸੀ ਰਮੋਲੋ। ਰਮੋਲੋ ਨੇ ਭੁੱਖ ਹੜਤਾਲ ਕਰਤੀ ਕਿ ਆਂਧਰਾ ਸਟੇਟ ਬਣਾਓ। ਹੁਣ ਉਸ ਨੇ ਭੁੱਖ ਹੜਤਾਲ ਕਰਦਿਆਂ ਕਰਦਿਆਂ ਉਹਦੀ ਡੈਥ ਹੋ ਗਈ। ਬੜੀ ਵੱਡਾ ਤੂਫਾਨ ਉੱਠਿਆ ਔਰ ਐਡਾ ਰੌਲਾ ਪੈ ਗਿਆ ਇੰਡੀਆ ਕਿ ਨਹਿਰੂ ਹੈਡ ਟੂ ਅਗਰੀ ਕਿ 1953 ਰੀਆਰਗਨਾਈਜੇਸ਼ਨ ਕਮਿਸ਼ਨ ਆਫ ਇੰਡੀਅਨ ਸਟੇਟਸ ਬਣ ਗਿਆ। ਉਸ ਕਮਿਸ਼ਨ ਨੇ ਸਾਰੇ ਇੰਡੀਆ ਦਾ ਟੂਰ ਸ਼ੁਰੂ ਕਰਤਾ ਤੇ ਉਹਦੇ 'ਚ ਫਿਰ ਉਹਦੀ ਰਿਪੋਰਟ 2 ਸਾਲ ਤੇ 2.5 ਸਾਲ ਲੱਗੇ ਰਿਪੋਰਟ ਆਉਣ। ਉਸ ਰਿਪੋਰਟ 'ਚ ਉਹਨੇ ਸਾਡੀ ਡਿਮਾਂਡ ਰਿਜੈਕਟ ਕਰਤੀ, ਪਰ ਨਾਲ ਸਾਡੇ ਖਿਲਾਫ ਕੀ ਕੀਤਾ ਉਹ ਮੈਂ ਸਮਝਦਾ ਕਈ ਵਾਰੀ ਤੁਹਾਡਾ ਫੋਰਮ ਮੈਂ ਅਪੀਲ ਵੀ ਕਰਦਾ ਕਦੇ ਕਿ ਇੱਕ ਵਾਰੀ ਇੱਕ ਸੈਮੀਨਾਰ ਹੋਰ ਕਰਾਓ ਕਿ ਕੀ ਪੈਪਸੂ ਟੁੱਟਣਾ ਚਾਹੀਦਾ ਸੀ, ਕੀ ਪੈਪਸੂ ਜੇ ਰਹਿ ਜਾਂਦਾ ਤਾਂ ਕੀ ਸਾਡੀ ਜਿਹੜੀ ਪੰਜਾਬੀ ਸੂਬੇ ਦੀ ਡਿਮਾਂਡ ਨਾਲੋਂ ਜ਼ਿਆਦਾ ਉਹ ਅਸਰਦਾਰ ਹੋਣਾ ਸੀ। ਇਹ ਬਹੁਤ ਵੱਡਾ ਇੱਕ ਮਿਊਟ ਪੁਆਇੰਟ ਹੈ ਜਿਹੜਾ ਅੱਜ ਤੱਕ ਡਿਸਕਸ ਨਹੀਂ ਹੋਇਆ ਕਿ ਪੈਪਸੂ ਵਿੱਚ ਸਿੱਖਾਂ ਦੀ ਆਬਾਦੀ ਤਕਰੀਬਨ 70-75% ਸੀ ਔਰ ਪਟਿਆਲਾ ਕੈਪੀਟਲ ਸੀ। ਪੰਜਾਬੀ ਅਫੀਸ਼ੀਅਲ ਲੈਂਗੁਏਜ ਪਟਿਆਲਾ ਸਟੇਟ ਤੋਂ ਚੱਲੀ ਆ ਰਹੀ ਸੀ ਔਰ ਸਾਰਾ ਇੱਕ ਪਾਸੇ ਸਿੱਖ ਅਫਸਰ, ਸਿੱਖ ਫੌਜਾਂ, ਸਿੱਖ ਪੁਲਿਸ ਕੰਪਲੀਟ ਸਨ। ਤੇ ਉਹ ਅਸੀਂ ਆਪਣੀ ਹਿੰਮਤ ਨਾਲ ਪੈਪਸੂ ਤੁਰਾਇਆ। ਕੁਝ ਉਹਦਾ ਜੋ ਰੋਲ ਪੈਪਸੂ ਕਾਂਗਰਸ ਵਾਲਿਆਂ ਦਾ ਹੈ ਕਿ ਉਹ ਵੀ ਕਹਿੰਦੇ ਛੇਤੀ ਇਹ ਤੋੜੋ ਤਾਂ ਕਿ ਅਸੀਂ ਪੰਜਾਬ ਵਿੱਚ ਆ ਕੇ ਆਪਣਾ ਰਾਜ ਇਹਨੂੰ ਲਾਈਏ। ਤਾਂ ਜਿਹੜੀ ਰੀਅਲਾਈਜੇਸ਼ਨ ਹੋਈ 1 ਨਵੰਬਰ 1956 ਨੂੰ ਪੈਪਸੂ ਮਰਜ ਕਰਤਾ ਗਿਆ ਪੰਜਾਬ ਵਿੱਚ। ਸੋ ਇਹ ਪੰਜਾਬ ਸਾਰਾ ਇਕੱਠਾ ਹੋ ਗਿਆ ਤੇ ਪੈਪਸੂ ਦੇ ਲੋਕ ਉਸ ਵੇਲੇ ਉਹ ਸਰ ਗਿਆਨ ਸਿੰਘ ਰਾਲੇਵਾਲਾ, ਉਸ ਵਕਤ ਅਕਾਲੀ ਦਲ, ਪੈਪਸੂ, ਕਿਉਂਕਿ ਉਹ ਚੀਫ ਮਿਨਿਸਟਰ ਵੀ ਰਹੇ। ਦੇਖੋ ਇੰਡੀਆ 'ਚ ਤੁਹਾਡੇ ਫੋਰਮ ਨੂੰ ਸ਼ਾਇਦ ਪਤਾ ਹੈ, ਮੈਂ ਇੱਕ ਵਾਰੀ ਪਹਿਲਾਂ ਇੱਕ ਚੈਨਲ ਤੇ ਬੋਲਿਆ ਵੀ ਹਾਂ ਕਿ ਜਦੋਂ 52 ਦੀਆਂ ਇਲੈਕਸ਼ਨ ਹੋਈਆਂ ਇੰਡੀਆ 'ਚ, ਅਕਾਲੀ ਦਲ ਅਕਾਲੀ ਦਲ ਲੜਿਆ। ਉਹ ਪਹਿਲੀ ਵਾਰ ਕਿ ਅਕਾਲੀ ਦਲ ਨੂੰ ਸਿੱਖਾਂ ਦੀਆਂ, ਵੇਖੋ ਜਦੋਂ ਪਾਕਿਸਤਾਨ ਸੀ ਨਾ ਉਦੋਂ ਜਦੋਂ ਇਲੈਕਸ਼ਨ ਹੁੰਦੀ ਸੀ ਅਸੈਂਬਲੀ ਦੀ ਤੇ ਸੈਂਟਰਲ ਅਸੈਂਬਲੀ ਦੀ, ਤਾਂ ਸਿੱਖ ਵੋਟ ਸਿੱਖ ਨੂੰ ਪਾਉਂਦਾ ਸੀ, ਰਿਜ਼ਰਵੇਸ਼ਨ ਸੀ, ਹਿੰਦੂ ਹਿੰਦੂ ਨੂੰ, ਮੁਸਲਮਾਨ ਮੁਸਲਮਾਨ। ਉਦੋਂ ਅਕਾਲੀ ਦਲ ਲੜਦਾ ਸੀ ਪਰ ਉਹ ਸਿਰਫ ਸਿੱਖ ਵੋਟਾਂ ਕਰਕੇ। ਲੇਕਿਨ ਇੰਡੀਆ ਜਾ ਕੇ ਇਹ ਖਤਮ ਹੋ ਗਿਆ, ਸਾਨੂੰ ਲੜਨਾ ਪਿਆ ਸਾਂਝੇ ਤੌਰ ਤੇ ਕਿ ਸਾਨੂੰ ਵੋਟ ਸਾਰੇ ਪਾਉਣ। ਤੇ ਜਿਹੜੀ 52 ਦੀ ਇਲੈਕਸ਼ਨ ਹੋਈ ਉਹਦੇ 'ਚ ਪੰਜਾਬ 'ਚ ਅਕਾਲੀ ਦਲ ਨੂੰ ਮਸਾਂ 20 ਤੋਂ ਵੀ ਘੱਟ ਸੀਟਾਂ ਆਈਆਂ। ਪਰ ਪੈਪਸੂ ਇੱਕੋ ਐਸੀ ਸਟੇਟ ਹੈ ਕਿ ਸਾਰੇ ਇੰਡੀਆ ਵਿੱਚ ਪਹਿਲੀ ਵਾਰ ਜੇ ਕਾਂਗਰਸ ਹਾਰੀ ਹੈ ਕਿਧਰੇ ਤਾਂ ਉਹ ਪੈਪਸੂ ਹਾਰੀ ਹੈ ਕਿ ਉੱਥੇ ਕਾਂਗਰਸ ਹਾਰ ਗਈ, ਅਕਾਲੀ ਵਜ਼ਾਰਤ ਬਣ ਗਈ, ਪਹਿਲੀ ਅਕਾਲੀ ਸਰਕਾਰ, ਰਾੜੇਵਾਲਾ ਸਰ ਗਿਆਨ ਸਿੰਘ ਉਹਦੇ ਚੀਫ ਮਿਨਿਸਟਰ ਬਣੇ। ਸੋ ਇਹ ਉਦੋਂ 52 'ਚ ਹੋਇਆ। ਸੋ ਜਦੋਂ ਇਹ 52 ਇਹ ਸਾਡੀ ਇਹ ਗੱਲ ਹੋ ਗਈ, ਇਹ ਇੱਕ ਗੱਲ ਇਤਿਹਾਸਕ ਪਹਿਲਾਂ ਸਾਨੂੰ ਕਦੀ ਭੁੱਲਣੀ ਨਹੀਂ ਚਾਹੀਦੀ ਕਿ ਸਿੱਖ ਕੌਮ ਨੂੰ ਲੀਡਰ ਮਿਲਿਆ ਮਾਸਟਰ ਤਾਰਾ ਸਿੰਘ। ਉਸ ਬਾਰੇ ਅੱਜ ਕੱਲ੍ਹ ਬੜੀਆਂ ਕਿਤਾਬਾਂ ਵੀ ਆ ਗਈਆਂ। ਲੇਟੈਸਟ ਕਿਤਾਬ ਹੁਣ ਇੱਕ ਪਟਿਆਲਾ ਯੂਨੀਵਰਸਿਟੀ ਨੇ ਛਾਪੀ, ਬੜੇ ਲੇਖ ਆਉਂਦੇ ਆ, ਬੜੀਆਂ ਆਰਟੀਕਲ ਆਉਂਦੀਆਂ। ਤਾਂ ਪ੍ਰਿਥੀਪਾਲ ਸਿੰਘ ਕਪੂਰ ਤੁਹਾਡੇ ਲੁਧਿਆਣੇ, ਇਹਨਾਂ ਨੇ 2-3 ਕਿਤਾਬਾਂ ਲਿਖੀਆਂ, ਹੀ ਇਜ਼ ਐਕਸਪਰਟ ਔਨ ਦਿਸ ਸਬਜੈਕਟ।
ਤੇ ਮਾਸਟਰ ਤਾਰਾ ਸਿੰਘ ਨੂੰ ਇਹ ਕ੍ਰੈਡਿਟ ਹੈ ਕਿ ਉਹ 1900 ਜਦੋਂ ਦੀ ਸ਼੍ਰੋਮਣੀ ਕਮੇਟੀ ਬਣੀ, ਜਿਹਦਾ ਕਿ ਹੁਣ 100 ਸਾਲਾ ਤੁਸੀਂ ਮਨਾ ਰਹੇ ਹੋ, ਉਸ ਦਿਨ ਤੋਂ ਹੀ ਅਕਾਲੀ ਲੀਡਰਸ਼ਿਪ ਵਿੱਚ ਦਾਖਲ ਹੋਏ ਤੇ ਹੌਲੇ ਹੌਲੇ ਕਰਦਿਆਂ 1930 ਦੇ ਕਰੀਬ ਆ ਕੇ ਉਹ ਸਾਡੇ ਸਮੁੱਚੀ ਕੌਮ ਦੇ ਵਾਹਦ ਲੀਡਰ ਬਣ ਗਏ। ਤੇ ਉਹਨਾਂ ਦੀ ਲੀਡਰਸ਼ਿਪ ਵਿੱਚ ਹੀ ਪਹਿਲੀਆਂ ਇਲੈਕਸ਼ਨਾਂ ਜਿਹੜੀਆਂ ਪੰਜਾਬ 'ਚ ਲੜੀਆਂ 1936 ਦੀਆਂ ਅਕਾਲੀ ਦਲ ਨੇ, ਉਸ ਤੋਂ ਬਾਅਦ 1945 'ਚ ਲੜੀਆਂ, ਉਹ ਵੀ ਮਾਸਟਰ ਤਾਰਾ ਸਿੰਘ ਦੇ ਹੁੰਦਿਆਂ ਲੜੀਆਂ। ਸਾਡੀ ਪਹਿਲੇ ਅਕਾਲੀ ਵਜ਼ੀਰ ਲਾਹੌਰ ਬਣੇ, ਸਰ ਬਲਦੇਵ ਸਿੰਘ ਬਣੇ, ਸਰ ਸਵਰਨ ਸਿੰਘ ਬਣੇ, ਇਹ ਮਾਸਟਰ ਤਾਰਾ ਸਿੰਘ ਨੇ ਬਣਾਏ। ਫਿਰ ਇਹ ਸਾਰਾ ਮਾਸਟਰ ਜੀ ਦੀ ਹਿੰਮਤ, ਇੰਡੀਆ ਪਾਰਟੀਸ਼ਨ ਹੋਈ, ਇਹ ਡਿਸੀਜਨ ਵੀ ਕਰਨ ਵਿੱਚ ਜਿਹੜੀ ਸਿੱਖ ਲੀਡਰਸ਼ਿਪ ਸੀ ਉਹ ਮਾਸਟਰ ਤਾਰਾ ਸਿੰਘ ਉਹਦੇ ਹੈਡ ਸਨ, ਗਿਆਨੀ ਕਰਤਾਰ ਸਿੰਘ ਵਾਲਾ ਉਹਦੇ ਨਾਲ ਐਡਵਾਈਜ਼ਰ ਸਨ। ਸੋ ਉਹ ਮਾਸਟਰ ਜੀ ਕੰਟੀਨਿਊਡ ਆਵਰ ਲੀਡਰ ਟਿਲ ਹੀ ਵਾਜ਼ ਆਊਟਸਟੇਡ ਬਾਈ ਅਕਾਲੀਜ਼। ਤੋ ਹੋਏ ਵੀ ਕਦੋਂ ਆ ਕੇ, ਜਦੋਂ ਪੰਜਾਬੀ ਸੂਬੇ ਦੀ ਸਾਡੀ ਪ੍ਰਾਪਤੀ ਹੋਣ ਵਾਲੀ ਸੀ, ਉਸ ਤੋਂ ਕੁਝ ਮਹੀਨਾ ਪਹਿਲਾਂ ਸਾਡੇ ਲੀਡਰਾਂ ਨੇ on various reasons which I don't want to explain here, without reason, without fault, he was removed and ਸੰਤ ਫਤਿਹ ਸਿੰਘ ਨੂੰ ਲਿਆ ਕੇ ਲੀਡਰ ਬਣਾਇਆ ਗਿਆ। ਸੋ ਇਹ ਜਿਹੜੀ ਮੈਂ ਅੰਦਰਾਂ ਤੋਂ ਗੱਲ ਸ਼ੁਰੂ ਕੀਤੀ ਕਿ ਅੰਦਰਾਂ ਜਦੋਂ ਬਣ ਗਿਆ, ਸਾਰਾ ਇੰਡੀਆ 'ਚ ਮੂਵਮੈਂਟਾਂ ਬਣੀਆਂ। ਉਸ ਤੋਂ ਸਭ ਤੋਂ ਵੱਡੀ ਮੂਵਮੈਂਟ ਹੋਈ ਮਹਾਰਾਸ਼ਟਰ ਦੀ। ਜਿਹੜਾ ਗੁਜਰਾਤ ਹੈ ਨਾ, ਇਹ ਪਹਿਲਾਂ ਬੰਬਈ ਵਿੱਚ ਸ਼ਾਮਲ ਸੀ, ਇਹ ਮਹਾਰਾਸ਼ਟਰ ਨਾਮ ਬਾਅਦ ਵਿੱਚ ਪਿਆ, ਪਹਿਲਾਂ ਨੂੰ ਬੰਬੇ ਪ੍ਰੋਵਿੰਸ ਕਹਿੰਦੇ ਸੀ। ਸੋ ਇਹ ਬਹੁਤ ਵੱਡੀ ਲੜਾਈ ਹੋਈ, ਬਹੁਤ ਇੰਨੀ ਫਾਈਟ ਹੋਈ ਕਿ ਸਾਡੇ ਤੋਂ ਹੀ ਵੱਧ ਅਖੀਰ ਗੁਜਰਾਤ ਔਰ ਬੰਬੇ ਦੋ ਡਿਵਾਈਡ ਹੋਏ ਔਰ ਦੋ ਬਣੇ। ਸੋ ਸਾਰਾ ਇੰਡੀਆ ਜਦੋਂ ਬਣ ਗਿਆ, ਮਾਸਟਰ ਤਾਰਾ ਸਿੰਘ ਜੀ ਦੀ ਇੱਕ ਬੜੀ ਸਿਫਤ ਹੈ, ਜਿੰਨੇ ਸੁਣ ਰਹੇ ਹੋ ਤੁਸੀਂ, ਕਿਉਂਕਿ ਤੁਸੀਂ ਸਾਰੇ ਇਸ ਵੇਲੇ ਪਬਲਿਕ ਲਾਈਫ ਵਿੱਚ ਹੋ। ਮਾਸਟਰ ਤਾਰਾ ਸਿੰਘ ਨੇ ਲਾਈਫ ਵਿੱਚ ਕਦੇ ਝੂਠ ਨਹੀਂ ਬੋਲਿਆ। ਜੋ ਉਹਦੇ ਦਿਲ ਸੀ ਉਹ ਲਿਖਦਾ ਵੀ ਸੀ, ਕਹਿੰਦਾ ਸੀ। ਵੇਖੋ ਹਰ ਬੰਦਾ, ਮੈਂ ਵੀ ਤੁਹਾਡੇ ਸਾਹਮਣੇ, ਸਾਡੇ ਮਨ 'ਚ ਕੁਛ ਹੋਵੇ ਕਹਿੰਦੇ ਹੋਰ ਹਾਂ, ਚਲਾਕੀ ਨਾਲ ਅਸੀਂ ਮੋੜ ਤੋੜ ਕੇ ਗੱਲ ਕਰਦੇ ਹਾਂ, ਹਮੇਸ਼ਾ ਅਸੀਂ ਆਪਣੀ ਗੱਲ ਛੁਪਾ ਕੇ ਆਪਣਾ ਕੰਮ ਕਰਾਉਣਾ ਚਾਹੁੰਦੇ ਹਾਂ। ਮਾਸਟਰ ਤਾਰਾ ਸਿੰਘ ਨੇ ਲਾਈਫ ਵਿੱਚ ਇੱਕੋ ਗੱਲ ਸੋਚੀ ਵੀ ਸੱਚ ਬੋਲੋ। ਉਹ ਗੁਰੂ ਦੇ ਜਿਹੜਾ ਸੰਦੇਸ਼ ਹੈ, ਉਹਨਾਂ ਨੇ ਇੱਕੋ ਗੱਲ ਕਹੀ ਕਿ ਇੰਡੀਆ ਗੌਰ ਜਦੋਂ ਬਣਿਆ, promise was given to us by Nehru and all the state including ਮਹਾਤਮਾ ਗਾਂਧੀ ਕਿ ਸਿੱਖਾਂ ਦਾ ਵਿਸ਼ਵਾਸ ਵਿੱਚ ਲੈ ਕੇ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਬਣੇਗਾ, ਸਿੱਖਾਂ ਦੀ ਹਰ ਗੱਲ ਮੰਨੀ ਜਾਏਗੀ। ਵੀ ਅਸ਼ੋਰ ਯੂ ਕਿ ਤੁਹਾਡੇ ਰਾਈਟਸ ਪ੍ਰੀਜ਼ਰਵ ਹੋਣਗੇ। ਜਦੋਂ ਭਰਾਵੋ ਕਨਸਟੀਟਿਊਸ਼ਨ ਬਣਿਆ, ਉਹ ਪਾਸ ਹੋਇਆ 1950। ਸਾਡੇ ਉਸ ਵੇਲੇ ਦੋ ਅਕਾਲੀ ਮੈਂਬਰ ਸਨ, ਸਰ ਹੁਕਮ ਸਿੰਘ, ਸਰ ਭੁਪਿੰਦਰ ਸਿੰਘ ਮਾਨ। ਸਿੱਖ ਮੈਂਬਰ ਹੋਰ ਵੀ ਸਨ, ਮੁਸਾਫਰਜੀਤ ਸਨ, ਬਲਦੇਵ ਸਿੰਘ ਸੀ, ਕਈ ਮੈਂਬਰ ਸਨ, ਸਰ ਸੁਚੇਤ ਸਿੰਘ ਸੀ ਕਪੂਰਥਲੇ ਦੇ, ਸਰ ਬਹਾਦਰ ਰਣਜੀਤ ਸਿੰਘ ਸੀ, ਕਈ ਮੈਂਬਰ ਹੋਰ ਸਨ। ਲੇਕਿਨ ਇਹ ਜਿਹੜੇ ਅਕਾਲੀ ਮੈਂਬਰ ਸਨ ਦੋਨੋਂ, ਦੇ ਰਿਫਿਊਜ਼ ਟੂ ਸਾਈਨ। ਹਰ ਮੈਂਬਰ ਨੇ ਕਨਸਟੀਟਿਊਸ਼ਨ ਤੇ ਸਾਈਨ ਕਰਨੇ ਸੀ ਜਦੋਂ ਪਾਸ ਹੋਇਆ। ਸਰ ਹੁਕਮ ਸਿੰਘ ਦੀ ਹਿਸਟੋਰਿਕ ਸਪੀਚ ਹੈ ਪਾਰਲੀ ਉਸ ਵਕਤ ਦੀ ਅਸੈਂਬਲੀ ਕਿ ਮੈਂ ਵਾਈ ਆਈ ਐਮ ਨਾਟ ਸਾਈਨਿੰਗ ਔਨ ਬਿਹਾਫ ਆਫ ਅਕਾਲੀ ਦਲ। ਅਕਾਲੀ ਦਲ ਮੀਨ ਸਿੱਖ। ਸੋ ਉਹਨਾਂ ਨੇ ਸਾਈਨ ਨਹੀਂ ਕੀਤੇ ਕਿ ਜੋ ਪ੍ਰੋਮਿਸ ਹੈ ਸਿੱਖਾਂ ਨਾਲ ਪੂਰੇ ਨਹੀਂ ਹੋਏ। ਉਹ ਸਪੀਚ ਕਦੇ, ਮੈਂ ਬੇਨਤੀ ਕਰਾਂਗਾ ਤੁਹਾਨੂੰ ਕਿ ਉਹ ਹਿਸਟੋਰਿਕ ਸਪੀਚ ਇੱਕ ਵਾਰੀ ਇਹ ਪਾਰਲੀਮੈਂਟ ਦੀ ਵੈਬਸਾਈਟ ਤੇ ਪਈ ਹੈ, ਉਹ ਕੱਢ ਕੇ ਪੜ੍ਹੋ ਤੇ ਸਰਕੂਲੇਟ ਕਰੋ ਤਾਂ ਕਿ ਤੁਹਾਡੇ ਮੈਂਬਰ ਸਾਰੇ ਉਹਨੂੰ ਪੜ੍ਹ ਸਕਣ। ਤੇ ਜਦੋਂ ਉਹਨਾਂ ਨੇ ਨਹੀਂ ਸਾਈਨ ਕੀਤੇ ਤਾਂ ਫਿਰ ਸਿੱਖਾਂ ਵਿੱਚ ਇੱਕ ਭਾਵਨਾ ਉਦੋਂ ਤੋਂ ਜਾਗ ਪਈ ਕਿ ਸਾਡੇ ਨਾਲ ਧੱਕਾ ਹੋਇਆ। ਸੋ ਜਿਹੜੀ ਸਾਡੀ ਇਹ ਪਾਲਿਸੀ ਆਫ ਕਨਫਰੰਟੇਸ਼ਨ ਹੈ ਸੈਂਟਰ ਨਾਲ, ਇਹ ਉਦੋਂ ਹੀ ਸ਼ੁਰੂ ਹੋ ਗਈ। ਫਸਟ ਅਰੈਸਟ ਆਫ ਮਾਸਟਰ ਤਾਰਾ ਸਿੰਘ 1949, ਜਿਵੇਂ ਇੰਦਰਪਾਲ ਨੇ ਹੁਣ ਦੱਸਿਆ, ਉਹ ਦਿੱਲੀ ਹੋਈ। 1949 ਮਾਸਟਰ ਤਾਰਾ ਸਿੰਘ ਵਾਂਟਡ ਟੂ ਹੋਲਡ a public meeting in Gurdwara Rakabganj. He was arrested outside ਨਰੇਲਾ ਸਟੇਸ਼ਨ। ਤੇ ਉਦੋਂ ਤੋਂ ਅਕਾਲੀ ਦਲ ਦਾ ਸੰਘਰਸ਼ ਸ਼ੁਰੂ ਹੋਇਆ, ਜਿਹੜਾ ਕਿ ਅਨਐਂਡਿੰਗ ਰਿਹਾ, ਅਨਐਂਡਿੰਗ। ਤੇ ਇਹ ਮਾਸਟਰ ਜੀ ਨੇ ਫਿਰ ਜਦੋਂ ਉਦੋਂ ਵਾਪਸ ਜੇਲ੍ਹ ਚੋਂ ਆਏ ਤਾਂ ਉਹਨਾਂ ਨੇ ਇੱਕ ਐਲਾਨ ਕੀਤਾ ਕਿ ਸਾਡੇ ਨਾਲ ਜੋ ਪ੍ਰੋਮਿਸ ਸੀ ਕਿ ਸਿੱਖਾਂ ਨੂੰ ਇਹ ਮਿਲੇਗਾ, ਤਾਂ ਮਾਸਟਰ ਜੀ ਨੇ ਉਸ ਵਕਤ ਇਹ ਡਿਮਾਂਡ ਸਿੱਖ ਸੂਬਾ, ਸਿੱਖਾਂ ਦੀ ਮੈਜੋਰਟੀ ਦਾ ਕੋਈ ਪ੍ਰੋਵਿੰਸ ਜਿੱਥੇ ਅਸੀਂ ਆਪਣੀ ਡਿਸੀਜਨ ਕਰ ਸਕੀਏ, ਮੈਜੋਰਟੀ ਸਾਡੀ ਹੋਵੇ, ਇਹ ਮਾਸਟਰ ਜੀ ਨੇ ਉਦੋਂ ਕਲੀਅਰ ਐਲਾਨ ਕੀਤਾ। ਪਰ ਜਦੋਂ ਉਹਨਾਂ ਦੇ ਐਡਵਾਈਜ਼ਰ ਕਈ ਸਨ ਨਾਲ, ਖਾਸ ਕਰਕੇ ਸਰ ਹੁਕਮ ਸਿੰਘ, ਉਹਨਾਂ ਸਾਰਿਆਂ ਨੇ ਫਿਰ ਇੱਕ ਮੀਟਿੰਗ ਕਰਕੇ ਫੈਸਲਾ ਕੀਤਾ
ਇਹਦਾ ਨਾਂ ਕੀ ਹੋਵੇ, ਤਾਂ ਉਦੋਂ ਨਾਂ ਇਹਦਾ ਪੰਜਾਬੀ ਸੂਬਾ ਰੱਖਤਾ ਗਿਆ। ਸੋ ਇਹ ਡਿਮਾਂਡ ਪੰਜਾਬੀ ਸੂਬਾ ਦੀ ਸਾਡੀ ਉਸ ਵਕਤ ਤੋਂ ਸ਼ੁਰੂ ਹੋ ਗਈ। ਔਰ ਜਦੋਂ ਇਹ ਪੈਪਸੂ ਟੁੱਟਿਆ, ਇਹਦੇ ਚੱਲਿਆ, ਉਦੋਂ ਅਕਾਲੀ ਦਲ ਸੰਘਰਸ਼ ਵਿੱਚ ਮੋਰਚੇ ਲਗਾਉਣਾ ਸ਼ੁਰੂ ਕਰਤੇ। ਔਰ ਇਹ ਮੋਰਚੇ ਉਦੋਂ ਲੱਗੇ 53 ਚ ਵੀ ਬੜੀ ਵੱਡੀ ਸਾਡੀ ਇਸ ਸਟੇਸ਼ਨ 'ਚ ਕੈਦ ਹੋਏ ਲੋਕ ਚਲਦੇ ਰਹੇ। ਇੰਨਾ ਸੰਘਰਸ਼ ਹੋਇਆ ਕਿ ਉਸ ਵਿੱਚ ਇੱਕ ਮਾਸਟਰ ਸਿੰਘ ਸਿਫਤ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ। ਮਾਸਟਰ ਜੀ ਕਹਿੰਦੇ ਨਾ, ਜਦੋਂ ਕੱਢੇ ਗਏ ਇਲਜ਼ਾਮ ਇਹ ਵੀ ਸੀ, ਇਹ ਤਾਂ ਜੀ ਟਰੇਡਰ ਹੈ, ਵਪਾਰੀ ਹੈ। ਮਾਸਟਰ ਜੀ ਜਦੋਂ ਕੋਈ ਡਿਮਾਂਡ ਲੈ ਕੇ ਦਿੱਲੀ ਆਉਂਦੇ, ਉਹ ਕਹਿੰਦੇ ਵੀ ਜੋ ਮਿਲਦਾ ਉਹ ਤੇ ਲੈ ਲਓ। ਤਾਂ ਉਹਨਾਂ ਦੀ ਇਹ ਬੜੀ ਹਿੰਮਤ ਸੀ ਔਰ ਸਿਆਣਪ ਸੀ ਕਿ ਉਹਨਾਂ ਨੇ ਸਲੋਲੀ ਪਹਿਲਾਂ ਰੀਜਨਲ ਫਾਰਮੂਲਾ ਲੈ ਲਿਆ। ਰੀਜਨਲ ਫਾਰਮੂਲਾ ਕੀ ਹੋਇਆ ਕਿ ਪੰਜਾਬ ਦੀ ਐਗਜ਼ਿਸਟਿੰਗ ਵਿੱਚ ਭੀਮ ਸੈਨ ਸੱਚਰ ਸੀ, CMC ਯਾਨੀ ਕਰਤਾਰ ਸਿੰਘ ਸੱਚਰ ਫਾਰਮੂਲੇ, ਇੱਕ ਹਿੰਦੀ ਸਪੀਕਿੰਗ ਏਰੀਆ ਹੋ ਗਿਆ, ਇੱਕ ਪੰਜਾਬੀ ਸਪੀਕਿੰਗ ਏਰੀਆ। ਸੋ ਪੰਜਾਬ ਨੂੰ ਮੰਨਣਾ ਪਿਆ there are two different regions। ਉਹਦੇ 'ਚ ਫਿਰ ਇੱਕ ਐਜੂਕੇਸ਼ਨ ਪਾਲਿਸੀ ਆ ਗਈ, ਪੰਜਾਬੀ ਕਿੱਥੇ, ਹਰਿਆਣਾ 'ਚ ਹਿੰਦੀ ਹੋ ਗਈ। ਸੋ ਇਹ ਇੱਕ ਉਦੋਂ ਹੀ ਫਾਰਮੂਲਾ ਬਣ ਗਿਆ। ਇਸ ਫਾਰਮੂਲੇ ਦੇ ਨਾਲ ਜਦੋਂ ਸੈਂਟਰ ਤੇ ਪ੍ਰੈਸ਼ਰ ਪਿਆ ਨਹਿਰੂ ਤੇ, ਉਹ ਫਿਰ ਮੰਨ ਗਿਆ। ਬੜੇ ਡੈਪੂਟੇਸ਼ਨ ਗਏ, ਉਹਨਾਂ ਡੈਪੂਟੇਸ਼ਨ ਪ੍ਰਿੰਸੀਪਲ ਜੋਤ ਸਿੰਘ ਵੀ ਗਿਆ, ਬਾਬਾ ਹਰਕ੍ਰਿਸ਼ਨ ਸਿੰਘ ਰਾੜੇਵਾਲਾ, ਇਹ ਵੱਡੇ ਡੈਲੀਗੇਸ਼ਨ ਗਏ। ਤਾਂ ਇੱਕ ਰੀਜਨਲ ਫਾਰਮੂਲਾ ਬਣਿਆ ਕਿ 2 ਰੀਜਨ ਬਣ ਦਿਓ। ਔਰ ਰੀਜਨਲ ਕਮੇਟੀਆਂ ਬਣ ਗਈਆਂ ਕਿ ਹਿੰਦੀ ਰੀਜਨ ਕਮੇਟੀ ਵੱਖਰੀ, ਪੰਜਾਬੀ ਜਿਹੜੀ ਰੀਜਨਲ ਕਮੇਟੀ ਸਾਡੀ ਬਣੀ, ਉਹਦਾ ਇੱਕ ਰਾਮਨਾਥ ਜੀ ਜੈਤੋ ਦੇ MLA ਸਨ ਕਾਂਗਰਸ, ਉਹ ਉਹਦੇ ਚੇਅਰਮੈਨ ਬਣੇ ਪਹਿਲੇ। ਇਹ ਰੀਜਨਲ ਕਮੇਟੀ ਬਣ ਗਈ। ਬੜੀ ਵੱਡੀ ਸਾਡੀ ਅਚੀਵਮੈਂਟ ਸੀ ਕਿ ਐਟਲੀਸਟ ਅਸੀਂ ਅੱਧਾ ਫਸਲਾ ਤੈਅ ਕਰ ਲਿਆ। ਸੋ ਇਹ ਗੱਲ ਚੱਲਦੀ ਰਹੀ। ਜਦੋਂ ਰੀਅਲਾਈਜੇਸ਼ਨ ਕਮਿਸ਼ਨ ਦੀ ਰਿਪੋਰਟ ਆ ਗਈ, ਇਹ 55 ਦੀ ਗੱਲ, ਤਾਂ ਉਦੋਂ ਮਾਸਟਰ ਸਿੰਘ ਨੇ ਮੋਰਚਾ ਲਾਇਆ, ਪੰਜਾਬੀ ਸੂਬਾ ਜ਼ਿੰਦਾਬਾਦ। ਬਹੁਤ ਵੱਡਾ ਮੋਰਚਾ ਲੱਗਿਆ, ਜਿਹਦੇ ਜਿੰਨੀ ਗਿਣਤੀ 'ਚ ਉਦੋਂ ਸਿੱਖ ਗਏ ਉਹ ਮੁੜ ਕੇ ਨਹੀਂ ਗਏ। ਇੰਨਾ ਵੱਡੀ ਇਹ ਸਾਡੀ ਮੂਵਮੈਂਟ ਚੱਲੀ ਕਿ ਜਿਸ ਦਾ ਕੋਈ ਅੰਤ ਨਹੀਂ। ਔਰ ਇਹਦੇ 'ਚ ਇੱਕ ਵੱਡੀ ਗੱਲ ਹੋਈ ਕਿ ਇੰਡੀਆ ਭਰ 'ਚੋਂ ਲੋਕ, ਚਾਹੇ ਕਲਕੱਤਾ ਚਾਹੇ UP ਹੈ, ਜਿੱਥੇ ਬਾਹਰੋਂ ਆ ਕੇ ਵੀ ਕੈਦ ਹੋਏ। ਔਰ ਉਹ ਮੂਵਮੈਂਟ ਚੱਲੀ, ਉਹਦੇ 'ਚ ਇੱਕ ਵਾਕਿਆ ਹੋ ਗਿਆ ਕਿ ਪੁਲਿਸ ਸਿੱਖ ਅਕਾਲੀਆਂ ਨੂੰ ਫੜਦੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਆ ਗਈ। ਸੱਚਰ ਸਾਹਿਬ ਚੀਫ ਮਿਨਿਸਟਰ ਸਨ। ਸੋ ਉਹ ਬੜਾ ਹੀ ਰੌਲਾ ਪੈ ਗਿਆ। ਨੈਜ਼ਮੀ ਸਿੱਖਾਂ ਦੇ ਇਤਿਹਾਸ ਵਿੱਚ ਪੁਲਿਸ ਦਾ ਐਂਟਰੀ ਦਰਬਾਰ ਸਾਹਿਬ, ਇਹ ਬੜੀ ਵੱਡੀ ਗੱਲ ਸੀ। ਤਾਂ ਸੱਚਰ ਸਾਹਿਬ ਦੀ ਬੜੀ ਸਿਫਤ ਹੈ, ਮੈਂ ਪਿੱਛੇ ਇੱਕ ਲੇਖ ਵੀ ਲਿਖਿਆ ਹੈ। ਉਹਨਾਂ ਨੇ ਦਰਬਾਰ ਸਾਹਿਬ ਆ ਕੇ ਮਾਫੀ ਮੰਗੀ ਕਿ ਇਹ ਗਲਤ, ਪੁਲਿਸ ਦੀ ਗਲਤੀ ਹੈ, ਮੈਂ ਮਾਫੀ ਮੰਗਦਾ। ਬਹੁਤ ਇਤਿਹਾਸਕ ਗੱਲ ਜੇ ਕਿ ਭੀਮ ਸੈਨ ਸੱਚਰ ਆਪ ਦਰਬਾਰ ਸਾਹਿਬ ਆ ਕੇ ਮਾਫੀ ਮੰਗਦਾ ਹੈ। ਪਰ ਉਹ ਮਾਫੀ ਮੰਗਣ ਨਾਲ ਉਹਨਾਂ ਦਾ ਨੁਕਸਾਨ ਹੋ ਗਿਆ ਕਿ ਜਿਹੜਾ ਉਹਨਾਂ ਦੇ ਉਲਟ ਗਰੁੱਪ ਸੀ, ਉਹਦਾ ਲੀਡਰ ਸੀ ਸਰਦਾਰ ਪ੍ਰਤਾਪ ਸਿੰਘ ਕੈਰੋਂ। ਸੋ ਪ੍ਰਤਾਪ ਸਿੰਘ ਕੈਰੋਂ ਵੀ ਸਾਰੇ ਦਿੱਲੀ ਪਹੁੰਚ ਗਏ ਕਿ ਦੇਖੋ ਇਹ ਤੇ ਬੜਾ ਪ੍ਰੋ ਅਕਾਲੀ ਹੈ, ਇਹਨਾਂ ਦਾ ਅਕਾਲੀ ਦਲ ਮੁੜ ਕੇ ਜੂੰਦਾ, ਅਸੀਂ ਤੇ ਮਾਰ ਰਹੇ ਸੀ। ਤਾਂ ਸੱਚਰ ਸਾਹਿਬ ਨੂੰ ਹਟਾ ਗਿਆ। ਪ੍ਰਤਾਪ ਸਿੰਘ ਕੈਰੋਂ ਜੀ 1956 ਵਿੱਚ ਆ ਕੇ ਪੰਜਾਬ ਦੇ ਚੀਫ ਮਿਨਿਸਟਰ ਬਣ ਗਏ। ਇਹ ਭਰਾਵੋ ਹੁਣ ਨੋਟ ਕਰ ਲਓ ਕਿ ਜਿਹੜੀ ਪੰਜਾਬੀ ਸੂਬਾ ਨਾ ਬਣਨ ਦੀ ਲਹਿਰ ਹੈ, ਰੋਕਣ ਦੀ ਲਹਿਰ ਦਾ ਆਗੂ ਸਾਡਾ ਆਪਣਾ ਐਕਸ ਅਕਾਲੀ MLA ਸਰਦਾਰ ਪ੍ਰਤਾਪ ਸਿੰਘ ਕੈਰੋਂ ਬਣ ਗਿਆ। ਤੇ ਇਹ ਬੜੀ ਵੱਡਾ ਸੰਘਰਸ਼ ਕੈਰੋਂ ਸਾਹਿਬ ਨੇ ਐਂਟੀ ਅਕਾਲੀ ਲਿਆ, ਜਿਹਦੇ 'ਚ ਕਿ ਅਕਾਲੀਆਂ ਤੇ ਬਹੁਤ ਬੜੇ ਜ਼ੁਲਮ ਹੋਏ, ਬੜਾ ਕੁਝ ਹੋਇਆ। ਉਹ ਮੈਂ ਡਿਟੇਲ ਨਹੀਂ ਜਾਂਦਾ, ਬੜੀਆਂ ਕਿਤਾਬਾਂ ਛਪੀਆਂ। ਲੇਕਿਨ ਉਹ ਜਦੋਂ ਸੰਘਰਸ਼ ਚੱਲਦਾ ਸੀ, ਉਹਦੇ 'ਚ ਸੰਤ ਫਤਿਹ ਸਿੰਘ ਮਾਸਟਰ ਜੀ ਆਪ ਲਿਆਏ, ਗੰਗਾ ਨਗਰ ਤੋਂ ਲਿਆਏ ਜੀ, ਕੀਰਤਨ ਬੜਾ ਅੱਛਾ ਕਰਦੇ ਨੇ, ਉਹਨਾਂ ਨੂੰ ਅੱਗੇ ਰੱਖਿਆ। ਉਹਨਾਂ ਨੇ ਆ ਕੇ ਮਾਸਟਰ ਸਿੰਘ ਨੂੰ ਅਰੈਸਟ ਕਰ ਲਿਆ ਗਿਆ ਧਰਮਸ਼ਾਲਾ ਜੇਲ੍ਹ, ਤੇ ਸੰਤ ਫਤਿਹ ਸਿੰਘ ਨੇ ਮਰਨ ਵਰਤ ਰੱਖਤਾ। ਇਹ ਮਰਨ ਵਰਤ ਜਦੋਂ ਬੜਾ ਕੁਝ ਦਿਨ ਲੰਘ ਗਏ ਤਾਂ ਇਹ ਡਰ ਹੋ ਗਿਆ ਕਿ ਜੇ ਕੁਝ ਹੋ ਗਿਆ ਤੇ ਪੰਜਾਬ ਅੱਗ ਲੱਗ ਜਾਏਗੀ। ਕੈਰੋਂ ਸਾਹਿਬ ਨੇ ਇੱਕ ਬੜੀ ਭਾਰੀ ਚਲਾਕੀ ਕੀਤੀ, ਮੈਂ ਉਸ ਦੇ ਪਿੱਛੇ ਬੋਲਿਆ, ਬੜੀ ਉਸ ਤੇ ਬਹਿਸ ਇੰਟਰਨੈਸ਼ਨਲ ਹੋਈ ਕਿ ਕੈਰੋਂ ਸਾਹਿਬ ਨੇ ਮਾਸਟਰ ਸਿੰਘ ਨੂੰ ਰਿਲੀਜ਼ ਕਰਤਾ ਇਸ ਨਾਲ ਕਿ ਇੱਕ ਤੀਰ ਨਾਲ 2 ਸ਼ਿਕਾਰ, ਕਿ ਜੇ ਤੇ ਬਾਹਰ ਆ ਕੇ ਸੰਤ ਫਤਿਹ ਸਿੰਘ ਦੀ ਡੈਥ ਹੁੰਦੀ ਹੈ ਤੇ ਉਹ ਮਾਸਟਰ ਸਿੰਘ ਹੁੰਦੇ ਲੋਕ ਕਹਿਣਗੇ ਮਾਸਟਰ ਜੀ ਨੇ ਇੰਟਰਵਿਊ ਕਿਉਂ ਨਹੀਂ ਕੀਤਾ, ਕਿ ਮਾਰ ਗਏ। ਤੇ ਜੇ ਉਹ ਰੋਕਦੇ ਆ ਤਾਂ ਵੀ ਮਾਸਟਰ ਸਿੰਘ ਜ਼ਿੰਮੇਵਾਰ। ਸੋ ਗੱਲ ਉਹੀ ਹੋਈ, ਲੋਕਾਂ ਨੇ ਇੰਨਾ ਪ੍ਰੈਸ਼ਰ ਪਾਇਆ ਮਾਸਟਰ ਜੀ ਤੇ, ਸੰਤ ਨੂੰ ਬਚਾਓ, ਸੰਤ ਨੂੰ ਬਚਾਓ। ਉਹ ਹੀ ਸੰਤ ਨੂੰ ਬਚਾਉਂਦੇ ਮਾਸਟਰ ਸਿੰਘ
ਆਪ ਮਰਨ ਵਰਤ ਰੱਖ ਲਿਆ, ਸੰਤ ਨੂੰ ਉਠਾਤਾ। ਉਹ ਮਾਸਟਰ ਸਿੰਘ ਵਰਤ ਸਿਰੇ ਨਾ ਚੜਿਆ, ਜਿਹਦੇ ਚ ਕਿ ਮਾਸਟਰ ਜੀ ਦੇ ਖਿਲਾਫ ਬਹੁਤ ਵੱਡਾ ਅਕਾਲ ਤਖਤ ਤੋਂ ਹੁਕਮ ਵੀ ਹੋਇਆ, ਔਰ ਮਾਸਟਰ ਜੀ ਅਖੀਰ ਜਿਹੜੀ ਲੀਡਰਸ਼ਿਪ ਹੈ ਉਹ ਆ ਕੇ ਉਸ ਵਕਤ ਡਾਊਨਫਾਲ ਸ਼ੁਰੂ ਹੋ ਗਿਆ। ਔਰ ਉਹ ਡਾਊਨਫਾਲ ਦਾ ਐਂਡ ਕਿ ਇਹ ਉਮਰਾ ਨੰਗਲ, ਲਛਮਣ ਸਿੰਘ ਗਿੱਲ ਇਹਨੇ ਇਕੱਠੇ ਹੋ ਕੇ ਮਾਸਟਰ ਜੀ ਨੂੰ ਰਿਮੂਵ ਕਰਕੇ 2 ਅਕਾਲੀ ਦਲ ਬਣ ਗਏ, ਮਾਸਟਰ ਜੀ ਦਾ ਵੱਖਰਾ ਬਣ ਗਿਆ, ਇਹ ਵੱਖਰਾ ਬਣ ਗਿਆ। ਹੁਣ ਜਿਹੜੀ ਗੱਲ ਮੈਂ ਇਹਨੂੰ ਲੰਬੀ ਬੋੜੀ ਕਰ ਗਿਆ, ਪਰ ਤੁਹਾਨੂੰ ਕੋਈ ਲੋੜ ਸੀ ਇਸ ਗੱਲ ਦੀ ਕਿ ਜਦੋਂ ਫਿਰ ਇਹ ਰੀਜਨਲ ਫਾਰਮੂਲਾ ਬਣਿਆ ਸੀ, ਉਹਦੇ 'ਚ ਇੱਕ ਘਟਨਾ ਹੋਈ, ਨੋਟ ਕਰਿਓ ਕਿ 1957 ਵਿੱਚ ਸਾਰਾ ਅਕਾਲੀ ਦਲ ਕਾਂਗਰਸ ਵਿੱਚ ਸ਼ਾਮਲ ਹੋ ਗਿਆ, ਔਰ ਜਿਹੜੀ ਇਲੈਕਸ਼ਨ ਹੋਈ ਹੈ ਮਾਰਚ 57 ਦੀ, ਉਹਦੇ 'ਚ ਜਿਤਨੇ ਅਕਾਲੀ ਸਨ ਉਹ ਕਾਂਗਰਸ ਟਿਕਟ ਤੇ ਲੜੇ, ਇਨਕਲੂਡਿੰਗ ਸਰ ਪ੍ਰਕਾਸ਼ ਸਿੰਘ ਬਾਦਲ, ਸਰ ਆਤਮਾ ਸੀ, ਜਿੰਨੇ ਲੀਡਰ ਸਨ ਦੇ ਵਰ ਆਨ ਕਾਂਗਰਸ ਟਿਕਟ। ਤੇ ਬਾਦਲ ਸਾਹਿਬ ਦੀ ਪਹਿਲੀ ਐਂਟਰੀ ਐਜ਼ ਕਾਂਗਰਸ MLA, ਲੇਕਿਨ ਇਹ ਥੋੜੇ ਦੇਰ ਨਾ ਚੱਲੀ, ਉਦੋਂ ਮਾਸਟਾਰਾ ਸਿੰਘ ਫਿਰ ਰੌਲਾ ਪਾਇਆ, ਤਾਂ ਫਿਰ ਇਹ ਵਾਪਸ ਇਹ ਬਾਹਰ ਆ ਗਏ, ਤੇ ਇਹ ਗੱਲ ਬੜੀ ਫਿਰ ਦੁਬਾਰਾ ਅਕਾਲੀ ਦਲ ਵੱਖ ਹੋ ਗਿਆ। ਪਰ ਕਈ ਇਹ ਇੱਕ ਤੁਹਾਨੂੰ ਲੋੜ ਹੈ ਰਿਸਰਚ ਕਰਨ ਦੀ ਕਿ ਕਿੰਨੇ MLA, ਮੇਰੇ ਘਰ ਹਾਰਡਲੀ ਆਤਮਾ ਸਿੰਘ ਤੇ ਹਰਗੁਰਨਾਥ ਸਿੰਘ, 1-2 ਹੋਰ ਆਏ, ਬਾਕੀ ਸਾਰੇ ਕਾਂਗਰਸੀ 'ਚ ਰਹੇ, ਪਰ ਇਹ ਗੱਲ ਚੱਲਦੀ ਰਹੀ। ਲੇਕਿਨ ਭਰਾਵੋ ਜਿਹੜਾ ਪੰਜਾਬੀ ਸੂਬਾ ਬਣਦਾ ਹੈ, ਮੈਂ ਹੁਣ ਉਸ ਵੱਲ ਨਾ, ਉਹ ਕਿਵੇਂ ਬਣ ਗਿਆ, ਉਹਦੇ 2 ਰੀਜ਼ਨ ਹੋਏ। ਪੰਡਿਤ ਨਹਿਰੂ ਸਾਰੀ ਉਮਰ ਐਂਟੀ ਪੰਜਾਬੀ ਸੂਬਾ ਰਿਹਾ, ਉਹ ਮਰਦੇ ਦਮ ਤੱਕ ਕਹਿੰਦਾ ਸੀ ਇਹ ਪੰਜਾਬ ਹੀ ਪੰਜਾਬੀ ਸੂਬਾ ਹੈ, ਕਿਉਂ ਮੰਗਦੇ ਹੋ। ਉਹਦੀ ਡੈਥ ਹੋ ਗਈ ਮਈ 1964 ਵਿੱਚ। ਪੰਡਿਤ ਜੀ ਦੀ ਡੈਥ ਤੋਂ ਬਾਅਦ ਸ਼ਾਸਤਰੀ ਜੀ ਆ ਗਏ ਪ੍ਰਾਈਮ ਮਿਨਿਸਟਰ। ਉਦੋਂ ਸਰ ਹੁਕਮ ਸਿੰਘ ਸਪੀਕਰ ਬਣ ਗਏ ਲੋਕ ਸਭਾ ਦੇ। ਬੜੀ ਵੱਡੀ ਇਤਿਹਾਸਕ ਗੱਲ ਜੇ, ਸਰ ਹੁਕਮ ਸਿੰਘ ਲੋਕ ਸਭਾ ਦੇ ਸਪੀਕਰ ਬਣੇ, ਔਰ ਬੜੀ ਵੱਡੀ ਸਾਡੀ ਇਹ ਪ੍ਰਾਪਤੀ ਹੈ। ਤਾਂ ਹੁਕਮ ਸਿੰਘ ਜੀ ਨੇ ਜਦੋਂ ਸ਼ਾਸਤਰੀ ਜੀ ਪ੍ਰਾਈਮ ਮਿਨਿਸਟਰ ਆਏ, ਤਾਂ ਬੜੀ ਇੱਕ ਉਸ ਵਕਤ ਇੱਕ ਤੇ 65 ਦੀ ਵਾਰ ਸ਼ੁਰੂ ਹੋ ਗਈ ਪਾਕਿਸਤਾਨ ਨਾਲ। ਉਹਦੇ 'ਚ ਬਹੁਤ ਵੱਡਾ ਰੋਲ ਪੰਜਾਬ ਦਾ ਸੀ, ਪੰਜਾਬ ਦੇ ਅਫਸਰਾਂ ਦਾ ਸੀ, ਪੰਜਾਬ ਦੇ ਫੌਜ ਦਾ ਸੀ, ਜਨਰਲ ਆਪਣਾ ਏਅਰ ਮਾਰਸ਼ਲ ਅਰਜਨ ਸਿੰਘ, ਜਨਰਲ ਬਖਸ਼ ਸਿੰਘ। ਤਾਂ ਇਹ ਬੜੀ ਚਰਚਾ ਸਾਡੇ ਹੱਕ 'ਚ ਹੋਈ। ਤਾਂ ਉਸ ਵਕਤ ਫਿਰ 65 ਦੀ ਜੰਗ ਵਿੱਚ ਇੱਕ ਕਮੇਟੀ ਬਣਾਤੀ ਪਾਰਲੀਮੈਂਟ ਨੇ ਕਿ ਇੱਕ ਪੰਜਾਬੀ ਦੀ ਜੀ ਮੰਗ ਹੈ, ਇਹਨੂੰ ਦੁਬਾਰਾ ਸੁਣੇ, ਔਰ ਉਸ ਕਮੇਟੀ ਦੇ ਚੇਅਰਮੈਨ ਸਰ ਹੁਕਮ ਸਿੰਘ ਬਣ ਗਏ। ਸੋ ਉਹ ਕਮੇਟੀ ਜਿਹੜੀ ਹੈ, ਜਿਹਦੇ ਸਰ ਹੁਕਮ ਸਿੰਘ ਚੇਅਰਮੈਨ ਸਨ, ਉਸ ਨੇ ਰਿਪੋਰਟ ਦੇ ਦਿੱਤੀ ਕਿ ਪੰਜਾਬ ਨੂੰ ਵੰਡਿਆ ਜਾਏ ਔਰ ਇਹ ਪੰਜਾਬੀ ਸੂਬਾ ਬਣਾਇਆ ਜਾਏ। ਉਹ ਪਾਰਲੀਮੈਂਟ ਨੇ ਪਾਸ ਕਰਤਾ। ਉਸ ਕਰਕੇ ਫਿਰ ਇਹ ਕਮੇਟੀ ਬਣੀ, ਤੇ ਉਹ ਕਮੇਟੀ ਬਣਨ ਤੋਂ ਬਾਅਦ ਇੱਕ ਫਿਰ ਕਮਿਸ਼ਨ ਬਣ ਗਿਆ ਡਿਵੀਜ਼ਨ ਕਰਨ ਲਈ। ਜਿਹੜਾ ਹੁਣ ਪੰਜਾਬ ਵੰਡਿਆ ਗਿਆ ਨਾ, ਉਸ ਕਮਿਸ਼ਨ ਨੇ ਵੰਡਿਆ, ਉਹ ਵੱਖਰਾ ਕਮਿਸ਼ਨ ਹੈ। ਉਹਦੇ 'ਚ ਸਾਡੀਆਂ ਖਿਲਾਫ ਕਈ ਫੈਸਲੇ, ਜਿਵੇਂ ਮਨੀ ਮਾਜਰਾ, ਪੰਜਾਬ, ਕਈ ਇਲਾਕੇ ਪੰਜਾਬੀ ਦੇ ਨਿਕਲ ਗਏ, ਉਹ ਇੱਕ ਵੱਖਰੀ ਗੱਲ ਹੈ। ਲੇਕਿਨ ਇਹ ਜਿਹੜੀ ਪ੍ਰਾਪਤੀ ਹੈ ਪੰਜਾਬੀ ਸੂਬਾ ਦੀ, ਉਹਦੇ 2 ਰੀਜ਼ਨ, ਪਹਿਲਾ ਕਿ ਜੰਗ ਹੋਣਾ, ਦੂਜਾ ਸਰ ਹੁਕਮ ਸਿੰਘ ਦੀ ਕਮੇਟੀ ਬਣਨਾ, ਤੀਜਾ ਸ਼ਾਸਤਰੀ ਦੀ ਡੈਥ ਹੋ ਗਈ, ਤੇ ਜਨਵਰੀ 66 'ਚ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਬਣ ਗਈ। ਸੋ ਇੰਦਰਾ ਗਾਂਧੀ ਨੂੰ ਇੱਕ ਕ੍ਰੈਡਿਟ ਜਾਂਦਾ ਹੈ ਕਿ ਜਦੋਂ ਪ੍ਰਾਈਮ ਮਿਨਿਸਟਰ ਬਣੀ 66 ਵਿੱਚ, ਤਾਂ ਉਹਨੇ ਸਰ ਹੁਕਮ ਸਿੰਘ ਦੀ ਕਮੇਟੀ ਔਰ ਅਰਜਨ ਦੀ ਮਦਦ ਕਰਕੇ ਪੰਜਾਬੀ ਸੂਬਾ ਬਣਾਉਣ 'ਚ ਉਦੋਂ ਸਾਡੀ ਹੈਲਪ ਕੀਤੀ। ਸ਼ੀ ਵੈਂਟ ਬਈ ਸ਼ੀ ਡਿਡਨਟ ਡੂ ਐਨੀਥਿੰਗ ਅਗੇਂਸਟ ਇਟ। ਸੋ ਇੰਦਰਾ ਦਾ ਉਹ ਰੋਲ ਜਿਹੜਾ ਸੀ ਕਿ ਪੰਜਾਬ ਵਿੱਚ ਬਣੇ, ਸਿੱਖਾਂ ਨੂੰ ਖੁਸ਼ ਕਰਨਾ ਕਰੋ, ਸੋ ਸ਼ੀ ਵਾਜ਼ ਆਲ ਫਾਰ ਇਟ। ਔਰ ਉਹਦੇ ਹੁੰਦਿਆਂ ਹੀ ਪੰਜਾਬ ਡਿਵਾਈਡ ਹੋਇਆ, ਉਹਦੀ ਆਪਣੀ ਮਰਜ਼ੀ ਨਾਲ, ਕਿਉਂਕਿ ਪਾਰਲੀਮੈਂਟ 'ਚ ਐਕਟ ਬਣਿਆ 65 ਜਿਹੜੀ ਐਕਟ ਪਾਸ ਹੋਇਆ, ਤੋਂ ਇਹ ਬਣਿਆ। ਲੇਕਿਨ ਸਾਡਾ ਜਿਹੜੀ ਪੰਜਾਬੀ ਸੂਬੇ ਦੀ ਘਾਟ ਰਹਿ ਗਈ, ਜਿਹੜਾ ਕਿ ਤੁਹਾਡਾ ਫੋਰਮ ਚਾਹੁੰਦਾ ਹੈ, ਉਹ ਕਿਵੇਂ ਰਹਿ ਗਈ ਕਿ ਸੰਤ ਫਤਿਹ ਸਿੰਘ ਜੀ ਸਾਡੇ ਲੀਡਰ ਸਨ, ਮਾਸਟਾਰਾ ਸਿੰਘ ਜੀ ਸਨ, ਪਰ ਉਹਨਾਂ ਦੀ ਕੋਈ ਪਾਵਰ ਨਹੀਂ ਸੀ। ਜਿਹੜੀ ਡਿਮਾਰਕੇਸ਼ਨ ਹੋਣੀ ਹੈ ਪੰਜਾਬ ਦੀ, ਉਦੋਂ ਸੰਤ ਫਤਿਹ ਸਿੰਘ ਜੀ ਲੰਡਨ ਚਲੇ ਗਏ, ਔਰ ਭਾਰਤ ਸਰਕਾਰ ਨੇ ਬੜੀ ਇੱਕ ਚਲਾਕੀ ਕੀਤੀ ਕਿ ਸੰਤਾਂ ਦੀ ਵਡਿਆਈ ਕਰੋ। ਲੰਡਨ ਵਿੱਚ ਜਦੋਂ ਗਏ, ਇੰਡੀਅਨ ਹਾਈ ਕਮਿਸ਼ਨਰ ਨੇ ਇਤਨਾ ਸਵਾਗਤ ਕਰਾਇਆ ਸੰਤ ਜੀ ਦਾ ਕਿ ਸੰਤ ਜੀ ਨੂੰ ਇਸ ਤਰ੍ਹਾਂ ਪ੍ਰੂਵ ਕਰਤਾ ਗਿਆ ਕਿ ਵਿਨੋਬਾ ਭਾਵੇ ਵਾਂਗੂ ਇੰਡੀਆ ਦੇ ਮਹਾਨ ਨੇਤਾ, ਮਹਾਨ ਸੰਤ, ਤੋਂ ਸੰਤ ਜੀ ਦੀ ਬੜੀ ਵਡਿਆਈ ਹੋਈ। ਤੇ ਸੰਤ ਜੀ ਭੁੱਲ ਹੀ ਗਏ ਕਿ ਮੈਂ ਕੋਈ ਰੋਲ ਪਲੇ ਕਰਾਂ ਡਿਮਾਰਕੇਸ਼ਨ 'ਚ, ਵੀ ਕਿਹੜਾ ਇਲਾਕਾ ਪੰਜਾਬ 'ਚ ਰਵੇ। ਇਹਨਾਂ ਇੱਕ ਵਾਰੀ ਵੀ ਇੰਦਰਾ ਗਾਂਧੀ ਨਾਲ ਮੁਲਾਕਾਤ ਨਹੀਂ ਕੀਤੀ। ਜਦੋਂ ਤੁਹਾਡੇ ਵਰਗੇ ਲੋਕ ਉਹਨਾਂ ਕੋਲ ਗਏ, ਸੰਤ ਜੀ ਇਹ ਪਹਾੜ ਦਾ ਇਲਾਕਾ ਕਾਂਗੜਾ ਸਿੱਖਾਂ ਦਾ ਹੀ ਹੈ, ਇਹ ਕਸੌਲੀ ਤੇ ਪਟਿਆਲੇ ਦਾ ਸੀ, ਉਹ ਭਰਾਵੋ ਅਸੀਂ ਤੇ ਰੇਗਿਸਤਾਨ 'ਚੋਂ ਆਏ,
ਅਸੀਂ ਕੀ ਲੈਣਾ ਤੋਂ ਜਵਾਬ ਦਿੱਤਾ। ਇਹ ਸਾਡਾ ਜਿਹੜੀ ਡਿਵੀਜ਼ਨ ਹੋਈ ਇਹ ਸੰਤ ਫਤਿਹ ਸਿੰਘ ਜੀ ਦੀ ਕਮਜ਼ੋਰੀ ਜਾਂ ਮੈਂ ਸਮਝਦਾ ਕਿ ਟੋਟਲ ਅਵੇਸਿਵਨੈਸ, ਹੀ ਡਿਡਨਟ ਪੁੱਟ ਐਨੀ ਡਿਮਾਂਡ ਔਰ ਐਨੀ ਪ੍ਰੈਸ਼ਰ ਕਿ ਪੰਜਾਬ ਨੂੰ ਇਹ ਇਲਾਕਾ ਵੀ ਹੋਰ ਦੇ ਦਿਓ। ਤੇ ਸਾਡੀ ਬੜੀ ਬਦਕਿਸਮਤੀ ਕਿ ਪੰਜਾਬੀ ਸਪੀਕਿੰਗ ਜਿਹੜੇ ਚੰਗੇ ਚੰਗੇ ਏਰੀਆ, ਇਹ ਅੰਬਾਲਾ ਜ਼ਿਲ੍ਹਾ ਸਾਰਾ ਹੀ ਪੰਜਾਬੀ ਸੀ। ਮੈਨੂੰ ਯਾਦ ਹੈ ਵਿਸ਼ਵਨਾਥ ਤਿਵਾੜੀ ਵਿਚਾਰਾ ਮਰ ਗਿਆ, ਉਹਨੇ ਪੂਰਾ ਜ਼ੋਰ ਲਾਇਆ ਇਹ ਪ੍ਰੂਵ ਕਰਨ ਨੂੰ ਕਿ ਇਹ ਇਲਾਕਾ ਪੰਜਾਬੀ ਹੈ, ਪੰਫਰਟ ਲਿਖੇ, ਆਵਾਜ਼ ਉਠਾਈ। ਸੋ ਇਹ ਸਾਡਾ ਡਿਵੀਜ਼ਨ ਹੋਈ ਜਿਹਦੇ 'ਚ ਪੰਜਾਬ ਉਸ ਵਕਤ ਤੋਂ ਇਹ ਰੋ ਰਿਹਾ ਕਿ ਚੰਡੀਗੜ੍ਹ ਸਾਡੇ ਤੋਂ ਲੈ ਲਿਆ ਗਿਆ, ਪਾਣੀ ਸਾਡੇ ਜੋੜ ਤੇ ਗਏ, ਹਾਈ ਕੋਰਟ ਜੋੜਤੀ ਗਈ। ਸੋ ਬੜੇ ਡਿਸੀਜਨ ਸਾਡੇ ਖਿਲਾਫ ਹੋਏ ਜਿਹੜੇ ਅੱਜ ਤੱਕ ਪੈਂਡਿੰਗ ਹੈ, ਇਹ ਨਹੀਂ ਹੋਏ। ਸੋ ਮੈਂ ਇਹ ਸਮਝਦਾ ਕਿ ਜਿਹੜੀ ਫਾਰਮੇਸ਼ਨ ਆ ਪੰਜਾਬੀ ਸੂਬਾ ਉਦੋਂ ਤੋਂ ਲੈ ਕੇ ਹੁਣ ਤੱਕ, ਉਹਦੇ 'ਚ ਸਾਡੀ ਲੀਡਰਸ਼ਿਪ ਕਮਜ਼ੋਰੀ ਕਿ ਉਹ ਉਸ ਵਕਤ ਆਪਣਾ ਵਿਊ ਪੁਆਇੰਟ ਦੇ ਨਹੀਂ ਸਕੀ ਤੇ ਅਸੀਂ ਆਪਣੀ ਅਚੀਵਮੈਂਟ ਕਰ ਨਹੀਂ ਪਾਏ। ਜਿਹੜਾ ਇਹ ਇਤਿਹਾਸ ਹੈ ਉਸ ਤੋਂ ਬਾਅਦ ਦਾ, ਪੰਜਾਬੀ ਸੂਬਾ ਬਣਨ ਤੋਂ ਬਾਅਦ ਦਾ, ਉਹ ਇੱਕ ਵੱਖਰਾ ਚੈਪਟਰ ਹੈ। ਉਹ ਫੇਲਿਅਰ ਦੇਖੋ, ਜਦੋਂ ਸਿੱਖ ਮੈਜੋਰਟੀ ਸਟੇਟ ਬਣ ਗਈ, ਮਾਸਟਰ ਸਿੰਘ ਜੀ ਤੇ ਇੱਕੋ ਹੀ ਮੰਗ ਸੀ ਕਿ ਸਿੱਖ ਮੈਜੋਰਟੀ ਸਟੇਟ ਬਣੇ, ਜਿੱਥੇ ਸਿੱਖਾਂ ਦੀ ਆਬਾਦੀ ਹੁਣ ਜਿਹੜੀ ਹੈ ਉਹ ਪੰਜਾਬ ਦੀ 55% ਦੇ ਕਰੀਬ ਹੈ। ਤੇ ਨੈਚੁਰਲੀ ਵੀ ਸਿੱਖਾਂ ਦੀ ਸੇਵਾ ਹੋਏਗੀ। ਮਾਸਟਰ ਜੀ ਦੇ ਇੱਕੋ ਡਿਮਾਂਡ ਕਰਕੇ ਉਹ ਇਸ ਗੱਲ ਤੋਂ ਕਦੇ ਉਹਨਾਂ ਨੇ ਨਾ ਨਹੀਂ ਕੀਤੀ। ਲੇਕਿਨ ਕੀ ਪੰਜਾਬੀ ਸੂਬਾ ਬਣਨ ਤੋਂ ਬਾਅਦ ਸਿੱਖਾਂ ਦੀਆਂ ਭਾਵਨਾਵਾਂ ਜਿੰਨੀਆਂ ਸਰਕਾਰਾਂ ਆਈਆਂ ਸਾਡੀਆਂ ਉਹ ਪੂਰੀਆਂ ਉਤਰੀਆਂ। ਪਹਿਲਾਂ ਸਾਡਾ ਚੀਫ ਮਿਨਿਸਟਰ ਜਸਟਿਸ ਗੁਰਨਾਮ ਸਿੰਘ ਬਣਿਆ, ਫਿਰ ਲਛਮਣ ਸਿੰਘ ਗਿੱਲ ਆਏ, ਉਹਨੇ ਪੰਜਾਬੀ ਲਾਗੂ ਕੀਤੀ, ਫਿਰ ਗੁਰਨਾਮ ਸਿੰਘ ਜੀ ਆਏ, ਫਿਰ ਸਰਕਾਰ ਸਿੰਘ ਬਾਦਲ ਆਏ, ਫਿਰ ਉਹ ਕਈ ਵਾਰ ਆਏ, ਉਹਨਾਂ ਵਿੱਚ ਸੁਰਜੀਤ ਸਿੰਘ ਬਰਨਾਲਾ ਵੀ ਇੱਕ ਵਾਰੀ ਆਏ। ਬਾਕੀ ਦੇ ਕਾਂਗਰਸ ਦੀਆਂ ਸਰਕਾਰਾਂ ਹੀ ਚਲਦੀਆਂ ਰਹੀਆਂ ਬਹੁਤ ਦੇਰ। ਲੇਕਿਨ ਇਹ ਜੋ ਇਸ਼ੂ ਹੈ, ਮੈਂ ਸਮਝਦਾ ਇਸ ਤੇ ਇੱਕ ਵੱਖਰੀ ਬਹਿਸ ਹੋਣੀ ਚਾਹੀਦੀ ਹੈ ਕਿ ਇੱਥੇ ਸਾਡਾ ਫੇਲਿਅਰ ਕੀ ਹੈ, ਇੱਥੇ ਕਿੱਥੇ ਅਸੀਂ ਹਾਰੇ, ਇੱਥੇ ਕੀ ਗਲਤੀਆਂ ਕੀਤੀਆਂ ਕਿ ਅੱਜ ਪੰਜਾਬੀ ਲੈਂਗੁਏਜ ਦਾ ਇਹ ਹਾਲ ਹੈ। ਮਨ ਮਾਫ ਕਰਿਓ, ਤੁਸੀਂ ਲੋਕਾਂ ਨੂੰ ਤਾਂ ਕੋਸਦੇ ਹੋ ਕਿ ਜੀ ਪੰਜਾਬੀ ਪੰਜਾਬੀ ਪੰਜਾਬੀ, ਪਰ ਪੰਜਾਬੀ ਨੂੰ ਜੇ ਮੈਂ ਸਮਝਦਾ ਨੁਕਸਾਨ ਹੋਇਆ ਤੇ ਸਿੱਖਾਂ ਦੇ ਘਰਾਂ 'ਚ ਹੋਇਆ। ਜਿਹੜਾ ਵੀ ਇੱਕ ਵੱਡਾ ਅਮੀਰ ਹੁੰਦਾ ਬੱਚੇ ਨੂੰ ਇੰਗਲਿਸ਼ ਸਪੀਕਿੰਗ ਸਕੂਲ ਭੇਜਦਾ, ਤੇ ਘਰ ਵੀ ਮੈਂ ਬੜੇ ਵੱਡੇ ਜਾਣਾ, ਉਹ ਬੱਚੇ ਨੂੰ ਨਾ ਮਾਂ ਦੀ ਪੰਜਾਬੀ ਸਿਖਾਉਂਦੇ ਨਹੀਂ, ਸ਼ੁਰੂ ਤੋਂ ਅੰਗਰੇਜ਼ੀ ਸਿਖਾਉਂਦੇ ਤਾਂ ਕਿ ਦੀ ਵੋਕੈਬਲਰੀ ਠੀਕ ਰਹੇ, ਔਰ ਬੜੇ ਖੁਸ਼ ਹੁੰਦੇ ਸਾਡਾ ਬੱਚਾ ਦੇਖੋ ਜੀ ਕਿਵੇਂ ਹੁੰਦਾ। ਮਤਲਬ ਕਿ ਜਦੋਂ ਤੁਸੀਂ ਇਹ ਵੱਖਰਾ ਕਿ ਸਾਡਾ ਫੇਲਿਅਰ ਹੈ, ਕੀ ਸਰਕਾਰਾਂ ਕੀ ਪੰਜਾਬ ਦੀਆਂ ਮੰਗਾਂ ਹੁਣ ਤੱਕ ਕਾਇਮ ਹਨ, ਉੱਥੇ ਖੜੀ ਹੈ। ਅਖੀਰਲੀ ਰਹਿ ਗਈ ਸੀ ਪੰਜਾਬ ਯੂਨੀਵਰਸਿਟੀ, ਉਹ ਵੀ ਚੱਲੀ ਹੁਣ, ਜਿਹੜੀ ਕਿ ਸੈਂਟਰਲ ਹੈ ਹੀ ਨਹੀਂ, ਸੈਂਟਰਲ ਯੂਨੀਵਰਸਿਟੀ ਹੈ ਨਹੀਂ। ਅਸੀਂ ਆਪਣਾ ਚਾਰਜ ਨਹੀਂ ਲਿਆ, ਤੇ ਹਰਿਆਣਾ ਬਾਹਰ ਨਿਕਲ ਗਿਆ, ਆਪੇ ਚੱਲ ਨਿਕਲ ਗਿਆ, ਇਕੱਲੇ ਹੀ ਪੰਜਾਬ ਦੀ ਹੈ। ਚਾਂਸਲਰ ਹੋਵੇ, ਇਹ ਵੀ ਹੁਣ ਆਪ ਜਾ ਰਹੀ ਹੈ। ਇਹ ਇੱਕ ਵੱਖਰਾ ਚੈਪਟਰ ਹੈ। ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਇਸ ਤੇ ਇੱਕ ਵੱਖਰੀ ਬਹਿਸ ਕਰਾਓ, ਮੈਂ ਵਕਤ ਕਰਨ ਨੂੰ। ਔਰ ਜਿਵੇਂ ਤੁਸੀਂ ਤੁਹਾਡੇ ਲਿਖੀ ਹੈ ਕਿ ਇਹ ਆਈ ਥਿੰਕ ਆਈ ਡੋ ਨਾਟ ਵਾਂਟ ਟੂ ਅਟੈਚ ਵਿਦ ਪੰਜਾਬੀ ਸੂਬਾ ਫਾਰਮੇਸ਼ਨ। ਹੈਲੋ ਇੰਦਰਜੀਤ। ਹਾਂਜੀ ਹਾਂਜੀ, ਨਹੀਂ ਜੀ ਆ ਰਹੀ ਆਵਾਜ਼। ਠੀਕ ਹੈ ਜੀ। ਅੱਛਾ, ਮੈਂ ਸਮਝਦਾ ਕਿ ਜਿਹੜਾ ਦੂਜਾ ਪਾਰਟ ਹੈ ਇਹਦੀ ਬਹਿਸ ਵੱਖਰੀ ਹੋਣੀ ਚਾਹੀਦੀ ਹੈ, ਇਹਦੇ ਨਾਲ ਮੈਂ ਜੋੜਨਾ ਨਹੀਂ ਚਾਹੁੰਦਾ। ਠੀਕ ਹੈ ਜੀ। ਸਰਦਾਰ ਇੰਦਰਪਾਲ ਸਿੰਘ ਜੀ। ਹਾਂਜੀ, ਪ੍ਰਧਾਨ ਅਮਰਿੰਦਰ ਸਿੰਘ ਜੀ ਕਿਰਪਾ ਕਰਕੇ ਮਾਈਕ ਤੇ ਆਓ ਜੀ। ਸਰਦਾਰ ਤਰਲੋਚਨ ਸਿੰਘ ਹੁਣਾਂ ਦੀ ਆਵਾਜ਼ ਕਿਸੇ ਕਾਰਨ ਕਰਕੇ ਨਹੀਂ ਆ ਰਹੀ। ਹੈਲੋ, ਹਾਂਜੀ ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਇਨ ਡੈਪਥ ਵੀਰ ਜੀ ਹੋਰਾਂ ਨੇ ਦੱਸਿਆ। ਮੈਂ ਇੱਕ ਸਵਾਲ ਪੁੱਛਣਾ ਜੀ ਕਿ ਜਿਸ ਤਰ੍ਹਾਂ ਸਰਦਾਰ ਤਰਲੋਚਨ ਸਿੰਘ ਸਾਨੂੰ ਇਨਸਾਈਟ ਹੈ, ਜਿਸ ਤਰ੍ਹਾਂ ਇਹਨਾਂ ਨੂੰ ਬੜੀ ਪੈਣੀ ਨਜ਼ਰ ਨਾਲ ਇਹਨਾਂ ਨੇ ਸਾਰੇ ਇਤਿਹਾਸ ਨੂੰ ਵਾਚਿਆ ਔਰ ਵਰਤਮਾਨ ਨੂੰ ਵੀ ਵੇਖ ਰਹੇ ਹੈ, ਮੈਂ ਚਾਹੂੰਗਾ ਕਿ ਨੌਜਵਾਨਾਂ ਨੂੰ ਥੋੜਾ ਜਿਹਾ ਭਵਿੱਖ ਬਾਰੇ ਫੋਰਸਾਈਟ ਦੇਣ, ਦੂਰਦ੍ਰਿਸ਼ਟੀ ਦੇਣ ਕਿ ਕੀ ਸੰਭਾਵਨਾਵਾਂ ਹੈ ਸਾਡੇ ਲਈ ਰਾਜਨੀਤਿਕ ਤੌਰ ਤੇ, ਜਾਂ ਸਾਡੀਆਂ ਜਿਹੜੀਆਂ ਪੰਜਾਬੀ ਸੂਬੇ ਦੀਆਂ ਜਿਹੜੀਆਂ ਅਗਾਂਹ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਕਿਵੇਂ ਦੇਖਦੇ ਆ ਇਹ, ਔਰ ਜੇ ਉਜਵਲ ਹੋਣਗੀਆਂ ਤਾਂ ਉਹ ਸਾਡੀਆਂ ਕਿਸ ਹਿਸਾਬ ਨਾਲ, ਮਤਲਬ ਕੀ ਇਹਨਾਂ ਦੀਆਂ ਸੇਧਾਂ ਸਾਨੂੰ ਪਲੀਜ਼ ਇਹਨਾਂ ਕੁ ਦੇਣ ਜੀ ਬਰੀਫ ਜ਼ਰੂਰ। ਫਤਿਹ ਜੀ। ਹਾਂਜੀ, ਸਤਿਕਾਰਯੋਗ ਸਰਦਾਰ ਤਰਲੋਚਨ ਸਿੰਘ ਜੀ।
ਮੇਰੇ ਖਿਆਲ ਉਹਨਾਂ ਦਾ ਡਿਸਕਨੈਕਟ ਹੋ ਗਿਆ ਲੱਗਦਾ। ਹਾਂਜੀ 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 ਡਿਸਕਨੈਕਟ ਹੋ ਹਾਂਜੀ, ਗਿਆ। ਅਨਮਿਊਟ ਕਰ ਦਿਓ ਜੀ, ਅਨਮਿਊਟ ਉਹਨਾਂ ਨੂੰ ਕਰੋ। ਆ ਗਏ ਅਨਮਿਊਟ ਕਰ ਦਿਓ। ਮੈਂ ਰਿਪੀਟ ਕਰਾਂ ਜੀ ਕੁਐਸਚਨ? ਇੱਕ ਮਿੰਟ ਪਹਿਲਾਂ ਅਨਮਿਊਟ ਕਰ ਲਓ ਉਹਨਾਂ ਨੂੰ। ਹਾਂਜੀ ਅਨਮਿਊਟ ਕਰ ਰਹੇ ਹਾਂ ਜੀ। ਵੀਰ ਹਰਮਿੰਦਰ ਸਿੰਘ ਜੀ ਤੁਸੀਂ ਕਰ ਦਿਓ ਰਿਪੀਟ ਪਲੀਜ਼ ਕੁਐਸਚਨ। ਕਰੋ ਜੀ ਕਰੋ, ਤੁਸੀਂ ਸਵਾਲ ਮੈਂ ਕਰ ਕਰੋ। ਦਿੰਦਾ, ਤੁਸੀਂ ਉਹ ਅਨਮਿਊਟ ਹੋ ਗਏ, ਮੈਂ ਕਰ ਦਿੰਦਾ ਉਹਨਾਂ ਨੂੰ। ਮੈਂ ਹੈਲੋ ਹੈਲੋ ਹਾਂਜੀ 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 ਹੋ ਗਿਆ ਤਰਲੋਚਨ ਜੀ? ਸਿੰਘ ਜੀ, ਨਹੀਂ ਅਨਮਿਊਟ ਨਹੀਂ ਹੋਇਆ ਉਹਨਾਂ ਦਾ ਸਵਾਲ, ਅਨਮਿਊਟ ਨਹੀਂ ਹੋਇਆ। ਅਨਮਿਊਟ ਕਰੋ ਸਰ ਤਰਲੋਚਨ ਸਿੰਘ ਜੀ, ਤੁਸੀਂ ਆਪਣਾ ਫੋਨ ਅਨਮਿਊਟ ਕਰ ਲਓ, ਥੱਲੇ ਅਨਮਿਊਟ ਵਾਲਾ ਬਟਨ ਦਬ ਦਿਓ। ਕਰਤਾ ਹੁਣ ਆ ਰਹੀ ਆਵਾਜ਼? ਹਾਂਜੀ ਆ ਰਹੀ ਹੈ ਹਾਂਜੀ ਜੀ। ਆ ਰਹੀ ਆ ਰਹੀ ਹੈ ਜੀ, ਆ ਰਹੀ ਹੈ। ਇਹ ਹਾਂਜੀ ਸਵਾਲ ਮੇਰੀ ਇਹ ਹੋਇਆ ਸੀ ਬੇਨਤੀ ਹੈ, ਸਾਡੇ ਜਿਹੜੇ ਤੁਹਾਡੇ ਸਾਡੇ ਮਾਡਰਨ ਸਵਾਲ ਹਨ, ਪ੍ਰੈਜ਼ੈਂਟ ਸਿਚੁਏਸ਼ਨ, ਇਹ ਵੱਖਰਾ ਪੂਰਾ ਸਬਜੈਕਟ ਹੈ। ਇਹਦੀਆਂ ਬੜੀਆਂ ਪ੍ਰੋਬਲਮ ਹਨ। ਜਿਵੇਂ ਮੈਂ ਐਂਡ ਕਹਿਤਾ ਕਿ ਜੋ ਡਿਮਾਂਡ ਸਾਡੀਆਂ ਪੰਜਾਬੀ ਸੂਬਾ ਬਣਨ ਤੱਕ ਹਨ, ਉਹ ਅੱਜ ਵੀ ਉੱਥੇ ਹੀ ਖੜੀਆਂ। ਉਹਦੀ ਸਾਡੀ ਕੋਈ ਅਚੀਵਮੈਂਟ ਨਹੀਂ। ਫੇਰੂਮਾਨ ਸ਼ਹੀਦੀ ਵੀ ਪਾ ਗਿਆ, ਐਡਾ ਵੱਡਾ ਰਮੋਲੋ ਜਿਵੇਂ ਅੰਦਰਾ ਜੋ ਹੋਇਆ, ਸਾਡਾ ਫੇਰੂਮਾਨ ਹੋਇਆ। ਲੇਕਿਨ ਸਾਡੀ ਲੀਡਰਸ਼ਿਪ ਨੇ ਇਹ ਜਿਹੜਾ ਪਿਛਲਾ ਤੁਸੀਂ ਪੀਰੀਅਡ ਕਹਿ ਰਹੇ ਹਾਂ, ਇਹਦੇ ਰਾਜ ਭਾਗ ਵੀ ਕਰ ਗਏ, ਪਰ ਸਾਡੀ ਇਹਦੇ 'ਚ ਟੂਵਰਡ ਦੋ ਜਿਹੜੀਆਂ ਡਿਮਾਂਡ, ਜਿਹੜੀਆਂ ਜਾਇੰਟ ਪੰਜਾਬ ਹਰਿਆਣਾ ਦੀਆਂ ਇਕੱਠੀਆਂ ਕਰਨ ਦੀਆਂ, ਉਹਦੇ 'ਚ ਸਾਡਾ ਕੋਈ ਅਚੀਵਮੈਂਟ ਨਹੀਂ। ਜਿਹੜੀ ਮੈਂ ਕਿਹਾ ਜੀ ਲਾਸਟ ਰਹਿ ਗਈ ਜੀ ਪੰਜਾਬ ਯੂਨੀਵਰਸਿਟੀ, ਉਹ ਵੀ ਜਾ ਰਹੀ ਹੈ। ਵੀ ਸਾਡਾ ਇਹ ਵੀ ਫੇਲਿਓਰ ਹੈ ਕਿ ਅਸੀਂ ਪੰਜਾਬ ਯੂਨੀਵਰਸਿਟੀ ਵੀ, ਪੰਜਾਬ ਐਕਟ ਹੈ ਉਹਦਾ ਹਾਲਾਂ ਵੀ, ਉਹ ਵੀ ਅਸੀਂ ਆਪਣੇ ਅੰਡਰ ਨਹੀਂ ਲੈ ਸਕੇ, ਔਰ ਗਵਰਨਰ ਪੰਜਾਬ ਨੂੰ ਉਹਦਾ ਚਾਂਸਲਰ ਨਹੀਂ ਬਣਾ ਸਕੇ। ਸਹੀ ਕਹਿ ਰਹੇ ਜੀ। ਠੀਕ ਹੈ ਜੀ। ਜਿਵੇਂ ਵੀਰ ਜੀ ਹੁਣਾਂ ਨੇ ਦੱਸਿਆ, ਸਰਦਾਰ ਤਰਲੋਚਨ ਸਿੰਘ ਹੁਣਾਂ ਨੇ, ਕਿ ਇਹਦੇ ਵਾਸਤੇ ਸਾਨੂੰ ਦੁਬਾਰੇ ਵੈਬੀਨਾਰ ਰੱਖਣਾ ਚਾਹੀਦਾ, ਦੁਬਾਰੇ ਇਹਨਾਂ ਗੱਲਾਂ ਤੇ ਸਾਨੂੰ ਬਹਿਸ ਕਰਨੀ ਚਾਹੀਦੀ ਆ। ਸਰਦਾਰ ਜਸਪਾਲ ਸਿੰਘ ਐਡਵੋਕੇਟ ਹੁਣਾਂ ਦਾ ਹੱਥ ਖੜਾ ਹੋ ਰਿਹਾ। ਜੇ ਬਹੁਤ ਸ਼ਾਰਟ ਟਾਈਮ ਦੇ ਵਿੱਚ, ਥੋੜੇ ਸਮੇਂ ਦੇ ਵਿੱਚ ਜੇ ਕੋਈ ਸਵਾਲ ਕਰਨਾ ਚਾਹੁੰਦੇ ਆ ਤਾਂ ਕਿਰਪਾ ਕਰਕੇ ਸਰਦਾਰ ਜਸਪਾਲ ਸਿੰਘ ਜੀ ਐਡਵੋਕੇਟ ਦਾ ਮਾਈਕ ਮੈਂ ਅਨਮਿਊਟ ਕਰ ਰਿਹਾ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਮੈਂ ਆਪਣਾ ਸਰਦਾਰ ਤਰਲੋਚਨ ਸਿੰਘ ਜੀ ਉਹਨਾਂ ਨੂੰ ਇਸ ਦੇ ਵਾਸਤੇ ਬਹੁਤ ਵਧਾਈ ਦਿੰਦਾ ਕਿ ਇਨ ਸ਼ਾਰਟ ਉਹਨਾਂ ਨੇ ਸਾਰੀ ਗੱਲਾਂ ਰੱਖੀਆਂ। ਲੇਕਿਨ ਨਾਲ ਦੇ ਨਾਲ ਹੀ ਮੈਂ ਇਹ ਪੁੱਛਣਾ ਚਾਹੁੰਦਾ ਕਿ ਅਕਾਲੀ ਦਲ ਲੀਡਰਸ਼ਿਪ ਦੀ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਟੇਟ ਵਿੱਚ ਗਵਰਨਮੈਂਟ ਵੀ ਰਹੀ, ਸੈਂਟਰਲ ਵਿੱਚ ਵੀ ਉਹ ਦੂਜੀ ਸਰਕਾਰਾਂ ਦੇ ਨਾਲ ਜੁਆਇੰਟ ਹੋ ਕੇ ਉਹਨਾਂ ਨੇ ਮਿਨਿਸਟਰੀ ਵੀ ਇੰਜੋਏ ਕੀਤੀ ਹੈ। ਕੀ ਕਾਰਨ ਹੈਗਾ? ਅਸੀਂ ਦਿੱਲੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਅੱਜ ਕਿਸਾਨਾਂ ਦਾ ਮੁੱਦਾ ਹੈਗਾ, ਅਸੀਂ ਇੰਨਾ ਵੱਡੇ ਮੋਰਚੇ ਲਾ ਕੇ ਬੈਠੇ ਹਾਂ, ਕਿਉਂ ਨਹੀਂ ਅਸੀਂ ਆਪਣੀ ਇਹਨਾਂ ਗੱਲਾਂ ਪਿੱਛੇ ਮੋਰਚੇ ਲਾਉਂਦੇ ਹਾਂ ਤੇ ਲੀਡਰਸ਼ਿਪ ਨੂੰ ਪਿੱਛਾ ਹਟਦੀ ਹੈਗੀ ਹੈ। ਮਾਫ ਕਰਿਓ, ਮੈਂ ਤਾਂ ਪਹਿਲਾਂ ਕਿਹਾ ਕਿ ਜਿਹੜਾ ਇਹ ਸਬਜੈਕਟ ਹੈ, ਇਹ ਕਰੰਟ ਸਿਚੁਏਸ਼ਨ ਦਾ ਵੱਖਰਾ ਸੈਮੀਨਾਰ ਦੀ ਲੋੜ ਹੈ, ਕਿਉਂਕਿ ਇਹ ਜਿਹੜੀਆਂ ਪ੍ਰੋਬਲਮ ਖੜੀਆਂ, ਮੈਂ ਤਾਂ ਪਹਿਲਾਂ ਹੀ ਐਂਡ ਇੱਥੇ ਹੀ ਕੀਤਾ ਕਿ ਆਹ ਪ੍ਰੋਬਲਮ ਪਿਛਲੇ 50 ਸਾਲ ਤੋਂ ਅਸੀਂ ਇੱਕ ਵੀ ਹੱਲ ਨਹੀਂ ਕਰਾਈ, ਨਾਟ ਈਵਨ ਵਨ। ਵੀ ਫੇਲਡ। ਬਾਕੀ ਦੇ ਛੱਡੋ, ਚੰਡੀਗੜ੍ਹ ਯੂਨੀਅਨ ਟੈਰੀਟਰੀ ਇੱਕ ਜਦੋਂ ਬਣੀ ਹੈ ਨਾ, ਉਦੋਂ ਰੂਲ ਸੀ 60-40 ਦੀ ਰੇਸ਼ੋ, ਕਿ 60% ਗਵਰਨਮੈਂਟ ਇੰਪਲਾਈਜ਼ ਪੰਜਾਬ ਦੇ, 40 ਹਰਿਆਣੇ ਦੇ। ਹੁਣ ਪਤਾ ਕੀ ਹੈ, ਉਹ ਰੇਸ਼ੋ ਖਤਮ ਹੋ ਗਈ। ਹੁਣ ਸਾਰੇ ਇੰਪਲਾਈਜ਼ ਦਿੱਲੀ ਤੋਂ ਆਉਂਦੇ ਨੇ, ਸਾਰੇ ਅਫਸਰ ਦਿੱਲੀ ਦੇ ਆਉਂਦੇ। ਸਾਡਾ ਤਾਂ ਉਹ ਵੀ ਸ਼ੇਅਰ ਗਿਆ, ਨਾ ਅਸੀਂ ਬੋਲੇ ਨਾ ਕਦੀ ਕਿਹਾ। ਮੇਰਾ ਮਤਲਬ ਹੈ ਕਿ ਤੁਸੀਂ ਜਿਹੜਾ ਕੁਝ ਸੀ ਉਹ ਵੀ ਲੂਜ਼ ਕਰੀ ਜਾ ਰਹੇ। ਮੇਰੇ ਮਤਲਬ ਅਚੀਵਮੈਂਟ ਤੇ ਹੈ ਕਿ ਲੂਜ਼ ਕੀਤਾ, ਅਚੀਵ ਨਹੀਂ ਕੁਝ ਕੀਤਾ ਜੀ। ਇਹਦਾ ਮਤਲਬ ਜੀ ਇਹ ਜਿਹੜੀਆਂ ਸੈਂਟਰ ਦੀਆਂ ਨੀਤੀਆਂ ਇਹ ਸਾਰੀਆਂ ਸਾਡੇ ਲਈ ਘਾਤਕ ਹੈ। ਸੈਂਟਰ ਬੇਈਮਾਨ ਅੱਜ ਤੱਕ ਉਹਨਾਂ ਦਾ ਦਿਲ ਸਾਫ਼ ਨਹੀਂ। ਮਤਲਬ ਹੈ ਸਾਡੀ ਇੱਕੋ ਹੀ ਰਹੀ ਹੈ ਕਿ ਹਰ ਵਾਰੀ ਅਸੀਂ ਕੰਡੈਮ ਕਰਕੇ ਘਰ ਬਹਿ ਜਾਈਏ। ਸਵਾਲ ਤੇ ਹੈ ਕਿ ਸੈਂਟਰ 'ਚ ਅਸੀਂ ਵਜ਼ੀਰ ਵੀ ਰਹੇ, ਸੈਂਟਰ ਦੇ ਭਾਈਵਾਲ ਆ, ਸੈਂਟਰ ਨੇ ਬੜਾ ਕੁਝ ਸਾਡੇ ਲਈ ਕੀਤਾ ਵੀ ਹੈ। ਅਸੀਂ ਉਹ ਕਿਉਂ ਬੜਾ ਕੁਝ, ਆਫਟਰ ਆਲ ਜੋ ਅੱਜ ਕੱਲ੍ਹ ਇੰਡੀਆ ਚੱਲਦਾ ਨਾ ਜੀ, ਸੈਂਟਰ ਦੀ ਇੰਟਰਵੈਂਸ਼ਨ ਨਾਲ ਜ਼ਰੂਰਤ ਹਰ ਸਟੇਟ ਨੂੰ ਹੈ। ਬੜੀਆਂ ਸਟੇਟਾਂ ਜਿਹੜੀਆਂ ਸੈਂਟਰ ਗਵਰਨਮੈਂਟ ਦੇ ਖਿਲਾਫ ਬਣਦੀਆਂ, ਦੂਜੀਆਂ ਦੇਖੋ ਇੰਡੀਆ ਜਿਹੜੇ ਸਟੇਟਾਂ ਦੇ CM ਤੇ ਸੈਂਟਰ ਦਾ ਪਿਛਲੇ 30 ਸਾਲ ਤੋਂ ਵੱਖ-ਵੱਖ ਹੁੰਦੇ, ਪਰ ਉਹ ਕਿਵੇਂ ਕੰਮ ਕਰਾਉਂਦੇ? ਸਵਾਲ ਤੇ ਹੈ ਵੀ ਅਸੀਂ ਹਮੇਸ਼ਾ ਹੀ ਆਪਣੇ ਆਪ ਨੂੰ ਇੱਕ ਦੁਸ਼ਮਣ ਵਾਂਗੂ ਲੈ ਕੇ ਚੱਲਦੇ ਹਾਂ। ਹੁਣ ਹਰ ਸਟੇਟ ਦੀ ਪ੍ਰੋਬਲਮ ਹੈ। ਬੰਗਲਾਦੇਸ਼, ਬੰਗਾਲ 'ਚ ਕੀ ਹੋ ਰਿਹਾ ਉਹ ਸਟੇਟ ਨਹੀਂ, ਮਹਾਰਾਸ਼ਟਰ 'ਚ ਕੀ ਹੋ ਰਿਹਾ, ਉੜੀਸਾ 'ਚ ਕੀ ਹੋ ਰਿਹਾ, ਇਹ ਸਾਰੇ ਨਾਨ BJP ਚੀਫ ਮਿਨਿਸਟਰ, ਉਹਨਾਂ ਦੇ ਕੰਮ ਕਿਵੇਂ ਹੁੰਦੇ, ਉਹ ਕਿਵੇਂ ਕਰਾਉਂਦੇ?
ਗੱਲ ਕਦੀ ਸਹੀ ਆਪਾਂ ਇਸ ਉੱਤੇ ਸੋਚਦੇ ਹੀ ਨਹੀਂ ਕਦੇ ਕਿ ਜੇ ਬਾਕੀ ਸਟੇਟਾਂ ਦੇ ਕੰਮ ਹੋ ਰਹੇ ਆ ਤਾਂ ਸਾਡੇ ਕਿਉਂ ਨਹੀਂ। ਸਹੀ ਗੱਲ ਹੈ ਜੀ। ਮੈਨੂੰ ਲੱਗਦਾ ਇਹਦੇ ਵਾਸਤੇ ਇੱਕ ਮੁਹਿੰਮ ਬਣਾਉਣ ਦੀ ਲੋੜ ਹੈਗੀ ਹੈ। ਸਿਰਫ ਆਪਾਂ ਨਹੀਂ ਜਸਪਾਲ ਸਿੰਘ ਜੀ, ਜਿਵੇਂ ਉਹਨਾਂ ਨੇ ਜਸਪਾਲ ਸਿੰਘ ਜੀ ਜਿਵੇਂ ਕਿਹਾ ਸਰਦਾਰ ਸਾਹਿਬ ਨੇ ਕਿ ਇਹਦੇ ਵਾਸਤੇ ਅਸੀਂ ਕਰੰਟ ਇਸ਼ੂਜ਼ ਤੇ ਦੁਬਾਰੇ ਕਿਤੇ ਬਹਿਸ ਰੱਖਾਂਗੇ, ਦੁਬਾਰੇ ਕੋਈ ਮੁੱਦਾ ਰੱਖਾਂਗੇ, ਦੁਬਾਰੇ ਕਿਤੇ ਵੈਬੀਨਾਰ ਰੱਖਾਂਗੇ। ਤੇ ਬੜੀ ਵਧੀਆ ਉਹਨਾਂ ਨੇ ਗੱਲ ਕੀਤੀ ਆ। ਅੱਜ ਅਸੀਂ ਪੰਜਾਬੀ ਸੂਬੇ ਬਾਰੇ ਜਿਹੜੀ ਗੱਲਬਾਤ ਹੈ ਉਹ, ਜੇ ਮਨਪ੍ਰੀਤ ਕੌਰ ਹੋਣਾ ਦਾ ਜੇ ਕੋਈ ਸਵਾਲ ਹੈ ਤਾਂ ਕਿਰਪਾ ਕਰਕੇ ਉਹ ਇਸ ਵਿਸ਼ੇ ਨਾਲ ਸੰਬੰਧਿਤ ਕੋਈ ਸਵਾਲ ਹੈ ਤਾਂ ਉਹ ਕਿਰਪਾ ਕਰਕੇ ਆਪਣਾ ਮਾਈਕ ਔਨ ਕਰਕੇ ਕਰ ਸਕਦੇ ਜੀ। ਨਹੀਂ ਤਾਂ ਫਿਰ ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਚੇਅਰਮੈਨ ਸਰਦਾਰ ਜਤਿੰਦਰਪਾਲ ਸਿੰਘ ਜੀ ਹੋਣਾ ਨੂੰ ਕਿ ਉਹ ਅੱਜ ਆਏ ਹੋਏ ਮੁੱਖ ਮਹਿਮਾਨ ਤੇ ਬਾਕੀ ਦੇ ਸਾਰੇ ਸੱਜਣਾ ਮਿੱਤਰਾਂ ਬੁੱਧੀਜੀਵੀਆਂ ਦਾ ਧੰਨਵਾਦ ਕਰਨਗੇ। ਇਸ ਤੋਂ ਪਹਿਲਾਂ ਜੇ ਮਨਪ੍ਰੀਤ ਕੌਰ ਹੋਣਾ ਨੇ ਕੋਈ ਸਵਾਲ ਪੁੱਛਣਾ ਹੈ ਜਿਹੜਾ ਅੱਜ ਦਾ ਵਿਸ਼ਾ ਹੈ ਉਸ ਵਿਸ਼ੇ ਨਾਲ ਸੰਬੰਧਿਤ, ਉਹ ਕਿਰਪਾ ਕਰਕੇ ਆਪਣਾ ਮਾਈਕ ਔਨ ਕਰ ਲੈਣ। ਨਹੀਂ ਤਾਂ ਮੈਂ ਬੇਨਤੀ ਕਰ ਰਿਹਾ ਸਰਦਾਰ ਜਤਿੰਦਰਪਾਲ ਸਿੰਘ ਜੀ ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਉਹ ਕਿਰਪਾ ਕਰਕੇ ਮਾਈਕ ਤੇ ਆਣ। ਹਾਂਜੀ, ਮਨਪ੍ਰੀਤ ਕੌਰ ਹੋਣਾ ਨੇ ਦੁਬਾਰੇ ਹੱਥ ਖੜਾ ਕੀਤਾ ਹੈ, ਕਿਰਪਾ ਕਰਕੇ ਮਾਈਕ ਔਨ ਕਰਕੇ ਗੱਲ ਸ਼ੁਰੂ ਕਰਨ ਜੀ ਆਪਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ। ਸਰ, ਮੇਰਾ ਸਵਾਲ ਆ ਸੀ ਕਿ ਵੈਸੇ ਆਪ ਜੀ ਦਾ ਬਹੁਤ ਵਧੀਆ ਉਪਰਾਲਾ ਹੈਗਾ ਕਿ ਪੰਜਾਬੀ ਭਾਸ਼ਾ ਨੂੰ ਮਹੱਤਵ ਦਿੰਦੇ ਹੋਇਆ ਕਿ ਜਿਸ ਤਰ੍ਹਾਂ ਸਰ ਨੇ ਗੱਲ ਕੀਤੀ, ਵੀਰ ਜੀ ਨੇ ਗੱਲ ਕੀਤੀ ਕਿ ਪਾਰਟੀਸ਼ਨ ਬਾਰੇ ਵੀ ਗੱਲ ਕੀਤੀ ਕਿ ਉਸ ਸਮੇਂ ਵੀ ਆ ਮਤਾ ਪਾਸ ਹੋਇਆ ਸੀ ਜਿਸ ਤਰ੍ਹਾਂ। ਤੇ ਮੇਰਾ ਕੁਐਸਚਨ ਇਹ ਹੈਗਾ ਕਿ ਜੇਕਰ ਅਸੀਂ ਬੁੱਕਸ ਵਿੱਚ ਪੜ੍ਹਦੇ ਹਾਂ ਤੇ ਉਹਦੇ ਵਿੱਚ ਇਹ ਮਤੇ ਕਿਉਂ ਨਹੀਂ ਆਉਂਦੇ ਹੈਗੇ? ਪਾਰਟੀਸ਼ਨ ਦੇ ਵਿੱਚ ਜਾਂ ਫਿਰ ਕਨਸਟੀਟਿਊਸ਼ਨ ਵਿੱਚ ਪੰਜਾਬੀਆਂ ਦਾ ਹਿੱਸਾ ਹੈਗਾ, ਸਿੱਖਾਂ ਦਾ ਹਿੱਸਾ ਹੈਗਾ, ਉਹਨਾਂ ਵਿੱਚ ਇਹ ਕਿਉਂ ਨਹੀਂ ਗੱਲਾਂ ਆਉਂਦੀਆਂ ਨੇ? ਦੇਖੋ, ਇਹ ਜਿਹੜਾ ਤੁਸੀਂ ਸਵਾਲ ਹੈ ਬੜਾ ਵੈਲਿਡ ਕੁਐਸਚਨ ਕਰ ਰਹੇ ਹੋ। ਜਿਹੜੀ ਸਾਡਾ ਲੜਾਈ ਝਗੜਾ ਇੱਥੋਂ ਹੀ ਸ਼ੁਰੂ ਹੋਇਆ ਕਿ what we were promised and promised not at ordinary level by at level of Pandit Jawaharlal Nehru with meeting Sikh leader ਕਿ ਹੈ ਸਾਡੇ ਤੁਹਾਡੇ ਨਾਲ ਵੈਦ, ਪਰ ਉਹ ਜਦੋਂ ਅਸੀਂ ਆਉਂਦੇ ਹਾਂ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਆਪ ਸਿਚੁਏਸ਼ਨ ਬਦਲ ਗਈ ਹੈ। ਹੁਣ ਉਹ ਸਿਚੁਏਸ਼ਨ ਬਦਲ ਗਈ ਮੀਨ ਉਹ ਕਹਿੰਦੇ ਇੰਡੀਆ ਸੈਕੂਲਰ ਹੈ, we cannot give any benefit to a separate religious community। ਸੋ ਬੜੀ ਸਾਫ਼ ਉਹਨਾਂ ਨੇ ਪਾਰਲੀਮੈਂਟ ਜਦੋਂ ਸਰ ਹੁਕਮ ਸਿੰਘ ਨੇ ਯਾਦ ਕਰਵਾਇਆ, ਉਹ ਕਹਿੰਦੇ no 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 now we are to go with the secular constitution। ਸੋ ਬਿਲਕੁਲ ਹੀ ਤੇ ਟੋਟਲ ਰਿਫਿਊਜ਼ਡ ਕਿ ਕੋਈ ਗੱਲ ਹੋਵੇ। ਔਰ ਦੇਖੋ ਤੁਹਾਨੂੰ ਸ਼ਾਇਦ ਯਾਦ ਮੈਂ ਕਰ ਦਿਆਂ ਕਿਉਂਕਿ ਬੜਾ ਇੰਪੋਰਟੈਂਟ ਤੁਹਾਡਾ ਇਹ ਪ੍ਰੋਗਰਾਮ ਹੈ ਕਿ ਜਿਹੜੇ ਸ਼ਡਿਊਲ ਕਾਸਟ ਰਾਈਟਸ ਹਨ ਨਾ ਉਹ ਸਿੱਖਾਂ ਨੂੰ ਨਹੀਂ ਦਿੱਤੇ ਗਏ। ਜਿਹੜੀ ਸ਼ਡਿਊਲ ਕਾਸਟ ਰਿਜ਼ਰਵੇਸ਼ਨ ਹੋਈ ਆ ਤੇ ਕੇਵਲ ਹਿੰਦੂ ਵਰਡ ਪਾਇਆ ਗਿਆ, ਔਰ ਹਿੰਦੂ ਜਦੋਂ ਵਰਡ ਪਾਇਆ ਗਿਆ ਉਹਦੇ ਸਿੱਖ ਕੱਢ ਤੇ ਗਏ। ਇੱਕ ਪਾਸੇ ਤੇ ਉਹ ਕਹਿੰਦੇ ਜੀ ਸਿੱਖ ਔਰ ਹਿੰਦੂ ਇਕੱਠੇ ਆ, ਇਹ ਯਾਦ ਹੈ ਨਾ, ਰੋਜ਼ ਇੱਕ ਦੀ ਚਰਚਾ ਵੱਖਰੀ ਹੁੰਦੀ ਹੈ। ਪਰ ਉਹਨਾਂ ਨੇ ਸ਼ਡਿਊਲ ਕਾਸਟ ਦੇ ਜਿਹੜੇ ਰਾਈਟਸ ਹਨ ਉਹ ਸਿੱਖਾਂ ਨੂੰ ਡਿਨਾਈ ਕਰਤੇ। ਔਰ ਬੜਾ ਇਸ ਕਰਕੇ ਪਾਰਲੀਮੈਂਟ ਦੀ ਡਿਬੇਟ ਪੜ੍ਹੋ, ਬੜੀਆਂ ਇੰਟਰਸਟਿੰਗ ਡਿਬੇਟ, ਕਦੇ ਉਹਨਾਂ ਚੋਂ ਕੱਢ ਕੇ ਪੜ੍ਹਿਓ। ਟੋਟਲ ਰਿਫਿਊਜ਼ਲ ਕਿ ਨਹੀਂ ਸਿੱਖ ਮੇ ਤੋਂ ਛੂਤ-ਛਾਤ ਹੈ ਹੀ ਨਹੀਂ, ਨਾ ਮੁਸਲਮਾਨਾਂ ਨੂੰ ਰਾਈਟ ਮਿਲੇ ਨਾ ਕ੍ਰਿਸਚੀਅਨ ਨੂੰ ਨਾ ਸਿੱਖਾਂ ਨੂੰ, ਕੇਵਲ ਜਿਹੜਾ ਸ਼ਡਿਊਲ ਕਾਸਟ ਹੈ ਉਹਨੂੰ। ਤਾਂ ਮਾਸਟਾਰਾ ਸਿੰਘ ਨੇ ਉਸ ਵਕਤ ਜੇਲ੍ਹ ਵਿੱਚ ਉਹਨਾਂ ਨੇ ਮਰਨ ਰੱਖਣ ਦੀ ਧਮਕੀ ਦੇ ਦਿੱਤੀ, ਔਰ ਮਾਸਟਾਰਾ ਸਿੰਘ ਨੇ ਜਬ ਜੇਲ੍ਹ ਚੋਂ ਆ ਕੇ ਇੱਕ ਜਲੂਸ ਲੈ ਕੇ ਚਲੇ ਗਏ ਦਿੱਲੀ ਕਿ ਸਿੱਖ ਸ਼ਡਿਊਲ ਕਾਸਟ ਨੂੰ ਰਾਈਟ ਦਿਓ। ਤਾਂ ਇਹ ਰਾਈਟ ਫਿਰ ਬਾਅਦ ਵਿੱਚ ਮਿਲੇ। ਜਿਹੜੇ ਸਾਡੇ ਸ਼ਡਿਊਲ ਕਾਸਟ ਰਾਈਟ ਹਨ ਨਾ ਰਿਜ਼ਰਵੇਸ਼ਨ ਦੇ, ਇਹ ਮਾਸਟਾਰਾ ਸਿੰਘ ਦੀ ਹਿੰਮਤ ਹੈ ਕਿ ਸਾਡੀਆਂ ਫਿਰ ਇਹ 4 ਜ਼ਾਤਾਂ ਉਹਦੇ 'ਚ ਪਾਈਆਂ ਗਈਆਂ। ਤੇ ਜਿਹੜੇ ਅੱਜ ਤੱਕ ਤੁਸੀਂ ਦੇਖ ਰਹੇ ਹੋ, ਨਹੀਂ ਤਾਂ ਇਹ ਡਰ ਸੀ ਕਿਸੇ ਵਕਤ ਕਿ ਜੇ ਅਗਰ ਨਹੀਂ ਮਿਲਦੀਆਂ ਤੇ ਸ਼ਾਇਦ ਸਿੱਖ ਕੌਮ ਦਾ ਜਿਹੜਾ ਕੀ ਹਸ਼ਰ ਹੋਣਾ ਸੀ ਕਿ ਜੇ ਲੋਕਾਂ ਨੂੰ ਰਿਜ਼ਰਵੇਸ਼ਨ ਲੈਣੀ ਹੈ ਤੇ ਕੀ ਉਹ ਸਿੱਖ ਰਹਿਣ। ਇਹ ਬਹੁਤ ਵੱਡਾ ਇਸ਼ੂ ਹੈ ਕਿ ਮਾਸਟਾਰਾ ਨੂੰ ਰਾਈਟੇਵਰ ਗਵਰਨਮੈਂਟ ਇੰਡੀਆ ਨਾਲ ਇਹ ਲੜ ਕੇ ਲੈਣਾ ਪਿਆ। ਬਾਕੀ ਚਲੋ ਇਹ ਇੱਕੋ ਹੀ ਸਾਡੀ ਅਚੀਵਮੈਂਟ ਹੈ ਉਹਨਾਂ ਦਿਨਾਂ, ਬਾਕੀ ਕੋਈ ਸੈਂਟਰ ਗਵਰਨਮੈਂਟ ਨੇ ਐਜ਼ ਏ ਸਿੱਖ ਸਾਡੀ ਕੋਈ ਵੱਖਰੀ ਮਦਦ ਨਹੀਂ ਕੀਤੀ। ਬਹੁਤ ਬਹੁਤ ਧੰਨਵਾਦ ਜੀ। ਸਮਾਂ ਜਿਹੜਾ ਆਪਣੀ ਚਾਲੇ ਚੱਲਦਾ ਹੋਇਆ ਅੱਗੇ ਵੱਧਦਾ ਹੈ। 5:35 ਹੋ ਗਏ ਆ। ਸਾਡਾ ਜਿਹੜਾ ਅੱਜ ਦਾ ਜਿਹੜਾ ਵੈਬੀਨਾਰ ਸੀ ਉਹ 1 ਘੰਟੇ ਦਾ ਸੀ। ਸੋ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਵਾਲ ਕੀਤੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜਾਣਕਾਰੀ ਦੇਣ ਲਈ ਅੱਜ ਦੇ ਸਾਡੇ ਵਿਸ਼ੇਸ਼ ਮਹਿਮਾਨ ਮੁੱਖ ਮਹਿਮਾਨ ਸਰਦਾਰ ਤਲੋਚਨ ਸਿੰਘ ਜੀ ਹੋਣਾ ਦਾ ਬਹੁਤ ਹੀ ਦਿਲਾਂ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪਲੇਟਫਾਰਮ ਤੇ ਆ ਕਰਕੇ
ਪੰਜਾਬੀ ਸੂਬੇ ਬਾਰੇ, ਪੰਜਾਬੀ ਮਾਂ ਬੋਲੀ ਬਾਰੇ ਹੋਈਆਂ ਕਮੀਆਂ ਸਾਡੀਆਂ ਰਹੀਆਂ, ਕਮੀਆਂ ਸਿੱਖਾਂ ਦੀਆਂ ਰਹੀਆਂ, ਕਮੀਆਂ ਪੰਜਾਬੀਆਂ ਦੀਆਂ ਰਹੀਆਂ, ਕਮੀਆਂ ਤੇ ਕਿੱਥੇ ਹੁਣ ਤਾਈਆਂ ਰਹੀਆਂ, ਕੇਂਦਰ ਦੀ ਸਰਕਾਰ ਨੇ ਕਿੱਥੇ ਸਾਡੇ ਨਾਲ ਧਰੋਹ ਕਮਾਇਆ, ਉਹ ਸਾਰੀਆਂ ਗੱਲਾਂ ਬਾਰੇ ਜਾਣਕਾਰੀ ਦਿੱਤੀ। ਸਮਾਂ ਬਹੁਤ ਥੋੜਾ ਸੀਗਾ, ਗੱਲਾਂ ਬਹੁਤ ਲੰਬੀਆਂ ਨੇ। ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਇਹ ਅਲੱਗ-ਅਲੱਗ ਵਿਸ਼ੇ ਰੱਖੇ ਜਾ ਸਕਦੇ ਆ, ਇੱਕ ਟੌਪਿਕ ਤੇ। ਜਿਹੜੇ ਉਹਨਾਂ ਨੂੰ ਆਪਾਂ ਪ੍ਰਾਪਤੀਆਂ ਦੀ ਗੱਲ ਕਹੀ ਸੀ, ਉਹ ਕਹਿੰਦੇ ਫੇਰ ਕਿਤੇ ਪ੍ਰੋਗਰਾਮ ਰੱਖ ਲਓ, ਮੈਂ ਜ਼ਰੂਰ ਤੁਹਾਡੇ ਕੋਲ ਰੂਬਰੂ ਹੋਵਾਂਗਾ, ਦੱਸਾਂਗਾ। ਬਹੁਤ ਸਾਰੇ ਵੀਰਾਂ ਭੈਣਾਂ ਦੇ, ਸੱਜਣਾਂ ਦੇ ਮਨਾਂ ਦੇ ਵਿੱਚ ਸਵਾਲ ਵੀ ਨੇ, ਪਰ ਸਮੇਂ ਨੂੰ ਮੁੱਖ ਰੱਖਦੇ ਹੋਏ ਹੁਣ ਕਿਸੇ ਹੋਰ ਵੀਰ ਭੈਣ ਦਾ ਸਵਾਲ ਨਹੀਂ ਲਿਆ ਜਾਵੇਗਾ। ਉਸ ਵਾਸਤੇ ਮੈਂ ਮਾਫੀ ਚਾਹੁੰਦਾ ਹਾਂ। ਤੇ ਮੈਂ ਬਹੁਤ ਹੀ ਸਤਿਕਾਰਯੋਗ ਸਾਡੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੇਅਰਮੈਨ ਸਰਦਾਰ ਜਤਿੰਦਰਪਾਲ ਸਿੰਘ ਜੀ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਮਾਈਕ ਤੇ ਆਣ ਕਰਕੇ ਅੱਜ ਦੇ ਮੁੱਖ ਵਕਤਾ ਸਰਦਾਰ ਤਰਲੋਚਨ ਸਿੰਘ ਜੀ ਅਤੇ ਬਾਕੀ ਹਾਜ਼ਰੀਨ ਸਭਨਾਂ ਮੈਂਬਰਾਂ ਦਾ ਧੰਨਵਾਦ ਕਰਨ ਜੀ। ਸਰਦਾਰ ਜਤਿੰਦਰਪਾਲ ਸਿੰਘ ਜੀ। ਚਲੋ ਵਿੱਚੋਂ ਨਿਕਲ ਗਏ ਸਰ ਜਤਿੰਦਰਪਾਲ ਸਿੰਘ ਜੀ। ਹੈਗੇ ਜੀ, ਆ ਗਏ ਜੀ, ਆ ਗਏ। ਹਾਂਜੀ, ਅੱਛਾ, ਕਿਸੇ ਹੋਰ ਫੋਨ ਤੋਂ ਆਏ ਆ ਫਿਰ? ਨਹੀਂ, ਆਪਣਾ ਨਾਮ ਜੀ, ਨੰਬਰ। ਅੱਛਾ, ਹਾਂਜੀ, ਠੀਕ ਹੈ ਜੀ, ਠੀਕ। ਸਰਦਾਰ ਜੇਪੀ ਸਿੰਘ ਜੀ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜਿਹੜੀ ਜਾਣਕਾਰੀ ਭਰਪੂਰ ਪੰਜਾਬੀ ਸੂਬੇ ਦੇ ਮੋਰਚਿਆਂ ਬਾਰੇ, ਪੰਜਾਬੀ ਸੂਬੇ ਦੀ ਡਿਮਾਂਡ ਬਾਰੇ, ਤੇ ਇਸ ਸੰਘਰਸ਼ ਦੇ ਵਿੱਚ ਕਿਵੇਂ ਅਸੀਂ ਅੱਗੇ ਵਧੇ, ਉਹ ਬੜੇ ਵਿਸਥਾਰ ਦੇ ਵਿੱਚ ਤਰਲੋਚਨ ਸਿੰਘ ਜੀ ਨੇ ਤੇ ਸਾਨੂੰ ਉਹਦੀ ਵਿਆਖਿਆ ਕੀਤੀ, ਉਹ ਸਾਨੂੰ ਉਹਦਾ ਚਾਨਣਾ ਪਾਇਆ। ਬਹੁਤ ਉਹਨਾਂ ਦਾ ਧੰਨਵਾਦ। ਮੈਨੂੰ ਲੱਗਦਾ ਕਿ ਤਰਲੋਚਨ ਸਿੰਘ ਇੱਕ ਐਸੇ ਵਾਹਿਦ ਸਾਡੇ ਕੋਲੇ ਇੱਕ ਕੜੀ ਨੇ ਇਤਿਹਾਸ ਦੇ ਨਾਲ ਜੋੜਦੇ ਨੇ, ਜਿਹੜੇ ਇੱਕ ਸਿੱਖ ਹੋਣ ਦੇ ਨਾਤੇ ਸਿੱਖ ਤੌਰ ਤੇ ਸੋਚਦੇ ਨੇ ਤੇ ਸਿੱਖ ਹੋਣ ਦੇ ਨਾਤੇ ਉਸ ਇਤਿਹਾਸ ਨੂੰ, ਇਸ ਸਾਰੇ ਜੋ ਸਾਡੇ ਨਾਲ ਵਾਪਰਿਆ, ਉਹਨੂੰ ਆਪਣੀ ਦ੍ਰਿਸ਼ਟੀ ਦੇ ਵਿੱਚ, ਆਪਣੀ ਵਿਚਾਰ ਦੇ ਵਿੱਚ ਸਮੋ ਕੇ ਤੇ ਸਿੱਖ ਪਰਸਪੈਕਟਿਵ ਦੇ ਵਿੱਚ ਪੇਸ਼ ਕਰਦੇ ਨੇ। ਇਹ ਇੱਕ ਬੜਾ ਵੱਡਾ ਇੱਕ ਇਹਨਾਂ ਦਾ ਗੁਣ ਹੈ, ਸਤਿਗੁਰੂ ਦੀ ਇਹਨਾਂ ਦੇ ਬਖਸ਼ਿਸ਼ ਹੈ। ਸਤਿਗੁਰੂ ਇਹਨਾਂ ਦੀ ਦੀਰਘ ਆਯੂ ਕਰੇ। ਜੇ ਸਾਰਾ ਕੁਝ ਕਿਤੇ ਲਿਖ ਦੇਣ, ਆਪਣੀ ਕਿਤਾਬਾਂ ਇੱਕ ਦੋ ਇਹੋ ਜਿਹੀਆਂ ਬਣਾ ਦੇਣ, ਤੇ ਬਹੁਤ ਵੱਡੀ ਸੇਵਾ ਹੋਏਗੀ। ਆਉਣ ਵਾਲੇ ਦੇ ਜਿਹੜੇ ਲੈਕਚਰ ਨੇ ਪਾਰਲੀਮੈਂਟ ਦੇ ਵਿੱਚ, ਉਹ ਬੜੇ ਇੰਪੋਰਟੈਂਟ ਨੇ, ਉਹ ਵਾਕਈ ਰੈਫਰੈਂਸ ਦੇ ਤੌਰ ਤੇ ਕੰਮ ਆਉਣਗੇ ਆਉਣ ਵਾਲੇ ਸਮੇਂ 'ਚ। ਮੈਂ ਜਿਹੜੀਆਂ ਇੱਕ ਦੋ ਬੇਨਤੀਆਂ ਕਰਨੀਆਂ ਚਾਹੁੰਦਾ ਤੁਹਾਡੇ ਨਾਲ ਸਾਂਝੀਆਂ, ਉਹ ਇਹ ਕਿ 1966 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਿਆ, ਉਹਦੀ ਜਾਣਕਾਰੀ ਕਿਵੇਂ ਬਣਿਆ, ਉਹ ਸਾਰਾ ਤੁਸੀਂ ਸੁਣ ਲਿਆ। 1967 ਦੇ ਵਿੱਚ ਲਛਮਣ ਸਿੰਘ ਗਿੱਲ ਇਹਨਾਂ ਨੇ ਹੁਣੇ ਦੱਸਿਆ ਤੁਹਾਨੂੰ ਕਿ ਪੰਜਾਬੀ ਲਾਗੂ ਉਹਨਾਂ ਨੇ ਕੀਤੀ। ਹੁਣ ਪੰਜਾਬੀ ਲਾਗੂ ਕਰਨ ਦਾ ਜਿਹੜਾ ਤਰੀਕਾਕਾਰ ਸੀ, ਉਹ ਸੀਗਾ ਕਿ ਪੰਜਾਬੀ ਰਾਜ ਭਾਸ਼ਾ ਐਕਟ ਪਾਸ ਹੋ ਗਿਆ। ਉਹ ਪੰਜਾਬੀ ਰਾਜ ਭਾਸ਼ਾ ਐਕਟ ਜਿਹੜਾ ਹੈ, ਉਹ 1967 ਦੇ ਵਿੱਚ ਪਾਸ ਹੋਇਆ, ਤੇ ਉਹਨੂੰ ਸਮਝ ਲਓ ਅੱਜ 53 ਸਾਲ ਹੋ ਗਏ ਐਕਟ ਨੂੰ ਪਾਸ ਹੋਇਆ। ਉਸ ਤੋਂ ਬਾਅਦ ਉਸ ਐਕਟ ਦੇ ਵਿੱਚ 2008 ਦੇ ਵਿੱਚ ਤਰਮੀਮ ਵੀ ਹੋ ਗਈ, ਲੇਕਿਨ ਉਹ ਜਿਹੜਾ ਐਕਟ 1960 ਵਾਲਾ 53 ਸਾਲ ਬਾਅਦ ਵੀ ਉਹ ਪੰਜਾਬੀ ਸਾਡੀ ਭਾਸ਼ਾ ਜਿਹੜੀ ਹੈ, ਉਹ ਰਾਜ ਤਖਤ ਦੇ ਉੱਤੇ ਨਹੀਂ ਬੈਠ ਸਕੀ। ਰਾਜ ਤਖਤ ਤੇ ਬੈਠਣ ਦਾ ਸਾਡਾ ਇੱਕ ਕਨਸੈਪਟ ਕੀ ਹੈ ਕਿ ਰਾਜ ਤਖਤ ਤੇ ਕਿਵੇਂ ਭਾਸ਼ਾ ਨੇ ਬੈਠਣਾ ਹੈ ਤੇ ਉਹਨੇ ਕਰਨਾ ਕੀ ਹੈ ਬੈਠ ਕੇ। ਉਹ ਬੜਾ ਉਹਦੇ 'ਚ ਅਸੀਂ 3 ਕਾਨਫਰੰਸਾਂ ਕੀਤੀਆਂ ਸਟੱਡੀ ਸਰਕਲ ਵੱਲੋਂ, ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸਾਂ 2016 ਦੇ ਵਿੱਚ। ਉਹ ਕਾਨਫਰੰਸਾਂ ਦੇ ਵਿੱਚ ਅਸੀਂ ਬਕਾਇਦਾ ਮੁੱਦੇ ਰੱਖ ਕੇ ਬੜੇ ਵਿਸਥਾਰ ਦੇ ਵਿੱਚ ਸਾਰੇ ਮੁੱਦੇ ਜਿਹੜੇ ਡਿਸਕਸ ਕੀਤੇ ਨੇ, ਵੀ ਇਹਦੇ ਵਿੱਚ ਹੈ ਮੁੱਦੇ ਕਿਹੜੇ ਇਨਵੋਲਵ ਨੇ। ਉਹਦੇ ਵਿੱਚ ਇਹ ਹੈ ਕਿ ਜਿੰਨਾ ਚਿਰ ਅਸੀਂ ਆਪਣੀ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਾਉਂਦੇ, ਉਹਨਾਂ ਚਿਰ ਤੱਕਣ ਇਹ ਸਾਡੀ ਭਾਸ਼ਾ ਤਰੱਕੀ ਨਹੀਂ ਕਰ ਸਕਦੀ। ਹੁਣ ਰੁਜ਼ਗਾਰ ਦੀ ਭਾਸ਼ਾ ਕਿਵੇਂ ਬਣੇ? ਜੇਕਰ ਪੰਜਾਬੀ ਸਾਡੇ ਰਾਜ ਭਾਗ ਦੇ ਵਿੱਚ ਵਰਤੋਂ ਦੇ ਵਿੱਚ ਆਵੇ, ਵਰਤੋਂ ਵਿੱਚ ਆਏਗੀ ਤੇ ਪੰਜਾਬੀ ਜਾਣਨ ਵਾਲਿਆਂ ਵਾਸਤੇ ਰੁਜ਼ਗਾਰ ਪੈਦਾ ਹੋਣਗੇ। ਜੇ ਸਾਡੀ ਅਦਾਲਤਾਂ ਦੀ ਭਾਸ਼ਾ ਬਣੇ
ਤੇ ਕਿੰਨੇ ਵਕੀਲ ਜਿਹੜੇ ਨੇ ਉਹ ਇਸ ਪਾਸੇ ਪੰਜਾਬੀ ਪੜ੍ਹਨਗੇ ਤੇ ਜੱਜ ਨੂੰ ਵੀ ਪੜ੍ਹਨੀ ਪਏਗੀ, ਨੋਟਿੰਗ ਪੰਜਾਬੀ ਵਿੱਚ ਲਿਖਣਗੇ। ਕਿੰਨੇ ਟਾਈਪਿਸਟ ਜਿਹੜੇ ਨੇ ਉਹਨਾਂ ਦੀਆਂ ਵੈਕੈਂਸੀਜ਼ ਕ੍ਰੀਏਟ ਹੋਣਗੀਆਂ ਪੰਜਾਬੀ ਜਾਣਨ ਵਾਲਿਆਂ ਦੀਆਂ। ਸੋ ਅਦਾਲਤੀ ਭਾਸ਼ਾ ਤੇ ਪ੍ਰਸ਼ਾਸਨਿਕ ਭਾਸ਼ਾ, ਫਿਰ ਇਹਦੇ ਨਾਲ ਜਿਹੜੀ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਦੇ ਨੇ, ਜੇ ਉਹ ਕਾਨੂੰਨ ਪੰਜਾਬੀ 'ਚ ਨਹੀਂ ਬਣਨਗੇ, ਕਾਨੂੰਨ ਹੀ ਇੰਗਲਿਸ਼ ਦੇ ਵਿੱਚ ਹੋਣਗੇ ਜਾਂ ਤੇ ਉਹ ਪੰਜਾਬੀ ਵਿੱਚ ਹੋਣਗੇ, ਪੰਜਾਬੀ ਆਮ ਜਾਣਨ ਵਾਲੇ ਜਿਹੜੇ ਲੋਕ ਨੇ ਉਹ ਉਸ ਕਾਨੂੰਨ ਦੀ ਸਮਝ ਨਹੀਂ ਰੱਖ ਸਕਣਗੇ। ਉਹਨਾਂ ਨੂੰ ਪਤਾ ਨਹੀਂ ਲੱਗਣਾ ਇਹ ਪਾਸ ਕੀ ਹੋਇਆ, ਇਹ ਸਾਡੀ ਫੇਵਰ 'ਚ ਹੈ ਕਿ ਸਾਡੇ ਉਲਟ ਹੈ ਇਹ ਜਿਹੜਾ ਕਾਨੂੰਨ ਪਾਸ ਹੋਇਆ। ਪੰਜਾਬੀ ਦੇ ਵਿੱਚ ਕਾਨੂੰਨ ਬਣਨੇ ਬੜੇ ਜ਼ਰੂਰੀ ਨੇ। ਵਿਧਾਨ ਸਭਾ ਦੀ ਭਾਸ਼ਾ ਬਣੇ, ਪ੍ਰਸ਼ਾਸਨਿਕ ਭਾਸ਼ਾ ਬਣੇ ਤੇ ਅਦਾਲਤੀ ਭਾਸ਼ਾ ਬਣੇ ਪੰਜਾਬੀ, ਫਿਰ ਇਹ ਬਣੇਗੀ ਰੁਜ਼ਗਾਰ ਦੀ ਭਾਸ਼ਾ। ਫਿਰ ਲੋਕੀ ਪੰਜਾਬੀ ਪੜ੍ਹਨਗੇ, ਇਸ ਕਰਕੇ ਪੜ੍ਹਨਗੇ ਕਿ ਪੰਜਾਬੀ ਜਾਣਨ ਵਾਲੇ ਨੂੰ ਰੁਜ਼ਗਾਰ ਮਿਲੇਗਾ। ਰੁਜ਼ਗਾਰ ਦੇ ਮੌਕੇ ਜਿੰਨਾ ਚਿਰ ਪੈਦਾ ਨਹੀਂ ਹੁੰਦੇ ਪੰਜਾਬੀ ਜਾਣਨ ਵਾਲਿਆਂ ਲਈ, ਉਹਨਾਂ ਚਿਰ ਤੱਕ ਪੰਜਾਬੀ ਭਾਸ਼ਾ ਡਿਵੈਲਪ ਨਹੀਂ ਕਰ ਸਕਦੀ ਪ੍ਰੋਪਰ ਤਰੀਕੇ ਨਾਲ। ਜਿਹੜਾ ਅਸੀਂ ਮੁੱਦਾ ਚੁੱਕਿਆ ਸੀਗਾ ਕਿ ਪੰਜਾਬੀ ਦਾ ਇੱਕ ਜਿਹੜਾ ਫੌਂਟ ਹੈ, ਅੱਜ ਦੇਖੋ ਕੰਪਿਊਟਰ, ਅੱਜ ਪੰਜਾਬੀ ਜਿਹੜੀ ਸਿੱਖਣੀ ਹੈ ਨਾ, ਅਸੀਂ ਪੰਜਾਬੀ ਜਦੋਂ ਪੜ੍ਹੇ ਸਾਂ ਅਸੀਂ ਤਖਤੀ ਦੇ ਉੱਤੇ ਊੜਾ ਲਿਖ ਕੇ ਪੜ੍ਹੇ ਸੀ, ਲੇਕਿਨ ਅੱਜ ਤਖਤੀ ਦੇ ਉੱਤੇ ਅੱਜ ਦਾ ਜਿਹੜਾ ਬੱਚਾ ਹੈ ਨਾ, ਉਹ ਪੰਜਾਬੀ ਭਾਸ਼ਾ ਤਖਤੀ ਦੇ ਉੱਤੇ ਲਿਖ ਕੇ ਊੜਾ ਨਹੀਂ ਉਹਨੇ ਸਿੱਖਣਾ। ਅੱਜ ਤੇ ਉਹ ਕੰਪਿਊਟਰ ਚਲਾਉਂਦਾ ਹੈ, ਉਹ ਲੈਪਟਾਪ ਚਲਾਉਂਦਾ ਹੈ, ਉਹ ਮੋਬਾਈਲ ਦੇ ਉੱਤੇ ਕੀਬੋਰਡ ਨੂੰ ਯੂਜ਼ ਕਰਦਾ ਹੈ। ਜਿੰਨਾ ਚਿਰ ਤੱਕ ਉਹਨੂੰ ਅਸੀਂ ਪੰਜਾਬੀ ਦਾ ਕੀਬੋਰਡ ਨਹੀਂ ਪ੍ਰੋਵਾਈਡ ਕਰਾਂਗੇ, ਉਹਨਾਂ ਚਿਰ ਤੱਕ ਉਹ ਪੰਜਾਬੀ ਦੇ ਨਾਲ ਜੁੜ ਨਹੀਂ ਪਾਏਗਾ। ਨਵੀਂ ਜਨਰੇਸ਼ਨ ਸਾਡੀ ਪੰਜਾਬੀ ਨਾਲ ਇਸੇ ਕਰਕੇ ਜੁੜ ਨਹੀਂ ਪਾ ਰਹੀ ਕਿ ਅਸੀਂ ਕੰਪਿਊਟਰ ਦੇ ਵਿੱਚ ਪੰਜਾਬੀ ਦਾ ਕੀਬੋਰਡ ਨਹੀਂ ਪ੍ਰੋਵਾਈਡ ਕਰ ਪਾ ਰਹੇ। ਉਹਦਾ ਇੱਕ ਜਿਹੜਾ ਸਾਨੂੰ ਲੱਗਾ ਕਿ ਇਹਦਾ ਕਾਰਨ ਕੀ, ਅਸੀਂ ਬਹੁਤ ਸਾਰੇ ਐਕਸਪਰਟਸ ਦੇ ਨਾਲ ਇਹ ਡਿਸਕਸ਼ਨ ਕੀਤੀ, ਉਹਨਾਂ ਨੂੰ ਆਪਣੇ ਕਾਨਫਰੰਸਾਂ ਦੇ ਵਿੱਚ ਵੀ ਮੁੱਦਾ ਰੇਜ਼ ਕਰਕੇ ਬੁਲਾਇਆ। ਉਹ ਗੱਲ ਇਹ ਨਿਕਲੀ ਕਿ ਇਸ ਕਰਕੇ ਇਹ ਕੀਬੋਰਡ ਨਹੀਂ ਸਾਹਮਣੇ ਆ ਰਿਹਾ, ਕਮਰਸ਼ੀਅਲਾਈਜ਼ ਹੋ ਕੇ ਸਾਡੇ ਸਾਹਮਣੇ ਕੀਬੋਰਡ ਲੋਕਾਂ ਦੇ ਵਿੱਚ ਨਹੀਂ ਪ੍ਰਚਲਿਤ ਹੋ ਰਿਹਾ। ਉਹਦਾ ਰੀਜ਼ਨ ਇਹ ਹੈਗਾ ਕਿ ਬਹੁਤ ਸਾਰੇ ਫੌਂਟ ਨੇ ਪੰਜਾਬੀ ਦੇ ਉਹ ਪ੍ਰਚਲਿਤ ਨੇ ਮਾਰਕੀਟ ਦੇ ਵਿੱਚ, ਤੇ ਪੰਜਾਬ ਸਰਕਾਰ ਜਿਹੜੀ ਆ ਉਹਨੇ ਕਿਸੇ ਨੇ ਇੱਕ ਫੌਂਟ ਜਿਹੜਾ ਨਾ ਉਹਨੂੰ ਇਹਨਾਂ ਨੇ ਸਟੈਂਡਰਡਾਈਜ਼ ਦੇ ਤੌਰ ਤੇ ਮੰਨਿਆ ਨਹੀਂ। ਲੇਕਿਨ ਸਟੱਡੀ ਸਰਕਲ ਨੇ ਜਿਹੜੇ ਐਫਰਟਸ ਕੀਤੇ, ਬਹੁਤ ਸਾਰੀਆਂ ਅਸੀਂ ਚਿੱਠੀਆਂ ਲਿਖੀਆਂ ਪੰਜਾਬ ਦੇ ਚੀਫ ਮਿਨਿਸਟਰ ਨੂੰ, ਪੰਜਾਬ ਦੇ ਭਾਸ਼ਾ ਮੰਤਰੀ ਨੂੰ, ਉਹਦੇ ਨਾਲ ਜਾ ਕੇ ਮੀਟਿੰਗਾਂ ਕੀਤੀਆਂ, ਬਹੁਤ ਲੰਬੀਆਂ ਅਸੀਂ ਡਿਸਕਸ਼ਨ ਕਰਨ ਤੋਂ ਬਾਅਦ ਇਹ ਸਾਡੀ ਡਿਮਾਂਡ ਮੰਨੀ ਗਈ ਤੇ 17 ਮਾਰਚ 2017 ਨੂੰ ਇਹ ਪੰਜਾਬੀ ਦਾ ਜਿਹੜਾ ਫੌਂਟ ਹੈ ਇੱਕ, ਉਹਨੂੰ ਸਟੈਂਡਰਡਾਈਜ਼ ਕਰਕੇ ਪੰਜਾਬ ਸਰਕਾਰ ਨੇ ਸਰਕੂਲਰ ਭੇਜ ਦਿੱਤਾ ਸਾਰੇ ਪੰਜਾਬ ਦੇ ਵਿੱਚ, ਸਾਰੇ ਦਫ਼ਤਰਾਂ ਦੇ ਵਿੱਚ, ਕਿ ਅੱਗੇ ਤੋਂ ਇਹ ਜਿਹੜਾ ਫੌਂਟ ਹੈ ਇਹਨੂੰ ਮੰਨਿਆ ਜਾਏਗਾ। ਜਿਹੜਾ ਪੰਜਾਬ ਦਾ ਫੌਂਟ ਹੈ, ਪੰਜਾਬ ਦਾ ਸਰਕਾਰੀ ਫੌਂਟ, ਆਫੀਸ਼ੀਅਲ ਫੌਂਟ, ਇਹਨੂੰ ਮੰਨਿਆ ਜਾਏਗਾ। ਤੇ ਜਿਹਨੇ ਪੰਜਾਬ ਸਰਕਾਰ ਦੀ ਨੌਕਰੀ ਕਰਨੀ ਹੈ ਉਹਦਾ ਟੈਸਟ ਵੀ ਇਸੇ ਫੌਂਟ ਦੇ ਨਾਲ ਹੋਏਗਾ। ਤਾਂ ਬਹੁਤ ਸਾਡੀ ਵੱਡੀ ਇੱਕ ਅਚੀਵਮੈਂਟ ਸੀ ਕਿ ਇਹ ਹੋ ਗਿਆ। ਅਸੀਂ ਬੜਾ ਫਾਲੋ ਅਪ ਕਰ ਰਹੇ ਹਾਂ, ਉਹ ਅਜੇ ਵੀ ਕਰ ਰਹੇ ਹਾਂ। ਅਦਾਲਤੀ ਭਾਸ਼ਾ ਬਣ ਜਾਏ, ਪ੍ਰਸ਼ਾਸਨਿਕ ਭਾਸ਼ਾ ਬਣ ਜਾਏ, ਜ਼ਿਲ੍ਹਾ ਪੱਧਰ ਦੇ ਉੱਤੇ ਐਜੂਕੇਸ਼ਨ ਦੇ ਵਿੱਚ ਜਿਹੜੇ ਦੇਖੋ ਇੱਕ ਹੋਰ ਬੜੀ ਸਮੱਸਿਆ, ਜਿਹੜੇ ਸਾਡੇ CBSE ਨਾਲ ਐਫੀਲੀਏਟਡ ਸਕੂਲ ਨੇ ਉਹ ਪੰਜਾਬੀ ਪੜ੍ਹਾਉਂਦੇ ਨਹੀਂ ਗਏ। ਉਹ ਪਹਿਲੀ ਜਮਾਤ ਤੋਂ 5ਵੀਂ ਜਮਾਤ ਤੱਕ ਪੰਜਾਬੀ ਪੜ੍ਹਾਉਣੀ ਜ਼ਰੂਰੀ ਹੈ, 10ਵੀਂ ਜਮਾਤ ਤੱਕ ਪੰਜਾਬੀ ਪੜ੍ਹਾਉਣੀ ਜ਼ਰੂਰੀ ਹੈ, ਪੜ੍ਹਾਉਂਦੇ ਨਹੀਂ ਗਏ। ਉਹ ਅਸੀਂ ਸਾਰੇ ਡਿਸਟ੍ਰਿਕਟ ਐਜੂਕੇਸ਼ਨ ਅਫਸਰਾਂ ਦੇ ਨੂੰ ਇੱਕ ਸਰਕੂਲਰ ਭਜਵਾਇਆ ਪੰਜਾਬ ਤੋਂ ਕਿ ਪੰਜਾਬੀ ਨੂੰ ਪੜ੍ਹਾਇਆ ਜਾਵੇ। ਬਹੁਤ ਸਾਰੇ ਲੋਕ ਜਿਹੜੇ ਸਕੂਲ ਜਿਹੜੇ ਨੇ ਪੜ੍ਹਾਉਣ ਲੱਗ ਗਏ, ਲੇਕਿਨ ਅਜੇ ਵੀ ਬਹੁਤ ਸਾਰੇ ਸਕੂਲ ਜਿਹੜੇ DAV ਸਕੂਲ ਨੇ ਜਾਂ ਕ੍ਰਿਸਚੀਅਨ ਸਕੂਲ ਨੇ, ਉਹਨਾਂ ਨੂੰ ਕੋਈ ਪੰਜਾਬੀ ਦੇ ਨਾਲ ਸਰੋਕਾਰ ਨਹੀਂ ਹੈ। ਉਹਦੀ ਲੋੜ ਇਸ ਗੱਲ ਦੀ ਹੈ ਕਿ ਬੜੇ ਵੈਲ ਆਰਗੇਨਾਈਜ਼ਡ ਨਾਲ ਜਿੱਥੇ ਅਸੀਂ ਐਜੀਟੇਸ਼ਨ ਕਰਨੀ ਹੈ, ਜਿੱਥੇ ਅਸੀਂ ਧਰਨੇ ਮਾਰਨੇ ਨੇ, ਸਾਰਾ ਕੁਝ ਕਰੋ, ਲੇਕਿਨ ਜਿੰਨੇ ਚਿਰ ਫਾਈਲ ਵਰਕ ਨਹੀਂ ਅਸੀਂ ਕਰਦੇ, ਜਿੰਨਾ ਚਿਰ ਅਸੀਂ ਚਿੱਠੀ ਪੱਤਰ ਦੇ ਨਾਲ ਉਹਨੂੰ ਬਕਾਇਦਾ ਫਾਲੋ ਅਪ ਕਰਕੇ ਲਗਾਤਾਰ ਨਿਰੰਤਰਤਾ ਦੇ ਨਾਲ ਉਹ ਫਾਈਲ ਨੂੰ ਮੂਵ ਨਹੀਂ ਕਰਾਉਂਦੇ, ਅੱਗੋਂ ਸਰਕਾਰੀ ਲੈਵਲ ਦੇ ਉੱਤੇ ਟੇਕ ਅਪ ਨਹੀਂ ਕਰਦੇ ਇਸ਼ੂ, ਉਹਨਾਂ ਚਿਰ ਤੱਕ ਪੰਜਾਬ ਦੀ ਰਾਜ ਭਾਸ਼ਾ ਪ੍ਰੈਕਟੀਕਲੀ ਨਹੀਂ ਬਣ ਸਕਦੀ। 53 ਸਾਲ ਬਾਅਦ ਵੀ ਅਸੀਂ ਉਸੇ ਪੋਜੀਸ਼ਨ 'ਚ ਬੜਾ ਬਿਲਕੁਲ ਠੀਕ ਕਿਹਾ ਸਤਿਲੋਚਨ ਸਿੰਘ ਨੇ ਵੀ ਸਾਡੀ ਇੱਕ ਵੀ ਅਚੀਵਮੈਂਟ ਨਹੀਂ ਹੈਗੀ। ਉਹਦਾ ਰੀਜ਼ਨ ਇਹੀ ਹੈ ਕਿ ਮਦਈ ਜਿਹੜੇ ਸਨ ਨਾ, ਜਿਨ੍ਹਾਂ ਨੇ ਪੰਜਾਬੀ ਸੂਬੇ ਲਈ ਕੁਰਬਾਨੀਆਂ ਦਿੱਤੀਆਂ, ਉਹ ਵੀ ਉਹਨਾਂ ਦੀਆਂ ਸਰਕਾਰਾਂ ਵੀ ਆਈਆਂ, ਤੇ ਜਿਹੜੇ ਪੰਜਾਬੀ ਸੂਬੇ ਲਈ ਲੜਨ ਵਾਲਿਆਂ ਤੇ ਡਾਂਗਾ ਮਾਰਦੇ ਰਹੇ, ਜਿਨ੍ਹਾਂ ਨੂੰ ਮਾਰਦੇ ਰਹੇ, ਪੰਜਾਬੀ ਸੂਬੇ ਦੇ ਮੋਰਚੇ ਵਿੱਚ ਗ੍ਰਿਫਤਾਰੀਆਂ ਕਰਦੇ ਰਹੇ, ਜ਼ੁਲਮ ਕਰਦੇ ਰਹੇ, ਉਹਨਾਂ ਦੀ ਸਰਕਾਰਾਂ ਵੀ ਆਈਆਂ ਪੰਜਾਬੀ ਸੂਬਾ ਬਣਨ ਤੋਂ ਬਾਅਦ, ਲੇਕਿਨ ਦੋਨਾਂ ਨੇ ਪੰਜਾਬੀ ਵਾਸਤੇ ਕੁਝ ਨਹੀਂ ਕੀਤਾ। ਇਹ ਬਹੁਤ ਵੱਡੀ ਸਾਡੀ ਤਰਾਸਦੀ ਹੈ, ਜਿਹਨੂੰ ਅਸੀਂ ਕਦੇ ਵੀ ਗੰਭੀਰਤਾ ਦੇ ਨਾਲ ਵਿਚਾਰਿਆ ਨਹੀਂ। ਇਹ ਜਿੰਨਾ ਚਿਰ ਤੱਕ ਅਸੀਂ ਇਹ ਰਾਜ ਕਰਨ ਵਾਲੇ ਜਿਹੜੀਆਂ ਧਿਰਾਂ ਨੇ, ਉਹ ਪੰਜਾਬੀ ਬਾਰੇ ਉਹਨਾਂ ਨੂੰ ਸਿੰਸੀਅਰ ਕਰਨਾ ਪਏਗਾ ਸਾਨੂੰ, ਤਾਂ ਹੀ ਆਪਾਂ ਇਸ ਗੱਲ ਨੂੰ ਅੱਗੇ ਤੋਰ ਪਾਵਾਂਗੇ।
ਮੇਰੀ ਬੇਨਤੀ ਹੈ ਕਿ ਆਪਾਂ ਇਹ ਜਿਹੜੀ ਲੜੀ ਹੈ ਪੰਜਾਬੀ ਅਸੀਂ ਚੌਥੀ ਕਾਨਫਰੰਸ ਵੀ ਅੱਗੋਂ ਕਰਾਂਗੇ, ਲੇਕਿਨ ਆਹ ਸਾਰੇ ਇਸ਼ੂ ਜਿਹੜੇ ਆਪਾਂ ਹੁਣ ਤੱਕ ਤਿੰਨਾਂ ਕਾਨਫਰੰਸ ਦੇ ਵਿੱਚ ਮੁੱਦੇ ਲਏ ਨੇ, ਉਹ ਸਾਰੇ ਮੁੱਦੇ ਜਿਹੜੇ ਨੇ ਉਹਨਾਂ ਬਾਰੇ ਲਿਟਰੇਚਰ ਵੀ ਅਸੀਂ ਕ੍ਰੀਏਟ ਕੀਤਾ ਹੋਇਆ, ਉਹ ਆਪਾਂ ਜ਼ਰੂਰ ਉਹਦੀ ਸਟੱਡੀ ਕਰੀਏ, ਗੰਭੀਰਤਾ ਦੇ ਨਾਲ ਇਹਨੂੰ ਆਪਾਂ ਟੇਕ ਅਪ ਕਰਾਂਗੇ ਤਾਂ ਪੰਜਾਬੀ ਭਾਸ਼ਾ ਜਿਹੜੀ ਹੈ ਸਾਡੀ ਰੁਜ਼ਗਾਰ ਦੀ ਭਾਸ਼ਾ ਬਣੇਗੀ, ਸਾਡੀ ਸਰਕਾਰ ਦੀ ਭਾਸ਼ਾ ਬਣੇਗੀ। ਤੇ ਇਸ ਤੋਂ ਬਾਅਦ ਇਹ ਤਾਂ ਸਾਡੇ ਇਖਤਿਆਰ ਦੀ ਗੱਲ ਹੈ ਨਾ ਕਿ ਸਾਡੇ ਪਰਿਵਾਰਾਂ ਚੋਂ ਪੰਜਾਬੀ ਨਿਕਲ ਗਈ ਹੈ, ਪਰਿਵਾਰ ਦੀ ਭਾਸ਼ਾ ਤਾਂ ਅਸੀਂ ਖੁਦ ਬਣਾ ਸਕਦੇ ਹਾਂ ਨਾ। ਇੱਕ ਇਹ ਤਹਈਆ ਕਰੀਏ ਪੰਜਾਬੀ ਦਾ, ਇਹ ਪੰਜਾਬੀ ਸੂਬੇ ਦਾ ਇਹ ਹਫਤਾ ਮਨਾਉਂਦੇ ਹੋਏ ਕਿ ਅਸੀਂ ਘੱਟੋ ਘੱਟ ਆਪਣੇ ਪਰਿਵਾਰਾਂ ਦੇ ਵਿੱਚ ਤੇ ਪੰਜਾਬੀ ਨੂੰ ਲਾਗੂ ਕਰ ਦਈਏ। ਇਹ ਕਿੰਨੀ ਸਾਡੀ ਤਰਾਸਦੀ ਹੈ ਕਿ ਅਸੀਂ ਆਪ ਹੀ ਪੰਜਾਬੀ ਨੂੰ ਛੱਡਦੇ ਜਾ ਰਹੇ, ਪੰਜਾਬੀ ਦੇ ਮੁਦਈ ਹੁੰਦੇ ਆ, ਅਸੀਂ ਪੰਜਾਬੀ ਘਰ ਵਿੱਚ ਬੋਲਣਾ ਪਸੰਦ ਨਹੀਂ ਕਰਦੇ, ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣਾ ਅੱਗੋਂ ਪਸੰਦ ਨਹੀਂ ਕਰਦੇ। ਇਹ ਬਹੁਤ ਵੱਡੀਆਂ ਗੱਲਾਂ ਨੇ। ਇੱਕ ਹੋਰ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਉਹ ਕਰਕੇ ਤੇ ਖਿਮਾ ਮੰਗਾਂਗੇ, ਕਈ ਸਾਡੇ ਐਸੇ ਲੋਕ ਨੇ ਜਿਨ੍ਹਾਂ ਨੂੰ ਇਹ ਭਾਸ਼ਾ ਦੇ ਨਾਂ ਦੇ ਉੱਤੇ ਜਿਹੜੇ ਸੂਬੇ ਬਣੇ, ਸਾਰੇ ਹਿੰਦੁਸਤਾਨ ਨੂੰ ਕੰਸਟੀਟਿਊਟ ਕਰਕੇ, ਰੀਆਰਗੇਨਾਈਜ਼ ਕਰਕੇ ਭਾਸ਼ਾ ਦੇ ਬੇਸ ਦੇ ਉੱਤੇ ਸੂਬੇ ਬਣਾਏ ਗਏ। ਉਹਦੇ ਵਿੱਚ ਇਹ ਪੰਜਾਬੀ ਸੂਬਾ ਜੇ ਕਈ ਕਹਿੰਦੇ ਨੇ ਬੜਾ ਛੋਟਾ ਜਿਹਾ ਰਹਿ ਗਿਆ ਜੀ, ਹੁਣ ਇੰਨਾ ਵੱਡਾ ਸਾਡਾ ਪੰਜਾਬ ਸੀ ਛੋਟਾ ਜਿਹਾ ਬਣਾਤਾ। ਅਸੀਂ ਤੇ ਛੋਟਾ ਨਹੀਂ ਕਿਹਾ, ਮੰਗਿਆ ਸੀਗਾ, ਅਸੀਂ ਤੇ ਮੰਗਿਆ ਸੀ ਪੰਜਾਬੀ ਸੂਬਾ ਪੰਜਾਬੀ ਭਾਸ਼ਾ ਦੇ ਬੇਸ ਦੇ ਉੱਤੇ ਬਣਾਓ, ਜਿੱਥੇ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ ਉਹਨੂੰ ਪੰਜਾਬੀ ਸੂਬੇ ਦੇ ਵਿੱਚ ਸ਼ਾਮਲ ਕਰ ਦਿਓ। ਲੇਕਿਨ ਜਿਨ੍ਹਾਂ ਲੋਕਾਂ ਨੇ ਸਾਨੂੰ ਇਹ ਅਧੂਰਾ ਜਿਹਾ ਸੂਬਾ ਦਿੱਤਾ, ਇਹ ਕਸੂਰ ਉਹਨਾਂ ਦਾ, ਸਾਡਾ ਕਸੂਰ ਨਹੀਂ ਹੈਗਾ। ਸਾਡਾ ਕਸੂਰ ਜਿਹੜੇ ਪੰਜਾਬੀ ਸੂਬਾ ਮੰਗਣ ਵਾਲੇ ਨੇ ਉਹਨਾਂ ਦਾ ਕਸੂਰ ਨਹੀਂ ਇਹ ਕੱਢਿਆ ਜਾ ਸਕਦਾ। ਹਾਂ, ਇਹ ਗੱਲ ਬਿਲਕੁਲ ਠੀਕ ਹੈ ਕਿ ਹੌਲੀ ਹੌਲੀ ਕੀ ਹੋਇਆ ਕਿ ਸਾਨੂੰ ਜਿਵੇਂ ਜਿਵੇਂ ਰਾਜ ਭਾਗ ਦੇ ਵਿੱਚ ਸ਼ਾਮਲ ਹੁੰਦੇ ਗਏ ਪੰਜਾਬੀ ਸੂਬੇ ਲਈ ਲੜਨ ਵਾਲੇ ਲੋਕ, ਜਦੋਂ ਰਾਜ ਭਾਗ ਦੇ ਮੁਬਾਰਕ ਬਣ ਗਏ, ਰਾਜ ਕਰਨ ਲੱਗੇ, ਮੰਤਰੀ ਬਣਨ ਲੱਗੇ, ਮੁੱਖ ਮੰਤਰੀ ਬਣਨ ਲੱਗੇ, ਉਹਨਾਂ ਨੇ ਹੌਲੀ ਹੌਲੀ ਇਹ ਡਿਮਾਂਡ ਜਿਹੜੀਆਂ ਨੇ ਨਾ ਪੰਜਾਬੀ ਵਾਲੀਆਂ, ਪੰਜਾਬੀ ਸੂਬੇ ਨੂੰ ਦੇ ਨਾਲ ਵਿਤਕਰੇ ਜਿਹੜੇ ਹੋਏ ਉਹ ਡਿਮਾਂਡਸ ਨੂੰ ਪੂਰਾ ਕਰਨ ਦੀ ਹੌਲੀ ਹੌਲੀ ਉਸ ਪਾਸੋਂ ਅਵੇਸਲੇ ਹੋ ਗਏ। ਜਿਵੇਂ ਜਿਵੇਂ ਰਾਜ ਭਾਗ 'ਚ ਬੜੀ ਗਏ ਤਿਵੇਂ ਤਿਵੇਂ ਆਪਣੀਆਂ ਮੰਗਾਂ ਪ੍ਰਤੀ ਅਵੇਸਲੇ ਹੁੰਦੇ ਗਏ। ਲੇਕਿਨ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਰਾਜ ਭਾਗ ਵੀ ਕਰੋ, ਰਾਜ ਨੂੰ ਮਾਣੋ, ਪਰ ਜਦੋਂ ਰਾਜ ਤੁਹਾਡੇ ਹੱਥ 'ਚ ਆਵੇ ਘੱਟੋ ਘੱਟ ਉਦੋਂ ਪੰਜਾਬੀ ਨੂੰ ਤਾਂ ਲਾਗੂ ਕਰ ਦਿਓ। ਜਦੋਂ ਤੁਹਾਡੇ ਕੋਲ ਰਾਜ ਭਾਗ ਆਵੇ ਉਦੋਂ ਘੱਟੋ ਘੱਟ ਸਿੱਖੀ ਦੀ ਸ਼ਾਨ ਤਾਂ ਅੱਗੇ ਵਧਾ ਦਿਓ। ਘੱਟੋ ਘੱਟ ਜਿਨ੍ਹਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਪੰਜਾਬੀ ਸੂਬੇ ਲਈ ਉਹਨਾਂ ਨੂੰ ਮਾਣ ਇੱਜ਼ਤ ਤਾਂ ਦੇ ਦਿਓ, ਉਹਨਾਂ ਨੂੰ ਸਨਮਾਨ ਤਾਂ ਕਰ ਦਿਓ ਉਹਨਾਂ ਦਾ। ਇਹ ਬੜੀਆਂ ਸਾਡੀ ਤਰਾਸਦੀ ਹੈ, ਜਿਹਨੂੰ ਸਾਨੂੰ ਕਈ ਵਾਰੀ ਇਹ ਸਾਰਾ ਕੁਝ ਯਾਦ ਕਰਕੇ ਬੜੀ ਦੁੱਖ ਤਕਲੀਫ ਹੁੰਦੀ ਹੈ। ਸਤਿਗੁਰ ਕਿਰਪਾ ਇਸ ਸਾਲ 2020 ਦੇ ਵਿੱਚ ਦੋ ਬਹੁਤ ਵੱਡੀਆਂ ਸ਼ਤਾਬਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 100 ਸਾਲਾ, ਜਿਹਦੇ ਨਾਲ ਸਾਡਾ ਬਹੁਤ ਵੱਡਾ ਕੁਰਬਾਨੀਆਂ ਦਾ ਇਤਿਹਾਸ ਜੁੜਿਆ, ਸ਼੍ਰੋਮਣੀ ਅਕਾਲੀ ਦਲ ਦੀ 100 ਸਾਲਾ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੇਖੋ 400 ਸਾਲਾ, ਉਹ ਵੀ ਅਸੀਂ ਮਨਾ ਰਹੇ ਹਾਂ। ਇਹ ਸਾਰਾ ਕੁਝ ਸੈਲੀਬ੍ਰੇਸ਼ਨ ਕਰਦਿਆਂ ਹੋਇਆਂ ਆਪਾਂ ਜੇ ਕਿਤੇ ਆਪਣੇ ਆਪ ਨੂੰ ਬੜੇ ਵਧੀਆ ਤਰੀਕੇ ਨਾਲ ਅੱਜ ਮਿਕਸ ਸੁਸਾਇਟੀ ਦੇ ਵਿੱਚ, ਜਿਹਨੂੰ ਆਪਾਂ ਸੈਕੂਲਰਿਜ਼ਮ ਕਹਿੰਦੇ ਆ, ਉਸ ਜਿਹੜਾ ਸੈਕੂਲਰਿਜ਼ਮ ਅੱਜ ਪ੍ਰਚਲਿਤ ਹੈ ਨਾ, ਉਹਦੇ ਚੋਂ ਧਰਮ ਮਾਈਨਸ ਹੈ। ਲੇਕਿਨ ਜੇ ਗੁਰੂ ਤੇਗ ਬਹਾਦਰ ਸਾਹਿਬ ਵਾਲਾ ਸੈਕੂਲਰਿਜ਼ਮ ਆਪਾਂ ਅਪਣਾ ਲਈਏ, ਜਿਹੜਾ ਸਾਨੂੰ ਉਹਨਾਂ ਨੇ ਸਿਖਾਇਆ, ਜਿੱਦੋਂ ਜੋ ਧਰਮ ਮਾਈਨਸ ਨਹੀਂ ਹੈਗਾ ਧਰਮ ਨਿਰਪੱਖਤਾ ਦੇ ਵਿੱਚੋਂ, ਉਹ ਧਰਮ ਨੂੰ ਆਪਾਂ ਪ੍ਰਫੁੱਲਤ ਕਰਨ ਲਈ ਉਸ ਸੈਕੂਲਰਿਜ਼ਮ ਨੂੰ ਅੱਗੇ ਆਪਾਂ ਆਪਣਾ ਇੱਕ ਟੂਲ ਬਣਾ ਕੇ, ਉਹਨੂੰ ਆਪਣਾ ਇੱਕ ਹਥਿਆਰ ਬਣਾ ਕੇ ਜੇ ਆਪਾਂ ਚੱਲੀਏ, ਤੇ ਮੈਨੂੰ ਲੱਗਦਾ ਕਿ ਸਿੱਖੀ ਦੀ ਅਸੀਂ ਸੇਵਾ ਕਰ ਸਕਦੇ ਹਾਂ, ਪੰਜਾਬੀ ਦੀ ਸੇਵਾ ਕਰ ਸਕਦੇ ਹਾਂ, ਪੰਜਾਬੀ ਨੂੰ ਰਾਜ ਤਖਤ ਤੇ ਵੀ ਬਿਠਾ ਸਕਦੇ ਹਾਂ। ਉਦਮ ਕਰੀਏ, ਸਤਿਗੁਰੂ ਪਾਤਸ਼ਾਹ ਸਾਡਾ ਸਹਾਈ ਹੋਵੇ। ਅੱਜ ਆਪਾਂ ਅਰਦਾਸ ਕਰੀਏ ਸਾਨੂੰ ਸਤਿਗੁਰ ਬਲ ਬਖਸ਼ੇ। ਅਸੀਂ ਜਿੱਥੇ ਮੋਰਚੇ ਲਾਏ, ਜਿੱਥੇ ਅਸੀਂ ਸੰਘਰਸ਼ ਕੀਤੇ, ਡਾਂਗਾਂ ਖਾਧੀਆਂ, ਮਾਰਾਂ ਖਾਧੀਆਂ, ਕੁਰਬਾਨੀਆਂ ਕੀਤੀਆਂ, ਉੱਥੇ ਅਸੀਂ ਫਾਈਲ ਨੂੰ ਮੂਵ ਕਰਨਾ ਵੀ ਸਿੱਖ ਲਈਏ। ਕਿਵੇਂ ਅਸੀਂ ਫਾਈਲ ਵਰਕ ਕਰਨਾ ਹੈ, ਕਿਵੇਂ ਫਾਈਲ ਦੇ ਵਿੱਚ ਆਪਣੀ ਗੱਲ ਨੂੰ ਅੱਗੇ ਚਲਾਣੀ ਹੈ, ਸਰਕਾਰ ਦੇ ਸਾਰੇ ਉਹ ਢਾਂਚੇ ਦੇ ਵਿੱਚ ਅਸੀਂ ਗੱਲ ਨੂੰ ਆਪਣੇ ਫਾਈਲ ਦੇ ਵਿੱਚ ਨਾਲ, ਆਪਣੇ ਨੋਟਿੰਗ ਦੇ ਨਾਲ ਕਿਵੇਂ ਅੱਗੇ ਵਧਾਉਣਾ, ਇਹ ਜਦੋਂ ਸਾਨੂੰ ਸਮਝ ਆ ਗਈ ਤੇ ਮੈਨੂੰ ਲੱਗਦਾ ਕਿ ਅਸੀਂ ਬਹੁਤ ਸਾਰੀਆਂ ਵੱਡੀਆਂ ਅਚੀਵਮੈਂਟਸ ਕਰ ਪਾਵਾਂਗੇ। ਇੰਨੀਆਂ ਬੇਨਤੀਆਂ ਕਰਦਾ ਹੋਇਆ ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਕਰਦਾ। ਸਤਿਗੁਰ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਆਪਣੀ ਭਾਸ਼ਾ ਦੀ, ਆਪਣੀ ਮਾਂ ਬੋਲੀ ਦੀ ਸੇਵਾ ਕਰਨ ਵਾਸਤੇ ਜੋੜੀ ਰੱਖੇ, ਹੋਰ ਅੱਗੇ ਵਧਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਚੇਅਰਮੈਨ ਸਰਦਾਰ ਜਤਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਆਪਣਾ ਜਿਹੜਾ ਦਰਦ ਉਹ ਜ਼ਾਹਰ ਕੀਤਾ। ਬਹੁਤ ਥੋੜੇ ਸ਼ਬਦਾਂ ਦੇ ਵਿੱਚ ਵੀਰ ਜੀ ਹੁਣਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ, ਤੇ ਅੱਗੇ ਪ੍ਰੋਗਰਾਮ ਕਰਾਉਣ ਵਾਸਤੇ, ਨੋਟਿੰਗ ਕਰਾਉਣ ਵਾਸਤੇ ਜੋ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ, ਉਹਨਾਂ ਦਾ ਵੀ ਅਸੀਂ ਪੂਰੇ
ਪੂਰਾ ਧਿਆਨ ਰੱਖਾਂਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। 3 ਰੋਜ਼ਾ ਇਸ ਸੈਮੀਨਾਰਾਂ ਦੀ ਲੜੀ ਦੇ ਵਿੱਚ ਅੱਜ ਦਾ ਪਹਿਲਾ ਦਿਨ ਸਤਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਚੜ੍ਹਦੀ ਕਲਾ ਦੇ ਵਿੱਚ ਰਿਹਾ। ਅੱਜ ਦੇ ਸਾਡੇ ਮੁੱਖ ਵਕਤਾ ਸਰਦਾਰ ਤਰਲੋਚਨ ਸਿੰਘ ਜੀ ਹੋਰਾਂ ਦਾ ਬਹੁਤ ਧੰਨਵਾਦ। ਪ੍ਰਮਾਤਮਾ ਉਹਨਾਂ ਨੂੰ ਸਿਹਤ ਜਾਬੀਆਂ ਬਖਸ਼ੇ। ਜਿਵੇਂ ਸਰਦਾਰ ਜਤਿੰਦਰਪਾਲ ਸਿੰਘ ਜੀ ਹੋਰਾਂ ਨੇ ਕਿਹਾ ਕਿ ਕਿਰਪਾ ਕਰਕੇ ਜੇ ਉਹ ਆਪਣੇ ਜਿਹੜੇ ਉਹਨਾਂ ਨੇ ਲੈਕਚਰ ਦਿੱਤੇ ਨੇ ਜਾਂ ਜਿਹੜੇ ਉਹਨਾਂ ਦੇ ਵਿਚਾਰ ਨੇ, ਜੇ ਕਿਤੇ ਉਹ ਰਾਈਟਿੰਗ ਦੇ ਵਿੱਚ ਲੈ ਆਉਣ, ਲਿਖ ਦੇਣ, ਤੇ ਆਉਣ ਵਾਲੀਆਂ ਜਿਹੜੀਆਂ ਅਗਲੀਆਂ ਜਨਰੇਸ਼ਨਸ ਹੈ ਉਹਨਾਂ ਨੂੰ ਉਹਦਾ ਬਹੁਤ ਫਾਇਦਾ ਹੋਵੇਗਾ। ਪੰਜਾਬੀਆਂ ਨੂੰ ਬਹੁਤ ਫਾਇਦਾ ਹੋਵੇਗਾ, ਕੌਮ ਨੂੰ ਬਹੁਤ ਫਾਇਦਾ ਹੋਵੇਗਾ। ਤੇ ਉਹ ਇੱਕ ਜਿਹੜੇ ਅਥੈਂਟਿਕ ਡਾਕੂਮੈਂਟਸ ਬਣ ਜਾਣਗੇ, ਜਿਹੜੇ ਉਹਨਾਂ ਨੇ ਜਿਵੇਂ ਪਿੱਛੇ ਮੈਰਿਜ ਆਨੰਦ ਮੈਰਿਜ ਐਕਟ ਤੇ ਵੀਰ ਜੀ ਉਹਨਾਂ ਨੇ ਕੰਮ ਕੀਤਾ, ਉਹ ਸਾਰੀਆਂ ਗੱਲਾਂ ਜਿਹੜੀਆਂ ਜਦੋਂ ਕਿਤੇ ਲਿਖਤੀ ਰੂਪ ਦੇ ਵਿੱਚ ਕਿਤਾਬ 'ਚ ਛਪ ਜਾਣਗੇ, ਤਿਆਰ ਹੋ ਜਾਣਗੇ, ਤੇ ਉਹ ਸਾਡਾ ਇੱਕ ਇਤਿਹਾਸ ਬਣ ਜਾਵੇਗਾ। ਸੋ ਬਹੁਤ ਬਹੁਤ ਧੰਨਵਾਦ। ਅੱਜ ਦਾ ਇਹ ਵੈਬੀਨਾਰ ਇੱਥੇ ਸਮਾਪਤ ਹੁੰਦਾ ਹੈ। ਕੱਲ ਦਾ ਵੈਬੀਨਾਰ ਜਿਹੜਾ ਉਹ ਠੀਕ 4:30 ਵਜੇ ਆਰੰਭ ਹੋਵੇਗਾ, ਜਿਸ ਵਿੱਚ ਸਾਡੇ ਬੁੱਧੀਜੀਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਗੁਰਮੀਤ ਸਿੰਘ ਜੀ ਹੋਰੀ ਕੱਲ ਸਾਡੇ ਵਿੱਚ ਤਸ਼ਰੀਫ ਲੈ ਕੇ ਆਉਣਗੇ। ਉਹਨਾਂ ਦਾ ਵਿਸ਼ਾ ਹੋਵੇਗਾ ਭਾਸ਼ਾ, ਸਿੱਖ ਤੇ ਰਾਜਨੀਤੀ। ਇਸ ਵਿਸ਼ੇ ਤੇ ਕੱਲ ਨੂੰ ਦੂਸਰੇ ਦਿਨ ਦਾ ਜਿਹੜਾ ਦੂਸਰਾ ਵੈਬੀਨਾਰ ਹੈ ਉਹ 4:30 ਵਜੇ ਆਰੰਭ ਹੋਵੇਗਾ। ਸੋ ਸਭਨਾ ਹਾਜ਼ਰੀਨ ਵੀਰਾਂ ਭੈਣਾਂ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਕੱਲ ਨੂੰ ਵੀ ਇਸੇ ਤਰ੍ਹਾਂ ਆਪਣੇ ਰੁਝੇਵਿਆਂ ਨੂੰ ਸੰਕੋਚਦੇ ਹੋਏ 4:30 ਵਜੇ ਠੀਕ ਜ਼ੂਮ ਐਪ ਰਾਹੀਂ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕਰਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਬੈਨਰ ਥੱਲੇ ਜੁੜਨ ਦੀ ਕਿਰਪਾਲਤਾ ਕਰਨੀ ਜੀ। ਪਰਸੋਂ ਦਾ ਜਿਹੜਾ ਵੈਬੀਨਾਰ ਤੀਸਰਾ ਵੈਬੀਨਾਰ ਹੈ ਉਹਦੇ ਵਿੱਚ ਸਰਦਾਰ ਮਨਜੀਤ ਸਿੰਘ ਜੀ ਰਾਜਪੁਰਾ ਜਿਹੜੇ ਸਾਡੇ ਮੁੱਖ ਵਕਤਾ ਹੋਣਗੇ, ਤੇ ਉਹ ਰਾਜਪੁਰਾ ਤੋਂ ਸਾਡੇ ਨਾਲ ਮਿਲਣਗੇ, ਜਿਹੜੇ ਸਾਹਿਤਕਾਰ ਵੀ ਨੇ ਤੇ ਪੰਜਾਬੀ ਚਿੰਤਕ ਵੀ ਨੇ, ਤੇ ਪੁਆਧੀ ਦੇ ਵਿੱਚ ਬਹੁਤ ਸੋਹਣਾ ਬੋਲਦੇ ਨੇ। ਤੇ ਅੱਜ ਦਾ ਇਹ ਵੈਬੀਨਾਰ ਜਿਹੜਾ ਅੱਜ ਇੱਥੇ ਸਮਾਪਤ ਹੁੰਦਾ ਹੈ। ਪ੍ਰਧਾਨ ਸਰਦਾਰ ਪ੍ਰੋਫੈਸਰ ਮਨਿੰਦਰ ਸਿੰਘ ਹੋਣਾ ਦਾ ਤੇ ਸਾਰੇ ਹਾਜ਼ਰੀਨ ਵੀਰਾਂ ਦਾ ਉਚੇਚੇ ਤੌਰ ਤੇ ਧੰਨਵਾਦ। ਸਰਦਾਰ ਜਤਿੰਦਰਪਾਲ ਸਿੰਘ ਜੀ, ਸਰਦਾਰ ਤਰਲੋਚਨ ਸਿੰਘ ਜੀ, ਸਰਦਾਰ ਇੰਦਰਪਾਲ ਸਿੰਘ ਜੀ, ਸਰਦਾਰ ਗੁਰਮੀਤ ਸਿੰਘ ਹੋਣਾ ਦਾ, ਸਾਰੇ ਹੀ ਹਾਜ਼ਰੀਨ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।